ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਲਗਾਏ ਜਾ ਰਹੇ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਵਿੱਚ ਆਪ ਸਭ ਜੀ ਦਾ ਬਹੁਤ ਸਵਾਗਤ ਹੈ ਜੀ। ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕੈਂਪ ਦੀ ਸ਼ੁਰੂਆਤ ਜਾਪ ਸੇਵਾ ਤੋਂ ਹੋਏਗੀ। ਅੱਜ ਦੀ ਜਾਪ ਸੇਵਾ ਦੀ ਡਿਊਟੀ ਨਿਭਾਉਣ ਲੱਗੇ ਨੇ ਸ਼ਿਵਰਜੀਤ ਕੌਰ, ਜ਼ੋਨ ਮਹਿਲ ਕਲਾਂ ਤੋਂ, EPP ਨੰਬਰ 16277। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ। ਬਹੁਤ ਬਹੁਤ ਧੰਨਵਾਦ ਸ਼ਿਵਰਜੀਤ ਕੌਰ। ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਤਿਸ ਜਨ ਦੁਖ ਨਿਕਟ ਨਹੀਂ ਆਵੇ। ਜੋ ਵੀ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਸੁਣਦਾ ਹੈ, ਗਾਉਂਦਾ ਹੈ, ਉਹਦੇ ਨੇੜੇ ਕੋਈ ਵੀ ਦੁੱਖ ਦਰਦ ਨਹੀਂ ਆਉਂਦਾ। ਆਓ ਅੱਜ ਅਸੀਂ ਵੀ ਸਾਰੇ ਰਲ ਕੇ ਕੀਰਤਨ ਸਰਵਣ ਕਰਦੇ ਹਾਂ। ਕੀਰਤਨ ਦੀ ਸੇਵਾ ਨਿਭਾਉਣ ਜਾ ਰਹੇ ਨੇ ਅੱਜ ਗੁਰਪਾਲ ਸਿੰਘ ਜੀ ਮੋਹਾਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ, ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ, ਐਸੋ ਰਾਜ ਛੋੜਿਓ ਜਪਣ ਧਿਆਈਏ, ਐਸੋ ਰਾਜ ਛੋੜਿਓ ਜਪਣ ਧਿਆਈਏ। छत्र तारि छतरी पद छैल रूप छितनाथ, छत्र तारि छतरी पद छैल रूप छितनाथ, चोरी कर छाया बर छतरी पद गाइए, छोड़ी कर छाया बर छतरी पद गाइए। ऐसो राज छोड़ियो दूजा कौन त्याइए, ऐसो राज छोड़ियो दूजा कौन त्याइए। राजन के राजा महाराज के महाराजा,
के राजा महाराज के महाराजा ऐसो राज छोड़ियो जग उड़ जाए ऐसो राज छोड़ियो जग उड़ जाए विश्वनाथ विशंबर वेदनाथ बालाकर विश्वनाथ विशंबर वेदनाथ बालाकर बाजीगर बाण तारी बंदन बताइए बाजीगर बाण तारी बंदन बताइए ऐसो राज छोड़ियो दूजा कौन ध्याये ऐसो राज छोड़ियो दूजा कौन ध्याये न्योली कर्म दूता तारी विद्या तार ब्रह्मचारी न्योली कर्म दूता तारी विद्या तार ब्रह्मचारी ज्ञान को लगावे ने ज्ञान को न पाए ज्ञान को लगावे ने ज्ञान को न पाए ऐसो राज छोड़ियो दूजा कौन ध्याये ऐसो राज छोड़ियो दूजा कौन ध्याये राजन के राजा महाराज के महाराजा राजन के राजा महाराज के महाराजा ऐसो राज छोड़ियो जग जाइए ऐसो राज छोड़ियो दूजा कौन ध्याये ऐसो राज छोड़ियो दूजा कौन ध्याये वाहिगुरु जी का खालसा वाहिगुरु जी की फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ, ਬਹੁਤ ਹੀ ਆਨੰਦਮਈ ਕੀਰਤਨ ਸੀ, ਬਹੁਤ ਆਨੰਦ ਆਇਆ ਜੀ। ਤੇ ਹੁਣ ਚੱਲਦੇ ਹਾਂ ਅਸੀਂ ਆਪਣੇ ਅੱਜ ਦੇ ਪਹਿਲੇ ਸੈਸ਼ਨ ਵੱਲ। ਤੇ ਅੱਜ ਦਾ ਸਾਡਾ ਪਹਿਲਾ ਸੈਸ਼ਨ ਲੈਣਗੇ ਜੀ ਜਸ਼ਨਜੋਤ ਕੌਰ ਜੀ, EPP ਨੰਬਰ 13444 ਸੰਗਰੂਰ ਤੋਂ, ਜੋ ਕਿ ਪਿਛਲੇ ਸੈਸ਼ਨ ਦੌਰਾਨ ਜੋ ਵੀ ਕੈਂਪ ਦੇ ਵਿੱਚ ਉਹਨਾਂ ਨੇ ਸਿੱਖਿਆ ਉਸ ਦਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਨਗੇ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨੇਮ ਜਸ਼ਨਜੋਤ ਕੌਰ, EPP ਨੰਬਰ 13444 ਅਤੇ ਮੇਰੇ ਵਾਈਸੀ ਦਾ ਨੇਮ ਸਰਦਾਰ ਅੰਕਲ ਬਹਾਦਰ ਸਿੰਘ ਜੀ ਹਨ ਅਤੇ ਮੈਂ ਸੰਗਰੂਰ ਜ਼ੋਨ ਤੋਂ ਹਾਂ ਜੀ। ਤੇ ਸਾਡੇ ਜੋ ਕੈਂਪ ਲਗਾਏ ਗਏ ਹਨ ਪਹਿਲਾਂ ਵੀ ਤੇ ਹੁਣ ਵੀ ਕੰਟੀਨਿਊ ਸਾਡੇ ਚੱਲ ਰਹੇ ਹਨ। ਇਹਨਾਂ ਦੇ ਵਿੱਚ ਮੈਂ ਬਹੁਤ ਵਧੀਆ ਨੌਲੇਜ ਗੈਟ ਕੀਤੀ ਹੈ ਤੇ ਸਾਨੂੰ ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ ਟੀਚਰਸ ਦੁਆਰਾ, ਤੇ ਇਸ ਸਿੱਖਿਆ ਨੂੰ ਮੈਂ ਆਪਣੀ ਲਾਈਫ ਦੇ ਵਿੱਚ ਲਾਗੂ ਕੀਤਾ ਹੈ। ਉਸ ਦੇ ਅਕੋਰਡਿੰਗ ਮੇਰੀ ਲਾਈਫ ਦੇ ਵਿੱਚ ਕਈ ਚੇਂਜਸ ਆਏ ਹਨ ਜੀ, ਜੋ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੀ। ਕਿ ਪਹਿਲਾਂ ਮੈਂ ਓਨਲੀ ਜੋ ਗੁਰਬਾਣੀ ਸੀ ਉਸਨੂੰ ਰੀਡ ਕਰਦੀ ਸੀ ਜੀ। ਗੁਰਬਾਣੀ ਨੂੰ ਰੀਡ ਕਰਕੇ ਮਤਲਬ ਸੰਤੁਸ਼ਟੀ ਨਹੀਂ ਸੀ ਮਿਲਦੀ, ਬਟ ਹੁਣ ਕੈਂਪ ਲਗਾਉਂਦੇ ਸੀ ਤੇ ਪਤਾ ਲੱਗਾ ਕਿ ਗੁਰਬਾਣੀ ਨੂੰ ਓਨਲੀ ਰੀਡ ਕਰਨਾ ਹੀ ਨਹੀਂ, ਸਗੋਂ ਗੁਰਬਾਣੀ ਨੂੰ ਸਮਝ ਕੇ ਆਪਣੀ ਲਾਈਫ ਦੇ ਵਿੱਚ ਲਾਗੂ ਕਰਨਾ ਵੀ ਜ਼ਰੂਰੀ ਹੈ। ਤੇ ਮੈਂ ਹੁਣ ਗੁਰਬਾਣੀ ਨੂੰ ਸਮਝ ਰਹੀ ਹਾਂ, ਨਾਲ ਰੀਡ ਕਰਕੇ ਨਾਲ ਸਮਝ ਰਹੀ ਹਾਂ, ਗੁਰਬਾਣੀ ਦੇ ਅਸੂਲਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਰਹੀ ਹਾਂ। ਤੇ ਪਹਿਲਾਂ ਨਾਲੋਂ ਕੀ ਹੈ, ਲਾਈਫ ਬਹੁਤ ਹੀ ਵਧੀਆ ਹੋ ਗਈ ਹੈ ਕਿ ਬਹੁਤ ਹੀ ਵਧੀਆ ਸੰਤੁਸ਼ਟੀ ਮਿਲਦੀ ਹੈ। ਕਿ ਕੈਂਪ ਲਗਾਉਣ ਦੇ ਨਾਲ ਪਹਿਲਾਂ ਨਾਲੋਂ ਜੋ ਸਟੱਡੀ ਦੇ ਵਿੱਚ ਇੰਟਰਸਟ ਸੀ ਉਹ ਜ਼ਿਆਦਾ ਵੱਧ ਰਿਹਾ ਹੈ ਤੇ ਸਟੱਡੀ ਕਰਨ ਨੂੰ ਦਿਲ ਕਰਦਾ ਹੈ। ਅਤੇ ਜੇਕਰ ਮੈਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਮੈਂ ਗੁਰੂ ਸਾਹਿਬ ਜੀ ਨਾਲ ਸ਼ੇਅਰ ਕਰਦੀ ਹਾਂ ਕੋਈ ਵੀ ਗੱਲ ਹੈ, ਤੇ ਕਿਉਂਕਿ ਗੁਰੂ ਸਾਹਿਬ ਜੀ ਸਾਡੇ ਸਭ ਤੋਂ ਵਧੀਆ ਫਰੈਂਡ ਹਨ ਤੇ ਮੈਂ ਉਹਨਾਂ ਨਾਲ ਸ਼ੇਅਰ ਕਰਦੀ ਹਾਂ ਤੇ ਇੱਕ ਤਰ੍ਹਾਂ ਦਾ ਜੋ ਬਰਡਨ ਹੈ ਦਿਮਾਗ ਤੋਂ, ਟੈਨਸ਼ਨ ਹੁੰਦੀ ਹੈ, ਉਹ ਘੱਟ ਜਾਂਦੀ ਹੈ। ਅਤੇ ਗੁਰੂ ਸਾਹਿਬ ਜੀ ਆਪੇ ਆਪ ਜੋ ਉਸ ਮਤਲਬ ਕਿ ਪ੍ਰੋਬਲਮ ਹੁੰਦੀ ਹੈ ਉਸਦਾ ਸੋਲਿਊਸ਼ਨ ਦੇ ਦਿੰਦੇ ਹਨ ਅਤੇ ਉਹ ਪ੍ਰੋਬਲਮ ਜਲਦ ਤੋਂ ਜਲਦ ਕੀ ਹੈ ਮਤਲਬ ਕਿ ਸੋਲਵ ਹੋ ਜਾਂਦੀ ਹੈ। ਅਤੇ ਜਿਸ ਤਰ੍ਹਾਂ ਸਾਡੀ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ
ਔਰ ਮਲਟੀਵਰਸਿਟੀ ਵੱਲੋਂ ਸਾਡੇ ਕੰਪੀਟੀਸ਼ਨਸ ਕਰਵਾਏ ਜਾਂਦੇ ਹਨ। ਉਹਨਾਂ ਦੇ ਵਿੱਚ ਮੈਂ ਹਿੱਸਾ ਲਿਆ ਅਤੇ ਇੱਕ ਮਤਲਬ ਪ੍ਰਾਈਜ਼ ਗੈਟ ਕੀਤਾ। ਪ੍ਰਾਈਜ਼ ਦੇ ਵਿੱਚ ਕੀ ਹੈ, ਹਾਰਡ ਬੋਰਡ, ਭਾਵ ਕਿ ਜੋ ਅਸੀਂ ਪੇਪਰ ਬੋਰਡ ਕਹਿ ਦਿੰਦੇ ਹਾਂ। ਪੇਪਰ ਬੋਰਡ ਦੀ ਜੋ ਬੈਕ ਸਾਈਡ ਹੁੰਦੀ ਹੈ ਉਸ 'ਤੇ ਇੱਕ 5 ਗੁਣ ਲਿਖੇ ਗਏ ਸਨ, ਜੋ ਕਿ ਪੰਕਚੁਅਲਿਟੀ, ਰੈਗੂਲੈਰਿਟੀ, ਹਾਰਡ ਵਰਕ, ਲੋਇਲਟੀ ਐਂਡ ਓਨੈਸਟੀ। ਤੇ ਜੀ ਮੈਂ ਇਹਨਾਂ ਗੁਣਾਂ ਨੂੰ ਹੌਲੀ ਹੌਲੀ ਆਪਣੀ ਲਾਈਫ ਦੇ ਵਿੱਚ ਲਾਗੂ ਕਰਨਾ ਸ਼ੁਰੂ ਕੀਤਾ ਤੇ ਮੈਂ ਮਤਲਬ ਹੁਣ ਮੈਂ ਇੱਕ ਤਰ੍ਹਾਂ ਦੀ ਪੰਕਚੁਅਲਿਟੀ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕੀਤਾ ਤੇ ਮੈਂ ਪੰਕਚੁਅਲ ਬਣ ਗਈ ਹਾਂ। ਹਰ ਟਾਈਮ ਨੂੰ ਮਤਲਬ ਕਿ ਹਰ ਵਰਕ ਨੂੰ ਟਾਈਮ ਦੇ ਅਕੋਰਡਿੰਗ ਕਰਦੀ ਹਾਂ ਤੇ ਬਹੁਤ ਹੀ ਵਧੀਆ ਲੱਗਦਾ ਹੈ ਕਿ ਹਰ ਕੰਮ ਟਾਈਮ 'ਤੇ ਨਿਬੜ ਵੀ ਜਾਂਦਾ ਹੈ ਅਤੇ ਕੋਈ ਪ੍ਰੋਬਲਮ ਵੀ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਮੈਂ ਆਪਣਾ ਇੱਕ ਟਾਈਮ ਟੇਬਲ ਪ੍ਰੀਪੇਅਰ ਕੀਤਾ ਹੈ ਜਿਸ ਦੇ ਅਕੋਰਡਿੰਗ ਮੈਂ ਵਰਕ ਕਰਦੀ ਹਾਂ ਅਤੇ ਹਰ ਕੰਮ ਜੋ ਟਾਈਮ 'ਤੇ ਨਿਬੜਨ ਦੇ ਨਾਲ ਕੀ ਹੈ, ਮੈਨੂੰ ਇੱਕ ਤਰ੍ਹਾਂ ਦੀ ਮਤਲਬ ਖੁਸ਼ੀ ਹੁੰਦੀ ਹੈ ਜਦ ਕੋਈ ਸਾਡੇ ਤੋਂ ਕੰਮ ਨਿਬੜ ਜਾਂਦਾ ਹੈ ਤੇ ਵੀ ਹਾਂ ਸਾਡੇ ਤੋਂ ਇਹ ਕੰਮ ਹੋ ਸਾਡੀ ਇੰਗਲਿਸ਼ ਕਲਾਸ ਲਗਾਈਆਂ ਗਈਆਂ। ਇੰਗਲਿਸ਼ ਕਲਾਸਿਸ ਲਾਉਣ ਦੇ ਨਾਲ ਕੀ ਹੈ, ਮੇਰੀ ਬਹੁਤ ਜ਼ਿਆਦਾ ਇੰਗਲਿਸ਼ ਇੰਪਰੂਵ ਹੋਈ ਹੈ ਜੀ। ਸਾਨੂੰ ਬਹੁਤ ਹੀ ਨਵੀਆਂ ਗੱਲਾਂ ਜੋ ਕੈਂਪ ਦੇ ਵਿੱਚੋਂ ਸਿੱਖਣ ਨੂੰ ਮਿਲੀਆਂ ਹਨ। ਜ਼ਿਆਦਾਤਰ ਕਿ ਉਹ ਇਤਿਹਾਸ ਸਾਨੂੰ ਸਿੱਖਣ ਨੂੰ ਮਿਲਿਆ ਹੈ ਜਿਸ ਇਤਿਹਾਸ ਬਾਰੇ ਸਾਨੂੰ ਹੁਣ ਤੱਕ ਨੌਲੇਜ ਨਹੀਂ ਸੀ ਤੇ ਅਸੀਂ ਹੁਣ ਉਹ ਇਤਿਹਾਸ ਤੋਂ ਜਾਣੂ ਹੋ ਗਏ ਹਾਂ ਤੇ ਸਾਨੂੰ ਕੈਂਪ ਲਗਾ ਕੇ ਬਹੁਤ ਹੀ ਵਧੀਆ ਲੱਗਦਾ ਹੈ ਜੀ। ਅਤੇ ਜੇਕਰ ਗੁਰਬਾਣੀ ਇੱਕ ਅਜਿਹਾ ਸਾਧਨ ਹੈ ਜਿਸ ਦੇ ਰਾਹੀਂ ਅਸੀਂ ਆਪਣੇ ਗੁੱਸੇ ਨੂੰ ਵੀ ਕੰਟਰੋਲ ਕਰ ਸਕਦੇ ਹਾਂ ਜੀ। ਜੇਕਰ ਕੋਈ ਕੁਝ ਕਹਿ ਦਿੰਦਾ ਹੈ, ਵੀ ਸਾਡੇ ਮਤਲਬ ਪੇਰੈਂਟਸ ਹੁੰਦੇ ਹਨ ਜਾਂ ਕੋਈ ਸਾਡੇ ਨਾਲ ਦੇ ਹੀ ਸਾਨੂੰ ਕੁਝ ਕਹਿ ਦਿੰਦਾ ਹੈ ਤੇ ਸਾਨੂੰ ਗੁੱਸਾ ਆ ਜਾਂਦਾ ਹੈ ਕਿ ਸਾਨੂੰ ਇਸ ਤਰ੍ਹਾਂ ਕਿਵੇਂ ਬੋਲਿਆ। ਪਰ ਗੁਰਬਾਣੀ ਅਜਿਹਾ ਵਸੀਲਾ ਹੈ ਕਿ ਅਸੀਂ ਆਪਣੇ ਗੁੱਸੇ ਨੂੰ ਵੀ ਕੰਟਰੋਲ ਕਰ ਸਕਦੇ ਹਾਂ ਤੇ ਮੈਂ ਇਹ ਕੰਟਰੋਲ ਕੀਤਾ ਹੈ ਕਿ ਜੇਕਰ ਮੈਨੂੰ ਕੋਈ ਕੁਝ ਕਹਿੰਦਾ ਸੀ ਤੇ ਮੈਂ ਆਪਣੇ ਮਨ ਦੇ ਵਿੱਚ ਰੱਖਦੀ ਨਹੀਂ ਐਵੇਂ ਤਰ੍ਹਾਂ ਨਹੀਂ ਕਰਨਾ ਤੇ ਉਸ ਗੁਰਬਾਣੀ ਨੂੰ ਆਪਣੇ ਧਿਆਨ ਦੇ ਵਿੱਚ ਲਿਆ ਕੇ, ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਨਾਮ ਦੇ ਵਿੱਚ ਲਿਆ ਕੇ ਤੇ ਜੀ ਮੈਂ ਆਪਣੇ ਗੁੱਸੇ ਤੇ ਵੀ ਕੰਟਰੋਲ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸ਼ਨਜੋਤ ਕੌਰ ਜੀ ਨੇ ਇੱਕ ਬਹੁਤ ਹੀ ਵਧੀਆ ਗੱਲ ਕਹੀ ਕਿ ਗੁਰਬਾਣੀ ਨੂੰ ਪੜ੍ਹਨ ਦੇ ਨਾਲ ਗੁਰਬਾਣੀ ਨੂੰ ਜੀਵਨ ਵਿੱਚ ਲਾਗੂ ਕਰਨਾ ਬਹੁਤ ਜ਼ਰੂਰੀ ਆ। ਸਾਡੇ ਗੁਰੂ ਤਾਂ ਹੀ ਖੁਸ਼ ਹੋਣਗੇ ਜੇ ਅਸੀਂ ਉਹਨਾਂ ਦੇ ਹੁਕਮ ਤੇ ਚੱਲਾਂਗੇ, ਗੁਰਬਾਣੀ ਪੜ੍ਹ ਕੇ ਤੇ ਗੁਰਬਾਣੀ ਨੂੰ ਮੰਨਾਂਗੇ, ਆਪਣੇ ਜੀਵਨ ਵਿੱਚ ਲਾਗੂ ਕਰਾਂਗੇ। ਤੇ ਹੁਣ ਜਿਸ ਤਰ੍ਹਾਂ ਹੁਣ ਅਸੀਂ ਸਾਰੇ ਪੜ੍ਹਦੇ ਹਾਂ, ਤੁਸੀਂ ਸਾਰੇ ਬੱਚੇ ਪੜ੍ਹ ਰਹੇ ਹੋ, ਤਾਂ ਕੋਈ ਆਪਣੇ ਕਿਸੇ ਦਾ ਏਮ ਹੈਗਾ ਲਾਇਰ ਬਣਨਾ, ਇੰਜੀਨੀਅਰ ਬਣਨਾ, ਡਾਕਟਰ ਬਣਨਾ, ਪਰ ਉਹਨਾਂ ਨੂੰ ਪਤਾ ਨਹੀਂ ਵੀ ਉਹਨਾਂ ਨੇ ਅੱਗੇ ਜਾ ਕੇ ਕਿਹੜੇ ਸਟਰੀਮ ਲੈਣੇ ਨੇ, ਕਨਫਿਊਜ਼ਡ ਨੇ। ਇਸੇ ਦੇ ਨਾਲ ਰਿਲੇਟਡ ਸਾਡਾ ਦੂਸਰਾ ਸੈਸ਼ਨ ਹੈਗਾ ਜੋ ਕਿ ਵੀਰ ਜਪਨਜੋਤ ਸਿੰਘ ਜੀ ਲੈਣਗੇ, ਜਿਨ੍ਹਾਂ ਦਾ ਅੱਜ ਦਾ ਵਿਸ਼ਾ ਹੈਗਾ ਕੈਰੀਅਰ ਗਾਈਡੈਂਸ। ਵੀਰ ਜਪਨਜੋਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਆਪਣੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਕਰੀਨ ਸ਼ੇਅਰ ਕਰਾਂ ਜੀ, 1 ਮਿੰਟ। ਸੋ ਪਹਿਲਾਂ ਮੈਂ ਆਪਣੀ ਇੰਟਰੋਡਕਸ਼ਨ ਦੇਵਾਂ ਕਿ ਮੇਰਾ ਨਾਮ ਜਪਨਜੋਤ ਸਿੰਘ ਹੈ ਤੇ ਮੈਂ ਸਟੂਡੈਂਟ ਸਿਵਲ ਇੰਜੀਨੀਅਰਿੰਗ ਦਾ ਹਾਂ ਜੀ, GNE ਕਾਲਜ ਲੁਧਿਆਣਾ, ਤੇ ਮੇਰਾ ਸਮੈਸਟਰ 6 ਚੱਲ ਰਿਹਾ ਇਸ ਟਾਈਮ। ਤੇ ਮੈਂ ਕੋਈ ਕੈਰੀਅਰ ਗਾਈਡੈਂਸ ਨਹੀਂ ਦੇ ਰਿਹਾ ਅੱਜ। ਮੈਂ ਜਿੱਥੇ ਤੱਕ ਇੱਥੇ ਪਹੁੰਚਿਆ, ਮੇਰੇ ਕੋਲ ਕਾਫੀ ਐਕਸਪੀਰੀਐਂਸਿਸ ਹੈ ਜਾਂ ਮੈਂ ਉਸ ਫੇਸ ਤੋਂ ਲੰਘਿਆ ਹੋਇਆ ਤੇ ਮੈਂ ਸਿਰਫ ਆਪਣੇ ਐਕਸਪੀਰੀਐਂਸਿਸ ਤੇ ਮੈਂ ਜਿਹੜੀ ਚੀਜ਼ਾਂ ਨਹੀਂ ਕੀਤੀਆਂ ਤੇ ਕਰਨੀਆਂ ਚਾਹੀਦੀਆਂ ਸੀ ਜਾਂ ਕਿਸੇ ਨੂੰ ਦੇਖ ਕੇ ਕੋਈ ਚੀਜ਼ ਆਪਾਂ ਕੈਰੀਅਰ ਦੇ ਰਿਲੇਟਡ ਉਹ ਚੀਜ਼ ਆਪਾਂ ਡਿਸਕਸ ਕਰਾਂਗੇ। ਤੇ ਪਹਿਲਾਂ ਤਾਂ ਦੇਖੋ, ਆਪਣੇ ਕੋਲ ਸਾਰਿਆਂ ਨੂੰ ਲੱਗਦਾ ਕਿ ਆਪਣੀ ਮੇਨ ਆਪਸ਼ਨਸ ਆਪਾਂ ਬੇਸਿਕਲੀ ਆਫਟਰ 10th ਆਪਾਂ ਸੋਚਦੇ ਹਾਂ ਕਿ ਅੱਗੇ ਅਸੀਂ ਕਰਨਾ ਕੀ ਆ, ਡਾਕਟਰ, ਇੰਜੀਨੀਅਰ, ਲਾਇਰ, ਰਾਈਟ। ਤੇ ਆਪਣੇ ਕੋਲ ਸਾਡੇ ਕੋਲ ਮੇਨ ਆਪਸ਼ਨਸ ਬਚ ਕੇ ਹੀ ਰਹਿ ਜਾਂਦੀਆਂ, ਆਰਟਸ, ਸਾਇੰਸ, ਕਾਮਰਸ। ਆਰਟਸ ਵਿੱਚ ਸਾਡਾ ਹਿਊਮੈਨਿਟੀਜ਼ ਵਿੱਚ ਡਿਫਰੈਂਟ ਫੀਲਡਸ ਆ ਜਾਂਦੀਆਂ, ਮਿਊਜ਼ਿਕ ਆ ਜਾਂਦਾ, ਹੋਮ ਸਾਇੰਸ ਆ ਜਾਂਦਾ, ਸਾਈਕੋਲੋਜੀ ਆ ਜਾਂਦੀ ਆ। ਲਾਇਰ ਅਗਰ ਬਣਨਾ ਹੈ ਤਾਂ ਤੁਸੀਂ ਆਰਟਸ ਫੀਲਡ ਚੂਜ਼ ਕਰ ਸਕਦੇ ਹੋ। ਸਾਇੰਸ ਫੀਲਡ ਸਾਡੀ 2 ਚੀਜ਼ਾਂ ਸਾਇੰਸ ਫੀਲਡ ਡਿਵਾਈਡਡ ਹੈ, ਇੱਕ ਹੈ ਮੈਡੀਕਲ, ਇੱਕ ਹੈ ਨॉन ਮੈਡੀਕਲ। Medical is related with biology and non-medical is related with maths. ਤੇ commerce ਵਿੱਚ ਸਾਡਾ ਸਾਰਾ data handling, accounts, economics ਇਹ ਚੀਜ਼ਾਂ ਆ ਜਾਂਦੀਆਂ। ਤੇ ਸਾਨੂੰ ਬਹੁਤ ਕਨਫਿਊਜ਼ਨ ਹੁੰਦੀ ਹੈ ਕਿ ਆਪਾਂ 10th ਤੋਂ ਬਾਅਦ ਕਿਸ ਫੀਲਡ ਨੂੰ, ਕਿਹੜੀ ਫੀਲਡ ਵੱਲ, ਮਤਲਬ ਕਿਹੜੀ ਫੀਲਡ ਚੂਜ਼ ਕਰੀਏ ਤਾਂ ਕਿ ਅਸੀਂ ਡਾਕਟਰ ਬਣ ਸਕੀਏ, ਇੰਜੀਨੀਅਰ ਬਣ ਸਕੀਏ। ਤੇ ਉਹਦੇ ਰਿਲੇਟਡ ਇਹ ਸਾਰਾ ਮੈਂ ਆਪਣੇ ਕੁਐਸਚਨਸ ਨਾਲ ਇਹ ਚੀਜ਼ ਨੂੰ ਰਿਪਰੈਜ਼ੈਂਟ ਕਰੂੰਗਾ। ਫਸਟ ਸਾਡੇ ਕੋਲ ਆ ਜਾਂਦਾ, ਸਾਡੇ ਕੋਲ ਇਹ ਕੁਐਸਚਨਸ ਬਹੁਤ ਨਾਰਮਲੀ ਆਉਂਦੇ ਆ ਕਿ I am done with my metric, what should I pursue now?
And second question, I am good at science and math. Shall I choose medical, non-medical or commerce? ठीक है, अपना पहला क्वेश्चन की है कि मैं 10th पास कर ली है ਤੇ ਇਸ ਤੋਂ ਬਾਅਦ ਮੈਂ ਕੀ ਕਰਾਂ, ਅਗਲੇ ਕਿਹੜੀ ਫੀਲਡ ਵਿੱਚ ਜਾਵਾਂ, ਮੇਰੀ ਮੈਥਸ ਜਾਂ ਸਾਇੰਸ ਅੱਛੀ ਹੈ ਜਾਂ ਸਾਡੀ ਕੋਈ ਵੀ ਸਬਜੈਕਟ ਅੱਛਾ ਤੇ ਮੈਨੂੰ ਮੈਡੀਕਲ ਲੈਣੀ ਚਾਹੀਦੀ ਹੈ, ਨਾਨ ਮੈਡੀਕਲ ਲੈਣੀ ਚਾਹੀਦੀ ਹੈ ਜਾਂ ਕਾਮਰਸ ਲੈਣੀ ਚਾਹੀਦੀ ਹੈ। ਪਹਿਲਾਂ ਤਾਂ ਆਪਾਂ ਸਾਰੀ ਫੀਲਡ ਨੂੰ ਸਮਝੀਏ ਕਿ ਅਗਰ ਅਸੀਂ ਮੈਡੀਕਲ ਲੈ ਰਹੇ ਹਾਂ ਤੇ ਸਾਡੇ ਕੋਲ ਸਬਜੈਕਟਸ ਕਿਹੜੇ-ਕਿਹੜੇ ਆ ਰਹੇ ਹਨ, ਕੈਮਿਸਟਰੀ, फिजिक्स एंड बायोलॉजी इन मेडिकल। ठीक है, इंग्लिश साडा इस टाइम सब्जेक्ट सारिਆਂ ਲਈ ਕਾਮਨ ਹੁੰਦਾ ਹਰ ਸਟਰੀਮ ਲਈ ਤੇ ਇੱਕ ਸਾਡਾ ਸਬਜੈਕਟ ਉਹ ਹੁੰਦਾ ਜੋ ਅਸੀਂ ਆਪਸ਼ਨਲ ਚੂਜ਼ ਕਰ ਸਕਦੇ ਹਾਂ, ਜੋ ਕਿ ਸਾਡਾ ਬੇਸਿਕਲੀ ਐਕਸਟਰਾ ਕਰਿਕੂਲਰ ਵੱਲ ਜਾਂਦਾ ਹੈ ਜਾਂ ਸਾਡਾ ਇੰਟਰਸਟ ਡਾਇਰੈਕਟ ਕਰਦਾ ਉਸ ਚੀਜ਼ ਨੂੰ। ਤੇ ਮੈਡੀਕਲ ਵਿੱਚ ਆਪਣੀ ਆਪਸ਼ਨਸ ਸਾਰੀਆਂ ਖੁੱਲੀਆਂ ਹੁੰਦੀਆਂ ਆਪਸ਼ਨਲ ਉਹਦੇ ਵਿੱਚ, ਆਪਸ਼ਨਲ ਸਬਜੈਕਟ ਵਿੱਚ। ਉਹਦੇ ਚ ਆਪਾਂ ਮੈਥਸ ਵੀ ਚੂਜ਼ ਕਰ ਸਕਦੇ ਹਾਂ ਕਿ ਅਗਰ ਅਸੀਂ ਮੈਡੀਕਲ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਬਾਇਓਲੋਜੀ ਤੇ ਮੈਥਸ ਦੋਨੋਂ ਸਟਰੋਂਗ ਹੈ ਤੇ ਤੁਸੀਂ ਆਪਸ਼ਨਲ ਚ ਆਪਣਾ ਮੈਥਸ ਰੱਖ ਸਕਦੇ ਹੋ। ਨਾਨ ਮੈਡੀਕਲ ਫੀਲਡ ਤੁਹਾਨੂੰ ਟੈਕਨੀਕੈਲਿਟੀਜ਼ ਵੱਲ ਜ਼ਿਆਦਾ ਲੈ ਕੇ ਜਾਂਦਾ ਕਿ ਤੁਸੀਂ ਮੈਥਸ ਤੁਹਾਡੀ ਬਹੁਤ ਜ਼ਿਆਦਾ ਸਟਰੋਂਗ ਹੈ ਤੇ ਤੁਸੀਂ ਨਾਨ ਮੈਡੀਕਲ ਫੀਲਡ ਵੱਲ ਜਾਣਾ ਚਾਹੁੰਦੇ ਹੋ, ਬਟ ਤੁਸੀਂ ਕਨਫਿਊਜ਼ ਹੋ, ਕਈ ਵਾਰੀ ਹੁੰਦਾ ਕਿ ਸਾਡੀ ਮੈਥ ਸਟਰੋਂਗ ਹੈ ਬਟ ਸਾਨੂੰ ਇਹ ਚੀਜ਼ ਦੇਖਣੀ ਪੈਂਦੀ ਹੈ ਕਿ ਸਾਡੀ ਮੈਥਸ ਕੈਲਕੂਲੇਸ਼ਨ ਵਾਲੀ ਸਟਰੋਂਗ ਹੈ ਕਿ ਅਰਥਮੈਟਿਕ ਮੈਥ ਸਟਰੋਂਗ ਹੈ ਸਾਡੀ। ਹੁਣ ਮੈਥਸ ਵੀ ਸਾਡੀ ਦੋ ਟਾਈਪਸ ਚ ਆ ਜਾਂਦੀ ਹੈ ਕਿ ਸਾਡੀ ਜਿਹੜੇ ਡਿਫਰੈਂਸੀਏਸ਼ਨ, ਬਾਕੀ ਜਿਹੜੀ ਮੇਨ ਕੈਲਕੂਲੇਸ਼ਨ ਹੁੰਦੀ ਹੈ ਉਹ ਆਪਣੀ ਜਿੱਦਾਂ ਐਡੀਸ਼ਨ ਕਰਨੀ ਹੈ, ਸਬਟ੍ਰੈਕਸ਼ਨ ਕਰਨੀ ਹੈ, ਮਲਟੀਪਲੀਕੇਸ਼ਨ ਡਿਵੀਜ਼ਨ ਜਿਹੜੀ ਆਪਣਾ ਹੁੰਦਾ ਉਹ ਆਪਣੀ ਕਾਮਰਸ ਵਿੱਚ ਜ਼ਿਆਦਾ ਆ ਜਾਂਦੀ ਹੈ ਕਿ ਆਪਾਂ ਆਪਣੀ ਡਾਟਾ ਹੈਂਡਲਿੰਗ ਅੱਛੀ ਹੈ ਤਾਂ ਆਪਾਂ ਉਸ ਚੀਜ਼ ਨੂੰ ਕਾਮਰਸ ਵਿੱਚ ਇੰਪਲੀਮੈਂਟ ਕਰ ਸਕਦੇ ਹਾਂ। ਬਾਕੀ ਜਿਹੜੇ ਕਨਸੈਪਟਸ ਹੁੰਦੇ ਆ, ਪਰਮਿਊਟੇਸ਼ਨ, ਕੰਬੀਨੇਸ਼ਨ, ਤੁਹਾਡੀ ਪਿਕਟੋਗ੍ਰਾਫੀ, ਦੈਨ ਹੋ ਗਿਆ ਆਪਣਾ ਬਾਇਨੋਮੀਅਲਸ, ਇਹ ਚੀਜ਼ਾਂ ਤੁਸੀਂ ਬਾਅਦ ਚ ਪੜੋਗੇ ਬਟ ਉਹ ਚੀਜ਼ਾਂ ਤੁਹਾਡੀ ਨਾਨ ਮੈਡੀਕਲ ਵੱਲ ਜਾਂਦੀਆਂ। ਹੁਣ ਆਪਾਂ ਦੇਖੀਏ ਕਿ ਆਪਾਂ 10th ਤੋਂ ਬਾਅਦ ਸਾਡੇ ਕੋਲ ਆਪਸ਼ਨਸ ਕਿਹੜੀ ਖੁੱਲੀਆਂ ਨੇ। ਇਹਦੇ ਚ ਲਿਖਿਆ ਵਾਟ ਕੈਨ ਯੂ ਡੂ ਆਫਟਰ 10th ਕਲਾਸ। ਠੀਕ ਹੈ, ਸਾਨੂੰ ਲੱਗਦਾ ਕਿ ਸਾਡੇ ਕੋਲ ਸਿਰਫ ਆਹੀ ਆਪਸ਼ਨਸ ਹੈ, ਸਾਇੰਸ, ਆਰਟਸ, ਹਿਊਮੈਨਿਟੀਜ਼ ਜਾਂ ਬਿਜ਼ਨਸ, ਕਾਮਰਸ, ਸਾਇੰਸ, ਆਰਟਸ, ਕਾਮਰਸ। ਠੀਕ ਹੈ, ਬਟ ਸਾਡੇ ਕੋਲ ਹੋਰ ਵੀ ਫੀਲਡਸ ਨੇ 10th ਤੋਂ ਬਾਅਦ। ਠੀਕ ਹੈ, ਆਪਾਂ ਕੀ ਕਰ ਸਕਦੇ ਹਾਂ 10th ਤੋਂ ਬਾਅਦ ਸਕਿੱਲ ਟ੍ਰੇਨਿੰਗ ਕੋਰਸਿਸ ਕਰ ਸਕਦੇ ਹਾਂ। ਇਹ ਬਲੂ ਚ ਦਿਖ ਰਿਹਾ, ਡਾਰਕ ਬਲੂ ਚ, ਸਕਿੱਲ ਟ੍ਰੇਨਿੰਗ ਕੋਰਸਿਸ। ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ, ਐਨੀਮੇਟਰ ਬਣ ਸਕਦੇ ਹਾਂ, ਬਿਊਟੀ ਥੈਰੇਪਿਸਟ ਬਣ ਸਕਦੇ ਹਾਂ, ਹੈਲਥ ਕੇਅਰ ਅਸੀਂ ਪਰਸਿਊ ਕਰ ਸਕਦੇ ਹਾਂ। ਹੋਰ ਸਾਡੇ ਕੋਲ ਕੀ ਹੁੰਦਾ, ITI ਸਰਟੀਫਿਕੇਟਸ ਜੋ ਕਿ ਨਾਨ ਟੈਕਨੀਕਲ ਵੀ ਹੁੰਦੇ ਆ ਤੇ ਕੋਰਸ ਉਹਨਾਂ ਦਾ ਕੋਰਸ ਟੈਕਨੀਕਲ ਵੀ ਹੁੰਦਾ। ਜਿਹੜੇ ਰੇਜ਼ ਹੈ ਨਾ ਆਪਾਂ ਇਸ ਪ੍ਰੈਜੈਂਟੇਸ਼ਨ ਤੋਂ ਬਾਅਦ ਲਵਾਂਗੇ ਤੇ ਆਈ ਵਿਲ ਬੀ ਆਨਸਰਿੰਗ ਯੂਰ ਕੁਐਸਚਨਸ। ਠੀਕ ਹੈ, ITI ਸਰਟੀਫਿਕੇਸ਼ਨ ਜਿਹੜੀ ਨਾਨ ਟੈਕਨੀਕਲ ਹੈ ਮਤਲਬ ਇਹਦੇ ਅੰਦਰ ਟੈਕਨੀਕੈਲਿਟੀਜ਼ ਬਹੁਤ ਘੱਟ ਹੁੰਦੀਆਂ, ਜਿੱਦਾਂ ਕਿ ਬੇਕਰ, ਫੂਡ ਪ੍ਰੋਡਕਸ਼ਨ ਤੇ ਸਟਿਚਿੰਗ ਅਸੀਂ ਕਹਿ ਸਕਦੇ ਹਾਂ ਇਹਦੇ ਵਿੱਚ ਟੈਕਨੀਕੈਲਿਟੀਜ਼ ਬਹੁਤ ਘੱਟ ਨੇ। ਨੈਕਸਟ ਆਪਣਾ ਆ ਗਿਆ ਟੈਕਨੀਕਲ ITI ਕੋਰਸਿਸ, ਰਾਈਟ। ਉਹਦੇ ਚ ਆਪਾਂ ਕੀ ਕਰ ਸਕਦੇ ਹਾਂ, ਕੰਪਿਊਟਰ ਹਾਰਡਵੇਅਰ, ਇਲੈਕਟ੍ਰੀਸ਼ੀਅਨ। ਆਪਣੇ ਕੋਲ ਕੋਰਸਿਸ ਸਿਰਫ ਇੰਨੇ ਨਹੀਂ ਹੈ, ਇਹ ਸਿਰਫ ਐਗਜ਼ਾਮਪਲਸ ਹੈ ਕਿ ਤੁਸੀਂ ਟੈਕਨੀਕੈਲਿਟੀ ਕਿਹੜੇ ਕੋਰਸਿਸ ਕਰ ਸਕਦੇ ਹੋ। ਤੁਸੀਂ ਮਸ਼ੀਨ ਲਰਨਿੰਗ ਕਰ ਸਕਦੇ ਹੋ, ਜਿੱਦਾਂ ਅਸੀਂ ਫੈਕਟਰੀਜ਼ ਚ ਜਾਂਦੇ ਹਾਂ ਸਾਡੇ ਕੋਲ ਮਸ਼ੀਨਰੀ ਹੁੰਦੀ ਹੈ ਬਟ ਸਾਨੂੰ ਪਤਾ ਨਹੀਂ ਹੁੰਦਾ ਆਪਰੇਟ ਕਿਵੇਂ ਹੁੰਦੀ ਆ ਉਹਦੇ ਲਈ ਸਾਡੀ ਸਿਰਫ ਡਿਗਰੀ ਲੈਣੀ ਜ਼ਰੂਰੀ ਨਹੀਂ, ਆਪਾਂ ਉਸ ਚੀਜ਼ ਦਾ ITI ਕੋਰਸ ਕਰ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਲੈਫਟ ਸਾਈਡ ਵੱਲ ਦੇਖੀਏ, ਲੈਫਟ ਹੈਂਡ ਸਾਈਡ ਵੱਲ ਸਾਡੇ ਕੋਲ ਯੈਲੋ ਤੋਂ ਔਰੇਂਜ ਵਿੱਚ ਡਿਪਲੋਮਾ ਕੋਰਸਿਸ ਨੇ। ਡਿਪਲੋਮਾ ਕੋਰਸਿਸ ਵੀ ਦੋ ਟਾਈਪਸ ਹੁੰਦੇ ਆ, ਇੱਕ ਹੋ ਗਏ ਵੋਕੇਸ਼ਨਲ ਟ੍ਰੇਨਿੰਗ ਕੋਰਸਿਸ ਤੇ ਉਸ ਤੋਂ ਬਾਅਦ ਹੋ ਗਏ ਇੰਜੀਨੀਅਰਿੰਗ ਕੋਰਸਿਸ। ਹੁਣ ਵੋਕੇਸ਼ਨਲ ਟ੍ਰੇਨਿੰਗ ਕੋਰਸਿਸ ਸਾਡੇ ਗ੍ਰਾਫਿਕਸ ਐਂਡ ਮਲਟੀਮੀਡੀਆ ਆ ਜਾਂਦਾ, ਰਾਈਟ। ਗ੍ਰਾਫਿਕਸ ਮਲਟੀਮੀਡੀਆ ਤੁਹਾਡੇ ਉਹ ਕ੍ਰੀਏਟੀਵਿਟੀ ਵੱਲ ਜਾਂਦਾ ਤਾਂ ਉਹਨੂੰ ਵੋਕੇਸ਼ਨਲ ਕੋਰਸਿਸ ਕਹਿ ਸਕਦੇ। ਤੇ ਜਿਹੜੇ ਇੰਜੀਨੀਅਰਿੰਗ ਕੋਰਸਿਸ ਹੁੰਦੇ ਆ, ਜਿਹੜੀ ਤੁਹਾਡੀ ਇੰਜੀਨੀਅਰਿੰਗ ਦੀ ਬ੍ਰਾਂਚਸ ਹੁੰਦੀਆਂ ਉਹਦੇ ਰਿਲੇਟਡ ਹੁੰਦੇ ਆ। ਤੁਸੀਂ ਅਗਰ ਪਲਾਨ ਕਰ ਰਹੇ ਹੋ ਕਿ ਮੈਂ +2 ਤੋਂ ਬਾਅਦ ਮੈਂ ਇੰਜੀਨੀਅਰਿੰਗ ਵੱਲ ਜਾਣਾ, ਰਾਈਟ, ਤੁਸੀਂ ਇੰਜੀਨੀਅਰਿੰਗ ਵੱਲ ਜਾਣਾ ਤੇ ਤੁਸੀਂ ਸਿਵਲ ਇੰਜੀਨੀਅਰਿੰਗ ਕਰਨੀ ਹੈ, ਇਲੈਕਟ੍ਰੀਕਲ ਕਰਨੀ ਹੈ, ਕੰਪਿਊਟਰ ਸਾਇੰਸ ਕਰਨੀ ਹੈ, ਮਕੈਨੀਕਲ ਕਰਨੀ ਹੈ, ਉਹਦੇ ਰਿਲੇਟਡ ਡਿਪਲੋਮਾ ਕੋਰਸਿਸ ਵੀ ਹੁੰਦੇ ਨੇ। ਇਹਦੇ ਲਈ ਇੱਕ ਐਗਜ਼ਾਮ ਹੁੰਦਾ ਹੈ JET एग्जाम इज फॉर डिप्लोमा। सारे नोट कर लो, JET एग्जाम ਹੁੰਦਾ ਜੋ ਕਿ ਡਿਪਲੋਮਾ ਵੱਲ ਹੁੰਦਾ। ਉਹਦੇ ਚ ਕੀ ਹੁੰਦਾ ਕਿ ਤੁਸੀਂ ਅਗਰ ਸੋਚ ਰਹੇ ਹੋ ਕਿ ਮੈਂ ਸਿਵਲ ਇੰਜੀਨੀਅਰਿੰਗ ਕਰਨੀ ਹੈ ਤੇ ਤੁਹਾਡੇ ਕੋਲ ਪਹਿਲਾਂ ਹੀ ਉਹਦੀ ਪ੍ਰਾਇਰ ਨੌਲੇਜ ਹੋਏਗੀ, ਤੁਹਾਡੇ ਕੋਲ ਪਹਿਲਾਂ ਹੀ ਨੌਲੇਜ ਹੋਏਗੀ ਉਹਦੀ ਕਿ ਮੈਂ ਡਿਪਲੋਮਾ ਚ ਕੀ ਚੀਜ਼ ਕਰ ਸਕਦਾ। ਉਹਦੇ ਲਈ ਤੁਹਾਨੂੰ +1 +2 ਨਹੀਂ ਪਰਸਿਊ ਕਰਨੀ ਪਏਗੀ। ਠੀਕ ਹੈ, ਆਪਣੀ +1 +2 2 ਇਅਰਸ ਹੁੰਦੀ ਹੈ। ਉਹਦੇ ਆਪਾਂ ਡਿਪਲੋਮਾ ਕੋਰਸਿਸ ਜਦੋਂ ਅਸੀਂ ਪਰਸਿਊ ਕਰਦੇ ਹਾਂ 3 ਈਅਰ ਕੋਰਸਿਸ ਹੁੰਦੇ ਆ ਸਾਰੇ। ਡਿਪਲੋਮਾ ਕੋਰਸਿਸ ਨਾਰਮਲੀ 3 ਈਅਰ ਹੁੰਦੇ ਇੰਜੀਨੀਅਰਿੰਗ ਕੋਰਸਿਸ। ਉਹਦਾ ਤੁਹਾਡਾ ਬੈਨੀਫਿਟ ਕੀ ਹੁੰਦਾ ਹੈ ਉਹ ਅਸੀਂ ਅਗਲੀ ਸਲਾਈਡਸ ਪੜਾਂਗੇ।
ਪਹਿਲਾ ਚੀਜ਼ ਅਸੀਂ ਅੱਗੇ ਆ ਦੇਖੀਏ ਕਿ what you should do। ਤੁਹਾਨੂੰ ਸਾਰੀ ਚੀਜ਼ਾਂ ਸਿਲੈਕਟ ਕਰਨ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ? ਪਹਿਲਾਂ ਤਾਂ ਤੁਸੀਂ ਆਪਣੀ ਸਟਰੈਂਥ ਤੇ ਵੀਕਨੈਸ ਨੋਟ ਡਾਊਨ ਕਰ ਲੈਣੀ ਹੈ, ਠੀਕ ਹੈ? ਕਿ ਸਟਰੈਂਥਸ ਐਂਡ ਵੀਕਨੈਸ ਇਦਾਂ ਨਹੀਂ ਕਿ ਤੁਸੀਂ ਰਨਿੰਗ ਜ਼ਿਆਦਾ ਤੇਜ਼ ਕਰ ਲੈਂਦੇ ਹੋ ਜਾਂ ਤੁਸੀਂ ਖਾਣਾ ਅੱਛਾ ਬਣਾ ਲੈਂਦੇ ਹੋ। ਉਦਾਂ ਨਹੀਂ, ਮੈਂ ਕਹਿ ਰਿਹਾ ਕਿ ਜਿੱਦਾਂ ਤੁਸੀਂ ਸਟਰੈਂਥ ਐਂਡ ਵੀਕਨੈਸ ਤੁਹਾਡੀ ਐਜੂਕੇਸ਼ਨ ਦੀ, ਕਿ ਤੁਸੀਂ ਮੈਥਸ ਅੱਛੇ ਹੋ, ਪੰਜਾਬੀ 'ਚ ਨਹੀਂ ਅੱਛੇ, ਤੁਹਾਡੀ ਲੈਂਗੁਏਜਸ ਅੱਛੀ ਨਹੀਂ ਹੈ, ਠੀਕ ਹੈ? ਤੁਹਾਡੀ ਫਿਜ਼ਿਕਸ ਅੱਛੀ ਹੈ, ਤੁਹਾਨੂੰ ਬਾਇਓਲੋਜੀ 'ਚ ਇੰਟਰਸਟ ਹੈ ਬਟ ਤੁਹਾਨੂੰ ਕੈਮਿਸਟਰੀ 'ਚ ਇੰਟਰਸਟ ਹੈ। ਕੈਮਿਸਟਰੀ ਵੀ 2 ਟਾਈਪਸ ਹੁੰਦੀ ਹੈ, ਤੁਹਾਨੂੰ ਕਈ ਚੈਪਟਰ ਅੱਛੇ ਲੱਗਦੇ, ਕਈ ਨਹੀਂ ਅੱਛੇ ਲੱਗਦੇ। ਸੋ ਉਹ ਚੀਜ਼ ਵੀ ਨੋਟ ਡਾਊਨ ਕਰੋ। ਨੋਟ ਡਾਊਨ what distracts you the most। ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਡਿਸਟਰੈਕਟ ਕਰ ਰਹੀ ਹੈ? ਕਈ ਵਾਰੀ ਹੁੰਦਾ ਕਿ ਸਾਨੂੰ ਟੀਵੀ ਬਹੁਤ ਡਿਸਟਰੈਕਟ ਕਰਦਾ, ਸਾਡਾ ਫੋਨ ਬਹੁਤ ਡਿਸਟਰੈਕਟ ਕਰਦਾ, ਠੀਕ ਹੈ? ਜਾਂ ਸਾਡੇ ਫਰੈਂਡਸ ਬਹੁਤ ਡਿਸਟਰੈਕਟ ਕਰਦੇ ਆ ਸਾਨੂੰ। ਉਹ ਚੀਜ਼ ਆਪਾਂ ਨੋਟ ਡਾਊਨ ਕਰ ਲੈਣੀ ਹੈ ਕਿ ਤੁਹਾਨੂੰ ਡਿਸਟਰੈਕਟ ਕਿਹੜੀ ਚੀਜ਼ ਕਰ। ਨੋਟ ਡਾਊਨ ਬੈਸਟ ਆਵਰਸ ਆਫ ਯੋਰ ਪ੍ਰੋਡਕਟਿਵਿਟੀ। ਆਪਣੇ ਬੈਸਟ ਆਵਰਸ ਪ੍ਰੋਡਕਟਿਵਿਟੀ ਤੇ ਆਪਾਂ ਨੋਟ ਡਾਊਨ ਕਰ ਲੈਣੇ ਕਿ ਤੁਸੀਂ ਜਦੋਂ ਪੜ੍ਹਨ ਲੱਗਦੇ ਹੋ ਤੁਹਾਡਾ ਸਭ ਤੋਂ ਜ਼ਿਆਦਾ ਮਨ ਪੜ੍ਹਨ 'ਚ ਕਿਹੜੇ ਘੰਟਿਆਂ 'ਚ ਲੱਗਦਾ? ਕਈਆਂ ਨੂੰ ਸ਼ਾਮ 'ਚ ਅੱਛਾ ਲੱਗਦਾ ਪੜ੍ਹਨ 'ਚ, ਕਈ ਸਵੇਰੇ ਉੱਠ ਕੇ ਬੜਾ ਅੱਛੀ ਤਰ੍ਹਾਂ ਪੜ੍ਹ ਲੈਂਦੇ ਆ, ਕਈ ਰਾਤ ਤੱਕ ਜਾਗ ਕੇ ਪੜ੍ਹਦੇ ਆ। ਤੁਸੀਂ ਆਪਣਾ ਬੈਸਟ ਦੱਸਣਾ ਕਿ ਤੁਸੀਂ ਜਦੋਂ ਪੜ੍ਹ ਰਹੇ ਹੋ ਤੁਹਾਨੂੰ ਬੈਸਟ ਕਿਹਦੇ ਵਿੱਚ ਫੀਲ ਹੋ ਰਿਹਾ ਕਿ ਮੈਂ ਇਹ ਵਾਲੇ ਘੰਟਿਆਂ 'ਚ ਅਗਰ ਮੈਂ ਪੜ੍ਹਦਾ ਤੇ ਮੈਂ ਸਭ ਤੋਂ ਜ਼ਿਆਦਾ ਗੇਨ ਕਰਦਾ, ਠੀਕ ਹੈ? ਨੈਕਸਟ ਕੀ ਹੈ? ਨੋਟ ਡਾਊਨ ਦ ਥਿੰਗਸ ਦੈਟ ਯੂ ਐਸਪਾਇਰ ਟੂ ਡੂ। ਜੇ ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ ਜਾਂ ਤੁਸੀਂ ਕੁਝ ਰਾਈਟਰ ਬਣਨਾ ਚਾਹੁੰਦੇ ਹੋ ਤੇ ਤੁਸੀਂ ਉਹ ਚੀਜ਼ ਨੋਟ ਡਾਊਨ ਕਰੋ ਕਿ ਮੈਂ ਕੀ ਬਣਨਾ ਚਾਹੁੰਦਾ, ਤੁਸੀਂ ਐਸਪਾਇਰ ਕੀ ਕਰਨਾ ਚਾਹੁੰਦੇ ਹੋ। ਲਾਸਟ ਥਿੰਗ ਕੀ ਹੈ? ਨੋਟ ਡਾਊਨ ਯੋਰ ਵਿਸ਼ ਲਿਸਟ। ਵਿਸ਼ ਲਿਸਟ ਕੀ ਹੈ? ਤੁਹਾਡੀ ਸੈਕੰਡਰੀ ਚੀਜ਼ ਹੈ। ਪ੍ਰਾਇਮਰੀ ਚੀਜ਼ ਕੀ ਹੈ ਕਿ ਤੁਸੀਂ ਐਸਪੀਰੇਸ਼ਨ ਕੀ ਹੈ, ਤੁਹਾਡਾ ਗੋਲ ਕੀ ਹੈ, ਕਿ ਤੁਸੀਂ ਕੀ ਚੀਜ਼ ਬਣਨਾ ਚਾਹੁੰਦੇ ਹੋ। ਜਦੋਂ ਤੁਸੀਂ ਉਹ ਚੀਜ਼ ਬਣ ਜਾਓਗੇ ਤੇ ਤੁਹਾਡੀ ਉਹ ਵਿਸ਼ ਲਿਸਟ ਆਪਣੇ ਆਪ ਫੁੱਲਫਿਲ ਹੁੰਦੀ ਸ਼ੁਰੂ ਹੋ ਜਾਏਗੀ। ਤੁਸੀਂ ਆਪਣੀ ਵਿਸ਼ ਲਿਸਟ ਬਣਾ ਲਓ ਕਿ ਮੈਂ ਇੱਥੇ ਘੁੰਮਣਾ ਚਾਹੁੰਦਾ, ਮੈਂ ਮਾਊਂਟ ਐਵਰੈਸਟ ਤੇ ਚੜ੍ਹਨਾ ਚਾਹੁੰਦਾ, ਮੈਂ ਇਹ ਵਾਲੀ ਕੰਟਰੀ ਜਾਣਾ ਚਾਹੁੰਦਾ, ਮੈਂ ਇੱਥੇ ਐਜੂਕੇਸ਼ਨ ਕਰਨਾ ਚਾਹੁੰਦਾ, ਮੈਂ ਬੀਚ ਤੇ ਜਾਣਾ ਚਾਹੁੰਦਾ, ਮੈਂ ਸਕਾਈ ਡਾਈਵਿੰਗ ਕਰਨਾ ਚਾਹੁੰਦਾ, ਠੀਕ ਹੈ? ਮੈਂ ਸਮਾਜ ਦੀ ਸੇਵਾ ਕਰਨਾ ਚਾਹੁੰਦਾ, ਠੀਕ ਹੈ? ਇਹ ਚੀਜ਼ਾਂ ਤੁਹਾਡੀ ਐਸਪੀਰੇਸ਼ਨ ਤੋਂ ਬਾਅਦ ਆਣਗੀਆਂ। ਛੋਟੀ ਚੀਜ਼ ਵੀ ਉਹਨੂੰ ਨੋਟ ਡਾਊਨ ਕਰੀਏ, ਆਪਾਂ ਹਰ ਚੀਜ਼ ਨੋਟ ਡਾਊਨ ਕਰੀਏ ਕਿ ਮੈਂ ਅੱਜ ਜਿਹੜੀ ਚੀਜ਼ ਕਰਨੀ ਹੈ ਉਹ ਚੀਜ਼ ਵੀ ਨੋਟ ਡਾਊਨ ਕਰੀਏ। ਕੱਲ ਮੈਂ ਇਹ ਚੀਜ਼ ਅਚੀਵ ਕਰਨੀ ਹੈ, ਕੱਲ ਮੈਂ ਸਾਈਕਲਿੰਗ 10 ਕਿਲੋਮੀਟਰ ਕਰਨੀ ਹੈ, ਮੈਂ ਉਹਨੂੰ ਨੋਟ ਡਾਊਨ ਕਰਾਂ। ਜੇ ਮੈਂ ਉਹਨੂੰ ਕਰ ਲੈਣਾ ਤੇ ਮੈਂ ਉਹਨੂੰ ਟਿਕ ਕਰੂੰਗਾ, ਰਾਈਟ? ਆਪਾਂ ਨੈਕਸਟ ਸਲਾਈਡ ਵੱਲ ਜਾਂਦੇ ਹਾਂ। ਹਾਊ ਟੂ ਚੂਜ਼ ਯੋਰ ਸਟਰੀਮਸ। ਆਪਾਂ ਹੁਣ ਸਟਰੀਮਸ ਕਿਵੇਂ ਚੂਜ਼ ਕਰੀਏ? ਆਪਾਂ ਬਹੁਤ ਵਾਰੀ ਦੇਖਿਆ ਹੋਇਆ ਕਿ ਅਸੀਂ ਕੋਈ ਚੀਜ਼ ਕਰਦੇ ਹਾਂ ਨਾ, ਕੋਈ ਵੀ ਆਪਾਂ ਸਬਜੈਕਟ ਅਸੀਂ ਲਈਏ, ਉਹਨੂੰ ਕਰਨ ਦੇ 3 ਤਰੀਕੇ ਹੋ ਸਕਦੇ ਆ। ਕਿ ਤੁਸੀਂ ਅਗਰ ਮੰਨ ਲਓ ਮੈਂ ਮੈਥਸ ਵਿੱਚ ਅੱਛਾ, ਰਾਈਟ? ਮੈਂ ਮੈਥਸ ਬਹੁਤ ਅੱਛੀ ਤਰ੍ਹਾਂ ਕਰ ਲੈਂਦਾ ਕਿ ਮੈਨੂੰ ਅਗਰ ਕੋਈ ਕੁਐਸਚਨ ਦਿੰਦੇ ਆ ਮੈਂ ਬੜੀ ਈਜ਼ੀਲੀ ਸੋਲਵ ਕਰ ਰਿਹਾ। ਮੈਂ ਆਪਣੀ ਅਗਰ ਗੱਲ ਦੱਸਾਂ ਕਿ ਮੈਨੂੰ ਥਿੰਗਸ ਦੈਟ ਮੇਕ ਯੂ ਹੈਪੀ, ਮੈਨੂੰ ਕਿਹੜੀ ਚੀਜ਼ ਜ਼ਿਆਦਾ ਖੁਸ਼ ਕਰ ਰਹੀ ਹੈ, ਮੈਂ ਉਹਨੂੰ ਕਹੂੰਗਾ ਕਿ ਮੈਨੂੰ ਹਾਂ ਸਪੋਰਟਸ ਜ਼ਿਆਦਾ ਖੁਸ਼ ਕਰ ਰਿਹਾ, ਜਾਂ ਮੈਂ ਕਹੂੰਗਾ ਕਿ ਮੈਨੂੰ ਡਰਾਇੰਗ ਕਰਨਾ ਜ਼ਿਆਦਾ ਖੁਸ਼ ਕਰ ਰਿਹਾ, ਠੀਕ ਹੈ? ਤੇ ਕਈ ਚੀਜ਼ਾਂ ਇਦਾਂ ਦੀ ਹੁੰਦੀਆਂ ਕਿ ਥਿੰਗਸ ਦੈਟ ਕੈਨ ਫੈਚ ਯੂ ਮਨੀ, ਮਤਲਬ ਜਿਹੜੀ ਚੀਜ਼ ਤੁਹਾਨੂੰ ਬਿਜ਼ਨਸ ਪਰਸਪੈਕਟਿਵ ਤੋਂ ਡਾਇਰੈਕਟ ਕਰ ਸਕਦੀ ਹੈ, ਜਿਹੜੀ ਚੀਜ਼ ਤੁਹਾਨੂੰ ਪੈਸੇ ਲੈ ਕੇ ਆ ਸਕਦੀ ਹੈ। ਜੇ ਤੁਸੀਂ ਬੱਚਿਆਂ ਨੂੰ ਪੜ੍ਹਾ ਸਕਦੇ ਹੋ ਤੇ ਤੁਹਾਨੂੰ ਪੈਸੇ ਲੈ ਕੇ ਆ ਰਿਹਾ, ਠੀਕ ਹੈ? ਜੇ ਤੁਸੀਂ ਅੱਛੇ ਰਾਈਟਰ ਹੋ, ਰਾਈਟਿੰਗ ਅੱਛੀ ਕਰ ਰਹੇ ਹੋ, ਤੁਹਾਨੂੰ ਉਹ ਚੀਜ਼ ਅਗਰ ਪੈਸੇ ਲੈ ਕੇ ਆ ਰਹੀ ਹੈ ਤੇ ਤੁਹਾਡੀ ਉਹ ਚੀਜ਼ ਹੈ ਜੋ ਤੁਹਾਨੂੰ ਮਨੀ ਜਾਂ ਤੁਹਾਡੇ ਫਾਈਨੈਂਸਿਸ ਨੂੰ ਫੁੱਲਫਿਲ ਕਰ ਸਕਦੀ ਹੈ। ਸੋ ਆਪਾਂ ਸਟਰੀਮਸ ਕਿਵੇਂ ਚੂਜ਼ ਕਰਨੀ ਹੈ? ਇਹਦੇ 'ਚ ਆਪਾਂ ਨੂੰ ਇਹਨਾਂ ਤਿੰਨਾਂ ਚੀਜ਼ਾਂ ਦਾ ਇੱਕ ਮਿਕਸਚਰ ਲੱਭਣਾ ਪੈਣਾ ਕਿ ਇਹ 3 ਚੀਜ਼ ਮੈਨੂੰ ਕਿਸ ਚੀਜ਼ ਵਿੱਚ ਅੱਛੀ ਤਰ੍ਹਾਂ ਆਉਂਦੀਆਂ ਨੇ। ਮੈਨੂੰ ਉਹ ਚੀਜ਼ ਲੱਭਣੀ ਪੈਣੀ ਹੈ ਜਿਹਦੇ 'ਚ ਮੈਂ ਅੱਛਾ ਵੀ ਹਾਂ, ਜੋ ਚੀਜ਼ ਮੈਂ ਜਲਦੀ ਵੀ ਕਰ ਲੈਂਦਾ, ਜਿਹੜੀ ਚੀਜ਼ ਮੈਨੂੰ ਖੁਸ਼ ਕਰਦੀ ਹੈ। ਕਿ ਮੈਨੂੰ ਮੰਨ ਲਓ ਕਿ ਮੈਂ ਆਪਣੀ ਰਾਈਟਿੰਗ ਹੈ, ਮੈਂ ਰਾਈਟਿੰਗ ਬਹੁਤ ਅੱਛਾ, ਹੁਣ ਰਾਈਟਿੰਗ ਮੈਨੂੰ ਖੁਸ਼ ਵੀ ਕਰਦੀ ਹੈ ਤੇ ਰਾਈਟਿੰਗ ਮੈਨੂੰ ਮਨੀ ਵੀ ਫੈਚ ਕਰ ਰਹੀ ਹੈ। ਮੈਂ ਪਰਸਨਲੀ ਕੰਟੈਂਟ ਰਾਈਟਰ ਹਾਂ, ਮੈਂ ਬਲੌਗਸ ਲਿਖਦਾ ਕੰਪਨੀਜ਼ ਲਈ, ਤੋ ਮੈਂ ਉਹਦੇ ਵਿੱਚ ਅੱਛਾ, ਮੈਨੂੰ ਲਿਖਣਾ ਬਹੁਤ ਅੱਛਾ ਲੱਗਦਾ, ਮੈਨੂੰ ਉਹ ਚੀਜ਼ ਖੁਸ਼ ਕਰ ਰਹੀ ਹੈ ਤੇ ਉਹ ਮੈਨੂੰ ਪੈਸੇ ਵੀ ਕਮਾ ਕੇ ਦੇ ਰਹੀ ਹੈ। ਹੁਣ ਇਹ ਮੇਰੇ ਲਈ ਮਤਲਬ ਇੰਨੇ ਪੈਸੇ ਨਹੀਂ ਕਮਾ ਕੇ ਦੇ ਰਹੀ, ਬਟ ਉਹ ਚੀਜ਼ ਨੇ ਸਟਾਰਟ ਕਰਤਾ ਤੇ ਮੈਂ ਉਸ ਚੀਜ਼ ਵਿੱਚ ਅੱਛਾ ਹਾਂ। ਤੇ ਆਪਾਂ ਨੂੰ ਏਦਾਂ ਹੀ ਹਰ ਕਿਸੇ ਨੂੰ ਆਪਣੀ ਤਿੰਨੋਂ ਚੀਜ਼ਾਂ ਦਾ ਮਿਕਸਚਰ ਲੱਭਣਾ ਪੈਣਾ ਤਾਂ ਸਾਡੀ ਸਟਰੀਮ ਚੂਜ਼ ਹੋਏਗੀ, ਰਾਈਟ? ਆਪਾਂ ਹੁਣ ਨੈਕਸਟ ਸਲਾਈਡ ਵੱਲ ਚੱਲੀਏ। ਆਪਣੇ ਕੋਲ ਮੇਜਰ 2 ਆਪਸ਼ਨਸ ਕੀ ਰਹਿੰਦੀਆਂ 10th ਤੋਂ ਬਾਅਦ? ਓਨਲੀ ਫॉर PCM ਸਟੂਡੈਂਟਸ ਦੱਸ ਰਹੇ ਹਾਂ ਕਿ ਜਿਨ੍ਹਾਂ ਨੇ ਫਿਜ਼ਿਕਸ, ਕੈਮਿਸਟਰੀ, ਮੈਥਸ ਚੂਜ਼ ਕਰਨੀ ਹੈ, ਰਾਈਟ? ਜਾਂ ਤੁਸੀਂ ਮਤਲਬ ਮੇਨਲੀ ਇਹ ਚੀਜ਼ ਹੈ, ਇਹ ਚੀਜ਼ ਸਾਰਿਆਂ ਤੇ ਇੰਪਲੀਮੈਂਟ ਹੋ ਜਾਂਦੀ ਹੈ। ਐਗਜ਼ਾਮਪਲ ਮੈਂ PCM ਸਟੂਡੈਂਟਸ ਲਈ ਦਿੱਤਾ ਕਿ ਜਿਹੜੇ
ਫਿਜ਼ਿਕਸ ਕੈਮਿਸਟਰੀ ਮੈਥਸ ਵੱਲ ਅੱਗੇ ਜਾਣਾ ਚਾਹੁੰਦੇ ਹੋ, ਰਾਈਟ। ਆਪਣੇ ਕੋਲ ਪੋਸਟ ਮੈਟ੍ਰਿਕ ਮਤਲਬ 10th +1 +1 +2 ਤੇ ਡਿਪਲੋਮਾ ITI। ਹੁਣ ਇਹਦੇ ਤਿੰਨਾਂ ਦੇ ਮੈਂ ਫਾਇਦੇ ਦੱਸੇ ਹੋਏ ਆ, ਤੁਸੀਂ ਕਿਹੜੇ ਫਾਇਦਿਆਂ ਵੱਲ, ਹੁਣ ਦੋਨੋਂ ਚੀਜ਼ਾਂ ਦੇ ਫਾਇਦੇ ਵੀ ਹੁੰਦੇ ਆ, ਨੁਕਸਾਨ ਵੀ ਹੁੰਦੇ ਆ। ਹੁਣ ਜਿਹੜਾ ਫਾਇਦਾ ਉਹਦਾ ਨੁਕਸਾਨ ਹੈ, ਜਿਹੜਾ ਫਾਇਦਾ ਡਿਪਲੋਮਾ ਦਾ ਉਹ ਪੋਸਟ ਮੈਟ੍ਰਿਕ ਦਾ ਨੁਕਸਾਨ ਹੈ, ਰਾਈਟ। ਹੁਣ ਜਦੋਂ ਅਸੀਂ +1 +2 ਕਰਾਂਗੇ ਸਾਡੇ ਬੇਸਿਕਸ ਬਹੁਤ ਸਟਰੋਂਗ ਹੋ ਜਾਣਗੇ। ਬੇਸਿਕ ਸਟਰੋਂਗ ਕਿਵੇਂ ਕਿ ਤੁਹਾਨੂੰ ਜਿਹੜੀ ਚੀਜ਼ ਥਿਊਰੀਜ਼ ਹੁੰਦੀਆਂ ਤੇ ਤੁਹਾਡੇ ਡੈਰੀਵੇਸ਼ਨਸ ਹੁੰਦੀਆਂ ਉਹ ਤੁਹਾਨੂੰ ਪੋਸਟ ਮੈਟ੍ਰਿਕ +1 +2 ਚ ਕਰਾਈਆਂ ਜਾਂਦੀਆਂ, ਡਿਪਲੋਮਾ ITI ਚ ਨਹੀਂ ਕਰਾਈਆਂ ਜਾਂਦੀਆਂ ਇਹ ਚੀਜ਼। ਤੁਹਾਨੂੰ ਸੈਕੰਡ ਚੀਜ਼ ਕੀ ਅੱਛਾ ਹੋਏਗਾ ਕਿ ਤੁਹਾਡੇ ਸਕੂਲ ਦਾ ਐਕਸਪੋਜ਼ਰ ਮਿਲੇਗਾ। ਤੁਹਾਨੂੰ ਸਕੂਲ ਲਾਈਫ ਅਗਰ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ, ਤੁਹਾਨੂੰ ਸਕੂਲ ਲਾਈਫ ਅੱਛੀ ਲੱਗਦੀ ਹੈ ਤੇ ਤੁਹਾਨੂੰ ਲੱਗਦਾ ਕਿ ਮੈਂ ਇਹਦੇ ਵਿੱਚ ਗਰੋ ਕਰ ਰਿਹਾ, ਤੇ ਤੁਹਾਨੂੰ ਸਕੂਲ ਦਾ ਐਕਸਪੋਜ਼ਰ ਜ਼ਰੂਰ ਮਿਲੇਗਾ। ਥਰਡ ਚੀਜ਼ ਤੁਹਾਨੂੰ ਡਿਸਪਲਿਨ ਟਾਈਮ ਮਿਲੇਗਾ। ਹੁਣ ਡਿਪਲੋਮਾ ITI ਕਾਲਜਸ ਚ ਹੁੰਦੇ ਆ ਮੇਨਲੀ, ਠੀਕ ਹੈ, ਤੇ ਕਾਲਜ ਦਾ এনवायरमेंट ਤੇ ਸਕੂਲ ਦਾ এনवायरमेंट ਬਹੁਤ ਡਿਫਰੈਂਟ ਹੁੰਦਾ। ਤੁਹਾਨੂੰ ਫਰੀडम ਜ਼ਿਆਦਾ ਹੁੰਦੀ ਹੈ, ਤੁਹਾਨੂੰ ਕਲਾਸਿਸ ਅਟੈਂਡ ਕਰਨ ਤੇ ਤੁਹਾਡੇ ਬੰਦਿਸ਼ ਨਹੀਂ ਹੁੰਦੀ ਇੰਨੀ ਜ਼ਿਆਦਾ, ਤੁਸੀਂ ਕੋਈ ਕਲਾਸ ਲਗਾ ਸਕਦੇ ਹੋ, ਕੋਈ ਚੀਜ਼ ਨਹੀਂ ਲਗਾ ਸਕਦੇ। ਬਟ ਆਪਣੇ ਸਕੂਲ ਚ ਕੀ ਹੁੰਦਾ, ਡਿਸਪਲਿਨ ਟਾਈਮ ਟੇਬਲ ਹੁੰਦਾ, ਯੂ ਨੀਡ ਟੂ ਅਟੈਂਡ ਆਲ ਦ ਕਲਾਸਿਸ, there is no way out that you can't attend the classes, right? So ਇਹ ਚੀਜ਼ ਤਿੰਨ ਪੋਸਟ ਮੈਟ੍ਰਿਕ ਚ ਹੋ ਗਈਆਂ। ਹੁਣ ਡਿਪਲੋਮਾ ਚ ਕੀ ਹੈ, ਸਾਡੀ ਪ੍ਰੈਕਟੀਕਲ ਨੌਲੇਜ ਇੰਕਰੀਜ਼ ਹੋਏਗੀ। ਡਿਪਲੋਮਾ ITI ਤੁਸੀਂ ਸਰਵਿਸ ਕਰਦੇ ਹੋ, ਤੁਸੀਂ ਮਸ਼ੀਨਰੀ ਚ ਵਰਕ ਕਰਦੇ ਹੋ, ਤੁਸੀਂ ਇੰਡਸਟਰੀਅਲ ਏਰੀਆਜ਼ ਚ ਜਾਂਦੇ ਹੋ। ਤੁਹਾਨੂੰ ਜਿੱਦਾਂ ਤੁਸੀਂ ਡਿਪਲੋਮਾ ਕਿਸੇ ਵੋਕੇਸ਼ਨਲ ਟ੍ਰੇਨਿੰਗ ਦਾ ਵੀ ਕਰ ਰਹੇ ਹੋ, ਫੂਡ ਦਾ ਡਿਪਲੋਮਾ ਕਰ ਰਹੇ ਹੋ। ਪੋਸਟ ਮੈਟ੍ਰਿਕ ਚ ਅਗਰ ਤੁਸੀਂ ਆਰਟਸ ਉਸ ਚੀਜ਼ ਦੀ ਲਓਗੇ, ਤੁਹਾਨੂੰ ਉਸ ਚੀਜ਼ ਦੀ ਥਿਊਰੀ ਦੱਸੀ ਜਾਏਗੀ ਕਿ ਇਹ ਚੀਜ਼ ਹੋਣੀ ਕਿਵੇਂ, ਤੁਹਾਨੂੰ ਰਾਈਟਿੰਗ ਦੱਸਿਆ ਜਾਏਗਾ। ਬਟ ਡਿਪਲੋਮਾ ITI ਚ ਤੁਹਾਨੂੰ ਉਹ ਚੀਜ਼ ਕਰਾਈ ਜਾਏਗੀ। ਸੈਕੰਡ ਚੀਜ਼ ਕੀ ਹੈ, ਤੁਹਾਨੂੰ ਐਕਸਪੀਰੀਅੰਸ ਆ ਜਾਂਦਾ ਪ੍ਰੋਜੈਕਟ ਮੈਨੇਜਮੈਂਟ ਐਂਡ ਲੀਡਰਸ਼ਿਪ। ਹੁਣ ਪ੍ਰੋਜੈਕਟ ਮੈਨੇਜਮੈਂਟ ਤੇ ਲੀਡਰਸ਼ਿਪ ਹੈ ਕੀ, ਹੁਣ ਅਸੀਂ ਕਰੀਏ ਕਿ ਕੋਈ ਮਾਲ ਕੰਸਟਰਕਟ ਹੋ ਰਿਹਾ, ਠੀਕ ਹੈ। ਹੁਣ ਮਾਲ ਕੰਸਟਰਕਟ ਕੀ ਹੈ, ਉਹ ਇੱਕ ਪ੍ਰੋਜੈਕਟ ਹੈ, ਸਾਨੂੰ ਕਲਾਸ ਵਿੱਚ ਪ੍ਰੋਜੈਕਟ ਮਿਲਦੇ ਆ, ਉਹ ਵੱਡਾ ਪ੍ਰੋਜੈਕਟ ਹੈ ਇੱਕ ਸਾਡਾ ਕਿ ਅਸੀਂ ਮਾਲ ਕੰਸਟਰਕਟ ਕਰ ਰਹੇ ਹਾਂ। ਹੁਣ ਉਹ ਚੀਜ਼ ਨੂੰ ਮੈਨੇਜ ਕਰਨਾ ਸਾਡੇ ਵਿੱਚ ਉਹ ਐਕਸਪੀਰੀਅੰਸ ਆ ਜਾਂਦਾ ਕਿ ਤੁਹਾਨੂੰ ਪ੍ਰੋਜੈਕਟਸ ਦਿੱਤੇ ਜਾਂਦੇ ਆ ਕਿ ਤੁਸੀਂ ਇੱਕ ਸਾਈਕਲ ਤਿਆਰ ਕਰਨਾ, ਸਾਈਕਲ ਇਦਾਂ ਦਾ ਤਿਆਰ ਕਰਨਾ ਕਿ ਤੁਹਾਨੂੰ ਪੈਡਲ ਵੀ ਘੱਟ ਮਾਰਨਾ ਪਵੇ, ਲਾਈਟ ਵੇਟ ਹੋਵੇ, ਕੰਫਰਟੇਬਲ ਹੋਵੇ ਸਾਈਕਲ, ਤੇ ਉਹਦੇ ਲਈ ਤੁਹਾਡੀ ਟੀਮ ਵਰਕ ਕਰਦੀ ਹੈ। ਜੇ ਤੁਸੀਂ ਡਿਪਲੋਮਾ ਵਿੱਚ ਜਾਓਗੇ ਤੁਹਾਨੂੰ ਉਸ ਚੀਜ਼ ਦਾ ਐਕਸਪੋਜ਼ਰ ਮਿਲਦਾ ਕਿ ਤੁਸੀਂ ਪ੍ਰੋਜੈਕਟ ਨੂੰ ਮੈਨੇਜ ਕਿਵੇਂ ਕਰ ਸਕਦੇ ਹੋ, ਤੁਸੀਂ ਅੱਛੇ ਲੀਡਰ ਕਿਵੇਂ ਬਣ ਸਕਦੇ ਹੋ, ਠੀਕ ਹੈ। ਤੇ ਉਸ ਤੋਂ ਬਾਅਦ ਜਿਹੜੀ ਚੀਜ਼ ਥਰਡ ਚੀਜ਼ ਹੈ ਕਿ ਇਹ ਤੁਹਾਡੀ ਕਾਲਜ ਦੇ ਜਿਹੜੇ ਕਨਸੈਪਟਸ ਹੁੰਦੇ ਆ ਨਾ, ਉਹ ਤੁਸੀਂ ਅੰਡਰਸਟੈਂਡ ਬੜੀ ਈਜ਼ੀਲੀ ਕਰ ਲੈਂਦੇ ਹੋ। ਕਿ ਜਦੋਂ ਤੁਸੀਂ ਕਾਲਜ ਜਾਂਦੇ ਹੋ, ਕਾਲਜ ਹਾਫ ਤੋਂ ਵੀ ਜ਼ਿਆਦਾ ਤੁਹਾਡੀ ਪ੍ਰੈਕਟੀਕਲ ਨੌਲੇਜ ਕਾਊਂਟ ਹੁੰਦੀ ਹੈ। ਜਦੋਂ ਤੁਹਾਡੀ ਤੁਸੀਂ ਕੰਪਨੀਜ਼ ਵੱਲ ਵੀ ਜਾਂਦੇ ਹੋ, ਤੁਹਾਡੇ ਇੰਟਰਵਿਊਜ਼ ਹੁੰਦੇ ਆ, ਤਾਂ ਵੀ ਤੁਹਾਡੀ ਜਿਹੜੀ ਨੌਲੇਜ ਹੈ ਉਹ ਪ੍ਰੈਕਟੀਕਲ ਜ਼ਿਆਦਾ ਕਾਊਂਟ ਹੁੰਦੀ ਹੈ। ਤੇ ਉਹ ਸਾਡੀ ਕਾਲਜ ਕਿੱਦਾਂ ਮਿਲਦੀ ਹੈ, ਡਿਪਲੋਮਾ ਵਿੱਚ। ਬਟ ਕਾਲਜਿਸ ਵਿੱਚ ਮੈਥਸ ਕੰਪਲਸਰੀ ਹੁੰਦੀ ਹੈ ਸੈਕੰਡ ਈਅਰ ਤੱਕ। ਅਗਰ ਤੁਸੀਂ ਕਿਹੜੀ ਵੀ ਸਟਰੀਮ ਚੂਜ਼ ਕਰ ਰਹੇ ਹੋ, ਸੈਕੰਡ ਈਅਰ ਤੇ ਤੁਹਾਡੀ ਮੈਥਸ ਕੰਪਲਸਰੀ ਹੈ। ਤੇ ਅਗਰ ਉਸ ਚੀਜ਼ ਨੂੰ ਤੁਸੀਂ ਸਟਰੋਂਗ ਕਰਨਾ ਤੇ ਤੁਹਾਨੂੰ ਪੋਸਟ ਮੈਟ੍ਰਿਕ ਹੀ ਕਰਨੀ ਪਏਗੀ, ਨਹੀਂ ਤਾਂ ਤੁਹਾਨੂੰ ਕਨਸੈਪਟਸ ਬਹੁਤ ਘੱਟ ਆਣਗੇ ਉਸ ਚੀਜ਼ ਦੇ, ਡਿਫਰੈਂਸ਼ੀਏਸ਼ਨ, ਇੰਟੀਗ੍ਰੇਸ਼ਨ, ਇਹ ਇਦਾਂ ਦੇ ਕਨਸੈਪਟ ਬਹੁਤ ਤੁਹਾਨੂੰ ਟਾਈਮ ਲੱਗੇਗਾ ਇਹ ਚੀਜ਼ ਅੰਡਰਸਟੈਂਡ ਕਰਨ ਨੂੰ। ਆਪਾਂ ਨੈਕਸਟ ਵੱਲ ਚਲਦੇ ਹਾਂ, ਹਾਊ ਮਚ ਇੰਪੋਰਟੈਂਟ ਆਰ ਐਕਸਟਰਾ ਕਰਿਕੂਲਰ ਐਕਟੀਵਿਟੀਜ਼। ਹੁਣ ਆਪਾਂ ਪੋਸਟ ਮੈਟ੍ਰਿਕ ਦੀ ਗੱਲ ਤਾਂ ਕਰ ਰਹੀ ਕਿ ਅਸੀਂ ਸਟਰੀਮ ਚੂਜ਼ ਕਰ ਰਹੇ ਹਾਂ, ਬਟ ਉਹਦੇ ਨਾਲ ਸਾਡੀ ਜਿਹੜੀ ਐਕਸਟਰਾ ਐਕਟੀਵਿਟੀਜ਼ ਆ ਉਹ ਕਿੱਦਾਂ ਸਾਡੇ ਨੂੰ ਬੈਨੀਫਿਟ ਕਰ ਰਹੀ ਹੈ। ਹੁਣ ਕੋਈ ਬੰਦਾ ਸਪੋਰਟਸ ਅੱਛਾ ਹੈ, ਕ੍ਰਿਕਟਰ ਬਣਨਾ ਚਾਹੁੰਦਾ, ਫੁੱਟਬਾਲਰ ਬਣਨਾ ਚਾਹੁੰਦਾ, ਉਹਦੀ ਕਰੀਅਰ ਆਪਸ਼ਨ ਬਣ ਸਕਦੀ ਹੈ। ਹੁਣ ਇਹ ਚੀਜ਼ ਤੁਹਾਡੇ ਸਿਲੇਬਸ ਵਿੱਚ ਨਹੀਂ ਹੁੰਦੀ ਆ, ਮਤਲਬ ਐਕਸਟਰਾ ਕਰਿਕੂਲਰ ਚ ਹੁੰਦੀ ਆ, ਤੁਹਾਡੇ ਮੇਨ ਸਿਲੇਬਸ ਚ ਨਹੀਂ ਹੁੰਦੀ ਹੈ। 10 ਤੋਂ ਬਾਅਦ +2 ਤੁਸੀਂ ਫੁੱਟਬਾਲ ਨਹੀਂ ਚੂਜ਼ ਕਰ ਸਕਦੇ, ਬਟ ਅਗਰ ਤੁਸੀਂ ਐਕਸਟਰਾ ਕਰਿਕੂਲਰ ਚ ਅੱਛੇ ਹੋ, ਤੁਸੀਂ ਕ੍ਰਿਕਟ ਅੱਛਾ ਖੇਡਦੇ ਹੋ, ਜਾਂ ਤੁਸੀਂ ਸਿੰਗਿੰਗ ਅੱਛੀ ਕਰਦੇ ਹੋ, ਤੁਸੀਂ ਡਾਂਸ ਅੱਛਾ ਕਰਦੇ ਹੋ, ਤੁਸੀਂ ਗੀਤ ਅੱਛੇ ਗਾਉਂਦੇ ਹੋ, ਤੁਸੀਂ ਸ਼ਬਦ ਅੱਛਾ ਗਾਉਂਦੇ ਹੋ, ਉਹ ਤੁਹਾਡੀ ਕਰੀਅਰ ਆਪਸ਼ਨ ਬਣ ਸਕਦੀ ਹੈ। ਸੈਕੰਡ ਕੀ ਹੈ, ਕੈਨ ਹੈਲਪ ਇਨ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ। ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਕਿੱਦਾਂ, ਕਿ ਤੁਸੀਂ ਅਗਰ ਕੋਈ ਚੀਜ਼ ਚੂਜ਼ ਕਰਦੇ ਹੋ ਆਪਣਾ ਸਕੂਲ ਲਾਈਫ ਐਕਸਟਰਾ ਕਰਿਕੂਲਰ, ਤੇ ਤੁਹਾਨੂੰ ਉਹ ਡਿਫਰੈਂਟ ਫੀਲਡ ਵਿੱਚ ਲੈ ਕੇ ਜਾਏਗਾ। ਤੁਹਾਡੇ ਕੰਪੀਟੀਸ਼ਨ ਹੋਣਗੇ, ਤੁਸੀਂ ਨਵੇਂ ਬੱਚੇ ਨਾਲ ਮਿਲੋਗੇ, ਉਸੇ ਫੀਲਡ ਦੇ ਬੱਚੇ ਨਾਲ ਮਿਲੋਗੇ, ਤੁਹਾਡੇ ਮਾਈਂਡਸ ਇੱਕ ਦੂਜੇ ਨਾਲ ਬ੍ਰੇਨਸਟਾਰਮ ਕਰਨਗੇ। ਬ੍ਰੇਨਸਟਾਰਮ ਮਤਲਬ ਕਿ ਤੁਸੀਂ ਇੱਕ ਦੂਜੇ ਨਾਲ ਆਪਣੇ ਥਾਟ ਸ਼ੇਅਰ ਕਰੋਗੇ, ਉਸ ਚੀਜ਼ ਬਾਰੇ ਸੋਚੋਗੇ, ਤੁਹਾਡੀ ਉਹਦੇ ਨਾਲ ਕੀ ਹੋਗਾ, ਤੁਹਾਡੀ ਪਰਸਨੈਲਿਟੀ ਡਿਵੈਲਪਮੈਂਟ ਹੋਏਗੀ, ਤੁਸੀਂ ਅੱਛੀ ਤਰ੍ਹਾਂ ਬੋਲ ਪਾਓਗੇ, ਤੁਸੀਂ ਸਮਝ ਪਾਓਗੇ ਕਿ ਕਿਹੜੀ ਸਿਚੁਏਸ਼ਨ ਵਿੱਚ ਕਿਹੜਾ ਡਿਸੀਜਨ ਮੈਨੂੰ ਲੈਣਾ ਚਾਹੀਦਾ।
थर्ड पॉइंट की है हेल्प यू मेक बेटर कनेक्शंस। ਹੁਣ ਬੈਟਰ ਕਨੈਕਸ਼ਨਸ ਦਾ ਮਤਲਬ ਕੀ ਹੈ ਕਿ ਤੁਸੀਂ ਸਕੂਲ 'ਚ ਤਾਂ ਸਾਡੇ ਫਰੈਂਡਸ ਹੁੰਦੇ ਆ, ਸਾਨੂੰ ਟੀਚਰਸ ਜਾਣਦੇ ਹੁੰਦੇ ਆ, ਬਟ ਸਾਨੂੰ ਸਕੂਲ ਤੋਂ ਬਾਹਰ ਕੌਣ ਜਾਣਦਾ, ਕਿ ਦੂਸਰੇ ਸਕੂਲਸ ਨੂੰ ਪਤਾ ਕਿ ਇਹ ਬੱਚਾ ਐਗਜ਼ਿਸਟ ਕਰਦਾ ਹੈ ਕਿ ਨਹੀਂ ਕਰਦਾ। ਉਹ ਤੁਹਾਡੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਲੈ ਕੇ ਜਾਂਦੀ ਹੈ। ਜਦੋਂ ਤੁਸੀਂ ਡੈਕਲੇਮੇਸ਼ਨ 'ਚ ਪਾਰਟਿਸਿਪੇਟ ਕਰਦੇ ਹੋ, ਸਪੋਰਟ ਪਾਰਟਿਸਿਪੇਟ ਕਰਦੇ ਹੋ, ਕਿ ਪਤਾ ਲੱਗਦਾ ਤੁਸੀਂ ਅੱਛਾ ਪਰਫਾਰਮ ਕਰੋ ਤੇ ਹਾਂ ਇਹ ਵਾਲਾ ਬੱਚਾ ਇਹ ਵਾਲੇ ਸਕੂਲ ਹੈ ਤੇ ਅੱਛਾ ਪਰਫਾਰਮ ਕਰਦਾ। ਠੀਕ ਹੈ, ਉਹਦੇ ਨਾਲ ਕੀ ਹੋਏਗਾ, ਹੈਲਪ ਯੂ ਸਟੈਂਡ ਆਊਟ ਅਮੰਗਸਟ ਅਦਰਸ। ਉਹ ਤੁਹਾਨੂੰ ਕਿੱਦਾਂ ਹੈਲਪ ਕਰੇਗਾ ਕਿ ਤੁਸੀਂ ਹੋਰਾਂ ਨਾਲੋਂ ਵੱਖਰੇ ਦਿਖੋਗੇ। ਲਾਸਟ ਚੀਜ਼ ਕੀ ਹੈ, ਹੈਲਪ ਯੂ ਪਾਸਿੰਗ ਇੰਟਰਵਿਊਜ਼ ਐਂਡ ਗਿਵਸ ਯੂ ਐਨ ਅਪਰ ਹੈਂਡ। ਮਤਲਬ ਤੁਹਾਡੀ ਕੀ ਹੋਏਗਾ ਕਿ ਤੁਸੀਂ ਇੰਟਰਵਿਊਜ਼ 'ਚ ਕੀ ਹੁੰਦਾ ਮੇਨਲੀ ਕਿ ਤੁਹਾਡਾ ਜਿਹੜੀ ਸਬਜੈਕਟ ਹੈ ਉਸ ਬਾਰੇ ਤਾਂ ਪੁੱਛਿਆ ਜਾਂਦਾ ਜ਼ਰੂਰ, ਕਿ ਮੈਂ ਜਿੱਦਾਂ ਸਿਵਲ ਇੰਜੀਨੀਅਰਿੰਗ ਕਰ ਰਿਹਾ, ਮੈਨੂੰ ਸਿਵਲ ਇੰਜੀਨੀਅਰਿੰਗ ਬਾਰੇ ਪੁੱਛਿਆ ਜਾਏਗਾ ਕਿ ਤੁਸੀਂ ਸਰਵੇ 'ਚ ਕੀ ਪੜ੍ਹਿਆ, ਤੁਸੀਂ ਰੋਡ ਕੰਸਟਰਕਸ਼ਨ 'ਚ ਕੀ ਪੜ੍ਹਿਆ, ਤੁਸੀਂ ਹਾਈਵੇਜ਼ 'ਚ ਕੀ ਪੜ੍ਹਿਆ। ਬਟ ਉਹ ਚੀਜ਼ ਸਾਰਿਆਂ ਨੇ ਪੜ੍ਹੀ ਹੋਈ ਹੈ, ਜਿਹੜੇ ਉਸ ਚੀਜ਼ ਨੂੰ ਪਰਸਿਊ ਕਰ ਰਹੇ ਉਹ ਸਾਰਿਆਂ ਨੇ ਪੜ੍ਹੀ। ਜਿੱਦਾਂ ਤੁਸੀਂ 10th ਕੀਤੀ ਆ, ਹੁਣ ਮੈਥਸ ਸਾਇੰਸ ਤਾਂ ਸਾਰਿਆਂ ਨੇ ਪੜ੍ਹੀ ਹੈ, ਸਾਰੇ ਪੜ੍ਹ ਕੇ ਆਏ, ਬਟ ਤੁਸੀਂ ਐਕਸਟਰਾ ਕੀ ਕੀਤਾ, ਉਹ ਚੀਜ਼ ਤੁਹਾਡੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਕਰੇਗੀ। ਕਿ ਤੁਸੀਂ ਪ੍ਰੋਜੈਕਟ ਮੈਨੇਜਮੈਂਟ ਕੀਤੀ ਹੋਈ ਆ, ਤੁਸੀਂ ਆਪਣੇ ਸਕੂਲ ਨੂੰ ਆਪਣੇ ਕਾਲਜ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਅਲੱਗ-ਅਲੱਗ ਵਿੱਚ, ਅਲੱਗ-ਅਲੱਗ ਕੰਪੀਟੀਸ਼ਨ ਵਿੱਚ। ਠੀਕ ਹੈ, ਤੁਸੀਂ ਕਿਹੜੇ ਲੈਵਲ ਤੱਕ ਗਏ ਹੋਏ ਹੋ ਉਸ ਚੀਜ਼ ਵੱਲ, ਤੁਸੀਂ ਸ਼ਬਦ ਗਾਇਨ ਕੀਤਾ ਹੋਇਆ, ਤੁਸੀਂ ਲੈਕਚਰ ਦਿੱਤੇ ਹੋਏ ਹੈ, ਤੁਸੀਂ ਵਾਰਤਾਲਾਪ ਕੀਤੀ ਹੋਈ ਹੈ। ਇਹ ਚੀਜ਼ਾਂ ਤੁਹਾਡੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਆ ਜਾਂਦੀਆਂ। ਇੰਪੋਰਟੈਂਟ ਟਿਪਸ ਵਾਈਲ ਗੋਇੰਗ ਥਰੂ ਯੋਰ ਕਰੀਅਰ। ਮੇਨਲੀ ਟਿਪਸ ਕੀ ਹੈ ਤੁਹਾਡੀ ਕਰੀਅਰ, ਜਦੋਂ ਆਪਾਂ ਕਰੀਅਰ ਚੂਜ਼ ਕਰਦੇ ਹਾਂ, ਕਿ ਆਪਾਂ ਜਦੋਂ ਕਰੀਅਰ ਚੂਜ਼ ਕਰਨਾ, ਫਾਈਂਡ ਯੋਰ find your interest and revolve around the things related to it। ਇਹਦਾ ਮਤਲਬ ਹੈ ਕਿ ਤੁਸੀਂ ਆਪਣਾ ਇੰਟਰਸਟ ਫਾਈਂਡ ਕਰਨਾ। ਇੰਟਰਸਟ ਕਿਵੇਂ, ਕਿ ਤੁਹਾਨੂੰ ਲੱਗਦਾ ਕਿ ਜਿੱਦਾਂ ਮੈਂ ਪਹਿਲਾਂ ਦੱਸਿਆ ਸੀਗਾ ਕਿ 3 ਆਪਸ਼ਨ ਜਿਹੜੀ ਤੁਹਾਨੂੰ ਲੱਗਦੀ ਹੈ ਕਿ ਮੈਂ ਉਹਦੇ 'ਚ ਅੱਛਾ ਵੀ ਹਾਂ, ਮੈਂ ਉਹ ਚੀਜ਼ ਖੁਸ਼ ਹੋ ਕੇ ਕਰਾਂਗਾ ਵੀ, ਤੇ ਉਹ ਚੀਜ਼ ਮੈਨੂੰ ਪੈਸੇ ਵੀ ਦੇ ਸਕਦੀ ਹੈ, ਅੱਗੇ ਫਾਈਨੈਂਸਿਸ ਮੇਰੇ ਫੁਲਫਿਲ ਕਰ ਸਕਦੀ ਹੈ। ਤੇ ਉਹ ਇੰਟਰਸਟ ਏਰੀਆ ਅਸੀਂ ਲੱਭ ਲੈਣਾ। ਫਿਰ ਕੀ ਕਰਨਾ, ਅਸੀਂ ਸਿਰਫ ਉਹਦੇ ਦੁਆਲੇ ਹੀ ਘੁੰਮਣਾ, ਅਸੀਂ ਉਹਦੇ ਰਿਲੇਟਿਡ ਚੀਜ਼ਾਂ ਹੀ ਫਾਈਂਡ ਕਰਨੀਆਂ। ਠੀਕ ਹੈ, ਹੁਣ ਕਿਸੇ ਨੂੰ ਮਿਊਜ਼ਿਕ ਅੱਛਾ ਲੱਗਦਾ, ਮਿਊਜ਼ਿਕ ਦੇ ਇੰਸਟਰੂਮੈਂਟਸ ਫਾਈਂਡ ਕਰਨੇ ਆਪਾਂ, ਮਿਊਜ਼ਿਕ ਦੇ ਇੰਸਟਰੂਮੈਂਟ ਸਿੱਖੇ ਕਿੱਥੇ ਜਾ ਸਕਦੇ ਆ। ਕਿਸੇ ਨੂੰ ਗਿਟਾਰ ਪਸੰਦ ਹੈ, ਕਿਸੇ ਨੂੰ ਹਾਰਮੋਨੀਅਮ ਪਸੰਦ ਹੈ। ਦੂਸਰਿਆਂ ਜਿਹੜੇ ਗਿਟਾਰ ਵਜਾਉਂਦੇ ਆ ਉਹਨਾਂ ਬਾਰੇ ਪੜ੍ਹੀਏ, ਉਹਨਾਂ ਦਾ ਗਿਟਾਰ ਸੁਣੀਏ। ਠੀਕ ਹੈ, ਉਹ ਜਿਹੜਾ ਇੰਸਟਰੂਮੈਂਟ ਵਜਾਉਂਦੇ ਆ ਉਹ ਚੀਜ਼ ਸੁਣੇ, ਉਹਨਾਂ ਦੀ ਵੋਕਲ ਸੁਣੀ ਅਸੀਂ। ਠੀਕ ਹੈ, ਸੈਕੰਡ ਚੀਜ਼ ਕੀ ਹੈ, ਗੈਦਰ ਐਜ਼ ਮਚ ਆਫ ਇਨਫੋਰਮੇਸ਼ਨ ਐਜ਼ ਯੂ ਕੈਨ ਅਬਾਊਟ ਯੋਰ ਏਰੀਆਜ਼ ਆਫ ਇੰਟਰਸਟ। ਹੁਣ ਜਿਵੇਂ ਕੋਈ ਚੀਜ਼ ਤੁਸੀਂ, ਆਪਾਂ 10th ਤੋਂ ਬਾਅਦ ਅਸੀਂ ਕਰੀਅਰ ਆਪਸ਼ਨਸ ਆਪਾਂ ਦੇਖੀਏ ਕਿ ਮੈਡੀਕਲ, ਨਾਨ ਮੈਡੀਕਲ ਤੋਂ ਬਾਅਦ ਅਸੀਂ ਡਾਕਟਰ ਬਣਨਾ, ਇੰਜੀਨੀਅਰ ਬਣਨਾ ਜਾਂ ਜੋ ਵੀ ਬਣਨਾ। ਠੀਕ ਹੈ, ਅਸੀਂ ਉਹ ਏਰੀਆ ਆਫ ਇੰਟਰਸਟ ਆਪਣਾ ਡਿਸਾਈਡ ਕਰ ਲਿਆ। ਠੀਕ ਹੈ, ਉਸ ਤੋਂ ਬਾਅਦ ਉਹਦੇ ਬਾਰੇ ਇਨਫੋਰਮੇਸ਼ਨ ਇਕੱਠੀ ਕਰੀਏ ਅਸੀਂ, ਕਿਉਂਕਿ ਉਸ ਬਾਰੇ ਇਨਫੋਰਮੇਸ਼ਨ ਐਂਡਲੈਸ ਹੈ। ਇੰਟਰਨੈਟ ਦੇ ਉੱਤੇ ਐਂਡਲੈਸ ਇਨਫੋਰਮੇਸ਼ਨ ਹੈ ਉਸ ਏਰੀਆ ਬਾਰੇ, ਕੋਈ ਵੀ ਸਪੈਸੀਫਿਕ ਏਰੀਆ ਹੋ ਜਾਏ। ਹੁਣ ਮੈਂ ਕਹਾਂ ਕਿ ਮੈਨੂੰ ਇਨਫੋਰਮੇਸ਼ਨ ਚਾਹੀਦੀ ਹੈ ਡਾਂਸ ਬਾਰੇ, ਇਨਫੋਰਮੇਸ਼ਨ ਚਾਹੀਦੀ ਹੈ। ਠੀਕ ਹੈ, ਤੇ ਅਸੀਂ ਕੀ ਕਰਾਂਗੇ ਕਿ ਡਾਂਸ ਦੀ ਅਸੀਂ ਟ੍ਰੇਨਿੰਗਸ ਦੇਖਾਂਗੇ ਕਿ ਬੈਸਟ ਡਾਂਸ ਕਿੱਥੇ ਹੁੰਦਾ, ਬੈਸਟ ਕਲਾਸਿਸ ਕਿੱਥੇ ਹੈ, ਬੈਸਟ ਡਾਂਸਰਸ ਕਿਹੜੇ ਹੈ, ਜਾਂ ਅਸੀਂ ਕਹੀਏ ਕਿ ਬੈਸਟ ਆਪਾਂ ਅਗਰ ਹਾਰਮੋਨੀਅਮ ਵੱਲ ਜਾਣਾ, ਮਤਲਬ ਮਿਊਜ਼ਿਕ ਵੱਲ ਜਾਣਾ, ਤੇ ਹਾਰਮੋਨੀਅਮ ਪਲੇਅਰ ਕਿਹੜੇ ਆ। ਅਸੀਂ ਆਪਣੇ ਦਰਬਾਰ ਸਾਹਿਬ ਦੇ ਕੀਰਤਨੀਆਂ ਤੋਂ ਵੀ ਆਪਣਾ ਪ੍ਰੇਰਿਤ ਹੋ ਸਕਦੇ ਹਾਂ ਕਿ ਕਿਹੜੇ ਉਹਨਾਂ ਦੇ ਰਾਗੀ ਜੀ ਆ, ਉਹਨਾਂ ਤੋਂ ਕਿਹੜੇ ਅੱਛਾ ਗਾਉਂਦੇ ਆ, ਉਹਨਾਂ ਨੂੰ ਅਸੀਂ ਫੋਲੋ ਕਰੀਏ, ਉਹਨਾਂ ਤੋਂ ਇਨਸਪੀਰੇਸ਼ਨ ਲਈਏ ਅਸੀਂ, ਹੈ ਨਾ। ਥਰਡ ਕੀ ਹੈ, ਰਾਈਟ ਡਾਊਨ ਯੋਰ ਗੋਲਸ ਐਂਡ ਟਾਰਗੇਟਸ, ਇਵਨ ਸਮਾਲ ਵਨਸ। ਹੁਣ ਤੁਹਾਡੇ ਗੋਲਸ ਜਾਂ ਟਾਰਗੇਟਸ ਹੈ, ਵਾਟ ਆਰ ਗੋਲਸ ਐਂਡ ਟਾਰਗੇਟਸ। ਗੋਲਸ ਹੁੰਦੇ ਆ ਤੁਹਾਡੇ ਕਿ ਤੁਸੀਂ ਫਾਈਨਲੀ ਬਣਨਾ ਕੀ ਚਾਹੁੰਦੇ ਹੋ, ਤੁਹਾਡਾ ਲਾਸਟ ਸਟੈਪ ਕੀ ਹੈ। ਟਾਰਗੇਟਸ ਕੀ ਹੈ, ਤੁਹਾਡੇ ਮਾਈਲਸਟੋਨਸ, ਕਿ ਤੁਹਾਨੂੰ ਗੋਲ ਵੱਲ ਜਿਹੜੇ ਲੈ ਕੇ ਜਾ ਰਹੇ ਆ। ਕਿ ਮੈਂ ਲੈਟਸ ਸੇ ਮੇਰਾ ਗੋਲ ਹੈ ਇੰਜੀਨੀਅਰ ਬਣਨਾ, ਤੇ ਮੇਰੇ ਲਈ ਉਹਦੇ ਮਾਈਲਸਟੋਨਸ ਕੀ ਹੈ, ਮੈਂ 10th ਵਿੱਚ ਅੱਛੇ ਨੰਬਰ ਲਵਾਂ, ਮੈਂ +2 ਚ ਅੱਛੇ ਨੰਬਰ ਲਵਾਂ, ਮੈਂ ਸਕਿੱਲਸ ਲਵਾਂ, ਹੋਰ ਮੇਰੇ ਕੋਲ ਪ੍ਰੈਕਟੀਕਲ ਨੌਲੇਜ ਅੱਛੀ ਹੋਵੇ, ਮੈਂ ਇਹ ਕੁਝ ਕੰਪੀਟੀਸ਼ਨਸ ਵਿੱਚ ਪਾਰਟਿਸਿਪੇਟ ਕਰਾਂ। ਠੀਕ ਹੈ, ਉਹ ਮੇਰੇ ਟਾਰਗੇਟਸ ਹੋ ਗਏ। ਤੇ ਜਿਹੜੇ ਟਾਰਗੇਟਸ ਹੈ, ਗੋਲਸ ਹੈ, ਉਹ ਛੋਟੇ ਛੋਟੇ ਲਿਖਣੇ, ਆਪਣੇ ਦਿਨ ਦੇ ਛੋਟੇ ਛੋਟੇ ਗੋਲਸ ਬਣਾਓ। ਕਿ ਅੱਜ ਮੈਂ ਆਪਣਾ ਰੂਮ ਸਾਫ਼ ਕਰਨਾ ਹੈ,
ਤੇ ਆਪਣੇ ਉਹ ਰਾਈਟ ਕਰੀਏ ਆਪਾਂ ਕਿ ਹਾਂ ਅੱਜ ਮੈਂ ਰੂਮ ਸਾਫ਼ ਕਰਨਾ, ਤਾਂ ਉਹਨੂੰ ਲਿਖੀਏ ਕਿ ਹਾਂ ਅੱਜ ਮੈਂ ਰੂਮ ਜਦੋਂ ਤੱਕ ਸਾਫ਼ ਨਹੀਂ ਕਰੂੰਗਾ ਤੇ ਉਹ ਚੀਜ਼ ਮੇਰੀ ਕੱਟ ਨਹੀਂ ਹੋਏਗੀ। ਆਪਾਂ ਉਹ ਚੀਜ਼ਾਂ ਕੱਟ ਕਰਨੀਆਂ ਜਿਹੜੀ ਚੀਜ਼ ਆਪਾਂ ਕਰਨੀਆਂ ਨੇ, ਠੀਕ ਹੈ। ਕਿ ਮੈਂ ਅਗਰ ਤੁਹਾਡੇ ਐਗਜ਼ਾਮ ਹੈ, ਤੁਸੀਂ ਐਗਜ਼ਾਮ ਦੀ ਪ੍ਰਿਪਰੇਸ਼ਨ ਕਰਨੀ ਹੈ, ਤੇ ਤੁਸੀਂ ਚੈਪਟਰਸ ਦੇ ਟਾਰਗੇਟਸ ਬਣਾ ਲਓ ਕਿ ਅੱਜ ਮੈਂ 2 ਚੈਪਟਰਸ ਕਰਨੇ ਆ ਤੇ ਮੈਂ ਉਹਨੂੰ ਲਿਖ ਲਵਾਂ, ਰਾਈਟ। For going out of the box to opt for a career, read blogs, anecdotes and books of various achievers that opted for it. ਹੁਣ ਇਹਦਾ ਮਤਲਬ ਕੀ ਹੈ ਕਿ ਤੁਸੀਂ ਅਗਰ ਕਰੀਅਰ ਲੈ ਰਹੇ ਹੋ ਜਿਹੜੀ ਨਾਰਮਲ ਬੰਦੇ ਨਹੀਂ ਲੈਂਦੇ, ਆਊਟ ਆਫ ਦਾ ਬਾਕਸ ਹੈ। ਹਰ ਕੋਈ ਚੂਜ਼ ਨਹੀਂ ਕਰਦਾ ਕਿ ਉਹ ਸਿੰਗਰ ਬਣੇ, ਹਰ ਕੋਈ ਚੂਜ਼ ਨਹੀਂ ਕਰਦਾ ਉਹ ਸਪੋਰਟਸਮੈਨ ਬਣੇ, ਹਰ ਕੋਈ ਚੂਜ਼ ਨਹੀਂ ਕਰਦਾ ਮਤਲਬ ਡਾਕਟਰ ਇੰਜੀਨੀਅਰ ਤੋਂ ਇਲਾਵਾ, ਲਾਇਰਸ ਤੋਂ ਇਲਾਵਾ ਆਪਾਂ ਕੋਈ ਆਊਟ ਆਫ ਦਾ ਬਾਕਸ ਅਗਰ ਕਰੀਅਰ ਚੂਜ਼ ਕਰਨਾ, ਆਪਾਂ ਰਾਈਟਰ ਬਣਨਾ ਜਾਂ ਅਸੀਂ ਗ੍ਰਾਫਿਕ ਡਿਜ਼ਾਈਨਰ ਬਣਨਾ, ਅਸੀਂ ਹੋਰ ਵੀਡੀਓ ਐਡੀਟਰ ਬਣਨਾ, ਰਾਈਟ, ਕੈਮਰਾਮੈਨ ਬਣਨਾ, ਫੋਟੋਗ੍ਰਾਫਰ ਬਣਨਾ, ਤਾਂ ਆਪਾਂ ਉਹ ਚੀਜ਼ ਦੇ ਬਲੌਗਸ ਰੀਡ ਕਰੀਏ। ਐਨੇਕਡੋਟਸ ਮਤਲਬ ਐਕਸਪੀਰੀਐਂਸਸ, ਕਿ ਤੁਸੀਂ ਉਹ ਲਾਈਫ ਐਕਸਪੀਰੀਐਂਸਸ ਤੁਸੀਂ ਪੜ੍ਹੋ, ਬੁੱਕਸ ਪੜ੍ਹੋ। ਕਿਹਦੇ ਪੜ੍ਹੋ? ਜਿਨ੍ਹਾਂ ਨੇ ਉਹ ਕਰੀਅਰ ਚੂਜ਼ ਕੀਤਾ। ਹੁਣ ਤੁਸੀਂ ਸਿੰਗਰ ਬਣਨਾ ਚਾਹੁੰਦੇ ਹੋ, ਤੁਸੀਂ ਕੀ ਕਰੋਗੇ ਉਹਦੇ ਲਈ? ਤੁਸੀਂ ਬਲੌਗਸ ਪੜ੍ਹੋਗੇ, ਐਨੇਕਡੋਟਸ ਪੜ੍ਹੋਗੇ, ਬੁੱਕਸ ਪੜ੍ਹੋਗੇ। ਕਿਹਦੀਆਂ? ਜਿਹੜੇ ਉਹ ਸਿੰਗਰ ਬਣ ਚੁੱਕੇ ਹੈ, ਉਹਨਾਂ ਨੇ ਆਪਣੇ ਲਾਈਫ ਐਕਸਪੀਰੀਐਂਸ ਉਸ ਬੁੱਕਸ ਬਲੌਗਸ ਵਿੱਚ ਸ਼ੇਅਰ ਕੀਤੇ ਹੋਣਗੇ। ਉਹਨਾਂ ਨੂੰ ਕਿਹੜੀ ਡਿਫਿਕਲਟੀਜ਼ ਫੇਸ ਹੋਈਆਂ, ਉਹਨਾਂ ਨੂੰ ਕਿਹੜੀ ਚੀਜ਼ਾਂ ਚੋਂ ਲੰਘਣਾ ਪਿਆ, ਉਹਨਾਂ ਨੇ ਕਿਹੜੇ ਟੀਚਰਸ ਕੋਲ ਗਏ, ਕਿਵੇਂ ਉਹਨਾਂ ਨੇ ਸਿੱਖਿਆਵਾਂ ਲਿੱਤੀਆਂ, ਠੀਕ ਹੈ। ਉਹਨਾਂ ਨੇ ਸਕੂਲ ਦੇ ਲਾਈਫ ਦੇ ਐਕਸਪੀਰੀਐਂਸਸ, ਉਹ ਚੀਜ਼ ਤੁਹਾਡਾ ਮਾਈਂਡ ਖੋਲ ਦਿੰਦੀ ਹੈ। ਲਾਸਟ ਕੀ ਹੈ? ਫॉर ਸਟਾਰਟਿੰਗ ਅ ਨਿਊ ਵੈਂਚਰ ਲੁੱਕ ਫॉर द एब्सेंट्स एंड voids। एब्सेंट्स हो गए ਜਿਹੜੇ ਗਾਇਬ ਹੈ, voids ਹੋ ਗਏ ਜਿਹੜੇ ਗੈਪਸ ਹੈ। voids ਮਤਲਬ ਕਿ ਛੋਟੀ ਜਗ੍ਹਾਵਾਂ। ਹੁਣ ਸਟਾਰਟਿੰਗ ਅ ਵੈਂਚਰ ਮਤਲਬ ਕਿ ਕੋਈ ਨਵੀਂ ਚੀਜ਼ ਆਪਾਂ ਸਟਾਰਟ ਕਰਨੀ ਹੈ, ਜਿੱਦਾਂ ਕਿ ਆਪਾਂ ਕੋਈ ਸ਼ਾਪ ਹੀ ਖੋਲਣੀ ਹੈ, ਜਾਂ ਕੋਈ ਅਸੀਂ ਕਰੀਅਰ ਚੂਜ਼ ਕਰਨਾ, ਆਪਣਾ ਕੋਈ ਸ਼ੂਜ਼ ਦਾ, ਜਾਂ ਕੋਈ ਸ਼ੂ ਸ਼ਾਪ ਖੋਲਣੀ ਹੈ, ਜਾਂ ਕੋਈ ਸ਼ੇਕ ਦੀ ਸ਼ਾਪ ਖੋਲਣੀ ਹੈ, ਫੂਡ ਰਿਲੇਟਡ ਸ਼ਾਪ ਖੋਲਣੀ ਹੈ, ਗਾਰਮੈਂਟਸ ਦੀ ਸ਼ਾਪ ਖੋਲਣੀ ਹੈ, ਕੋਈ ਵੀ ਚੀਜ਼ ਹੈ ਵੈਂਚਰ ਸਟਾਰਟ ਕਰਨਾ, ਤੁਸੀਂ ਨਵੀਂ ਚੀਜ਼ ਸਟਾਰਟ ਕਰਨੀ ਹੈ, ਤੇ ਤੁਸੀਂ ਕੀ ਕਰਨਾ? ਤੁਸੀਂ ਐਬਸੈਂਟ ਤੇ ਵੋਇਡਸ ਦੇਖਣੇ ਹੈ ਕਿ ਜਿਹੜੀ ਚੀਜ਼ ਹੈ ਹੀ ਨਹੀਂ ਜਾਂ ਜਿਹੜੀ ਚੀਜ਼ ਗੈਪ ਫਿਲ ਕਰ ਰਹੀ ਹੈ ਉਹਦਾ। ਹੁਣ ਤੁਸੀਂ ਦੇਖੋ ਕਿ ਆਪਾਂ ਲੁਧਿਆਣਾ ਦਾ ਦੇਖ ਲਈਏ, ਲੋਕੀ ਕਹਿੰਦੇ ਲੁਧਿਆਣਾ 'ਚ ਅੱਛੀ ਕਾਫੀ ਨਹੀਂ ਮਿਲਦੀ, ਰਾਈਟ। ਆਪਾਂ ਅੱਛੀ ਕਾਫੀ ਪ੍ਰੋਵਾਈਡ ਕਰੀਏ, ਆਪਾਂ ਸੋਚੇ ਕਿ ਹਾਂ ਲੁਧਿਆਣਾ 'ਚ ਅੱਛੀ ਕਾਫੀ ਨਹੀਂ ਮਿਲ ਰਹੀ ਤੇ ਮੈਂ ਪ੍ਰੋਵਾਈਡ ਕਰੂੰਗਾ ਅੱਛੀ ਕਾਫੀ। ਹੁਣ ਅਸੀਂ ਕਹੀਏ ਲੁਧਿਆਣਾ 'ਚ ਅੱਛੀ ਐਜੂਕੇਸ਼ਨ ਨਹੀਂ ਮਿਲ ਰਹੀ, ਅੱਛੇ ਪੋਲੀਟੀਸ਼ੀਅਨਸ ਨਹੀਂ ਹੈ, ਅਸੀਂ ਉਹ ਚੀਜ਼ ਪ੍ਰੋਵਾਈਡ ਕਰੀਏ ਕਿ ਅਸੀਂ ਅੱਛੇ ਟੀਚਰਸ ਪ੍ਰੋਵਾਈਡ ਕਰੀਏ, ਅੱਛੇ ਪੋਲੀਟੀਸ਼ੀਅਨਸ ਪ੍ਰੋਵਾਈਡ ਕਰੀਏ ਉਸ ਚੀਜ਼ ਨੂੰ। ਕੰਪਿਊਟਰ ਸੈਂਟਰ ਅੱਛੇ ਨਹੀਂ, ਅਸੀਂ ਅੱਛੇ ਕੰਪਿਊਟਰ ਸੈਂਟਰਸ ਤਿਆਰ ਕਰੀਏ, ਅੱਛੇ ਅਸੀਂ ਬੰਦੇ ਲੱਭੀਏ ਜੋ ਕਿ ਕੰਪਿਊਟਰ ਸੈਂਟਰ ਚਲਾ ਸਕਦੇ ਹਾਂ। ਵੋਇਡਸ ਹੋ ਗਏ ਕਿ ਤੁਸੀਂ ਗੈਪਸ ਫਿਲ ਕਰੋ ਕਿਸੇ ਚੀਜ਼ ਦੇ। ਗੈਪਸ ਕਿਵੇਂ ਫਿਲ ਕਰੋ? ਕਿ ਆਪਾਂ ਦੇਖਦੇ ਹਾਂ ਲੋਕੀ ਫਿਟਨੈਸ ਵਾਸਤੇ ਜਿਮਸ ਜਾਂਦੇ ਆ। ਹੁਣ ਜਿਮ ਵਾਸਤੇ ਡਾਈਟ ਵੀ ਹੁੰਦੀ ਆ, ਆਪਾਂ ਨੂੰ ਡਾਈਟ ਲੈਣੀ ਬਹੁਤ ਜ਼ਰੂਰੀ ਆ, ਤੇ ਆਪਾਂ ਦੇਖਦੇ ਹਾਂ ਕਿ ਜਿਮ ਦੇ ਕੋਲ ਅੱਛੀ ਡਾਈਟ ਨਹੀਂ ਮਿਲਦੀ ਹੈ, ਆਪਾਂ ਉਹ ਚੀਜ਼ ਪ੍ਰੋਵਾਈਡ ਕਰੀਏ, ਅੱਛੀ ਡਾਈਟ ਪ੍ਰੋਵਾਈਡ ਕਰੀਏ, ਠੀਕ ਹੈ। ਆਪਾਂ ਅਗਰ ਕਿਸੇ ਸਪੋਰਟਸ ਵਾਲੀ ਅਕੈਡਮੀ ਵੱਲ ਜਾਂਦੇ ਆ, ਉੱਥੇ ਅਸੀਂ ਅੱਛੀ ਡਾਈਟ ਪ੍ਰੋਵਾਈਡ ਕਰ ਸਕਦੇ ਹਾਂ, ਠੀਕ ਹੈ। ਜਿਹੜੇ ਸਿੰਗਰਸ ਹੁੰਦੇ ਆ ਉਹਨਾਂ ਨੂੰ ਡੇਲੀ ਕੁਝ ਗਰਮ ਸੂਪ ਪੀਣ ਦੀ ਲੋੜ ਹੁੰਦੀ ਹੈ, ਜਾਂ ਕੁਝ ਮਤਲਬ ਉਹਨਾਂ ਨੂੰ ਗਲਾ ਆਪਣਾ ਠੀਕ ਰੱਖਣ ਦੀ ਲੋੜ ਹੁੰਦੀ ਹੈ, ਠੀਕ ਹੈ। ਆਪਾਂ ਉਹ ਚੀਜ਼ ਪ੍ਰੋਵਾਈਡ ਕਰੀਏ ਉਸ ਜਗ੍ਹਾ ਤੇ ਜਿੱਥੇ ਸਿੰਗਿੰਗ ਇੰਸਟੀਟਿਊਸ਼ਨਸ ਨੇ, ਰਾਈਟ। ਲਾਸਟ ਚੀਜ਼ ਕੀ ਹੈ ਆਪਣੀ? what are other tests that you can opt for throughout your career? ਆਪਣੇ ਟੈਸਟ ਕਿਹੜੇ ਹੈ ਜਿਹੜੇ ਅਸੀਂ ਲੈ ਸਕਦੇ ਹਾਂ 10+1+2 ਵੇਲੇ, ਅਸੀਂ ਜਿਹਦੀ ਤਿਆਰੀ ਕਰ ਸਕਦੇ ਹਾਂ, ਜਾਂ ਜਿਹੜੇ ਟੈਸਟ ਨਾਰਮਲੀ ਹੁੰਦੇ ਹੈ, ਰਾਈਟ। ਫਰਸਟ ਟੈਸਟ ਹੈ NDA, that is National Defense Academy। डिफेंस अकेडमी हो गया। NDA एग्जाम कंडक्टेड बाय UPSC for admission to Army, Navy and Air Force wings of the NDA. This exam is a gateway for candidates looking forward to join defense forces including Army, Navy and Air Forces. ਹੁਣ but ਇਹਦੇ ਚ ਉਹ ਕੀ ਹੈ? Pass class 12th or equivalent examination with physics and mathematics। NDA ਦੀ ਇਹ requirements ਹੁੰਦੀਆਂ ਕਿ ਤੁਸੀਂ ਅਗਰ ਆਰਮੀ, ਨੇਵੀ ਜਾਂ 에ਅਰ ਫੋਰਸ ਵੱਲ ਜਾਣਾ ਚਾਹੁੰਦੇ ਹੋ, ਤੁਸੀਂ ਪਾਸ ਕੀਤੀ ਹੋਣੀ ਚਾਹੀਦੀ ਹੈ 12th
ਜਾਂ ਇਕੁਇਵਲੈਂਟ ਐਗਜ਼ਾਮੀਨੇਸ਼ਨ ਜਿੱਦਾਂ ਕਿ ITI ਡਿਪਲੋਮਾ ਵਿਦ ਫਿਜ਼ਿਕਸ ਐਂਡ ਮੈਥਸ, ਮਤਲਬ ਤੁਹਾਡੇ ਕੋਲ ਕਿਸੇ ਵੀ ਮਤਲਬ ਤੁਸੀਂ ਡਿਪਲੋਮਾ ਲੈ ਰਹੇ ਹੋ ਉਹਦੇ ਵਿੱਚ ਵੀ ਤੁਹਾਡੇ ਕੋਲ ਇੱਕ ਸਬਜੈਕਟ ਫਿਜ਼ਿਕਸ ਤੇ ਇੱਕ ਸਬਜੈਕਟ ਮੈਥਮੈਟਿਕਸ ਹੋਣਾ ਚਾਹੀਦਾ, ਜੋ ਕਿ ਹੁੰਦਾ ਇੰਜੀਨੀਅਰਿੰਗ ਵਿੱਚ। ਤੇ +1 +2 ਚ ਵੀ ਕਲਾਸ 12th ਅਗਰ ਜਦੋਂ ਪਾਸ ਕਰਦੇ ਤੁਹਾਡੇ ਕੋਲ ਫਿਜ਼ਿਕਸ ਜਾਂ ਮੈਥਸ ਹੋਣੀ ਚਾਹੀਦੀ ਹੈ। ਤੁਸੀਂ ਅਗਰ ਮੈਡੀਕਲ ਵੀ ਕਰ ਰਹੇ ਹੋ ਤੇ NDA ਦੇਣਾ ਚਾਹੁੰਦੇ ਹੋ, ਤੁਸੀਂ ਮੈਥਸ ਨਾਲ ਆਪਟ ਕਰ ਸਕਦੇ, ਰਾਈਟ। ਨੈਕਸਟ ਹੈ ਸਾਡੇ ਕੋਲ NTSE, that is National Talent Search Examination. This is a scholarship exam conducted by National Council of Educational Research and Training, NCERT, ਜਿੱਦਾਂ NCERT ਦੀ ਬੁੱਕਸ ਹੁੰਦੀ ਹੈ ਉਹ ਵਾਲੀ ਕਾਉਂਸਲ ਟ੍ਰੇਨਿੰਗ ਰਿਸਰਚ ਇਹ ਵਾਲਾ ਐਗਜ਼ਾਮੀਨੇਸ਼ਨ ਕਰਾਉਂਦੀ ਹੈ। ਇਹ ਕਿਸ ਵਾਸਤੇ ਹੁੰਦਾ ਹੈ? For identifying talented students who want to pursue higher education in science and social studies streams, मतलब mainly math science या ਤੁਹਾਡੀ commerce ਜਾਂ arts, मतलब mainly ਜਿਹੜੀ ਚਾਰ ਫੀਲਡ ਸਾਡੀ common ਹੁੰਦੀ ਹੈ ਉਸ ਦੇ ਵਾਸਤੇ scholarship ਹੁੰਦੀ ਹੈ ਕਿ ਤੁਹਾਡੀ +1 + 2 free ਹੋ ਜਾਂਦੀ ਹੈ। The exam is conducted for students studying in class 10. ਹੁਣ ਜਿਹੜੇ ਕਲਾਸ 10 ਦੇ ਸਟੂਡੈਂਟਸ ਆ ਉਹ ਜ਼ਰੂਰ ਸਰਚ ਕਰਨਗੇ, ਉਸ ਤੋਂ ਛੱਲੇ ਵਾਲੇ ਸਟੂਡੈਂਟਸ 8 9th ਵਾਲੇ ਉਹ ਜ਼ਰੂਰ ਸਰਚ ਕਰਨ ਕਿ NTSE ਐਗਜ਼ਾਮ ਅਸੀਂ ਦੇ ਕਿਵੇਂ ਸਕਦੇ ਹਾਂ, प्रिपरेशन वास्ते केड़ी चीज जरूरी हुंदी है। बहुत बेसिक एग्जामिनेशन हुंदा, इहदे विच तुहाडे सब्जेक्ट्स आंदे 10th क्लास तक की ते नाल नाल तुहाडी एप्टीट्यूड टेस्ट, एप्टीट्यूड ਅਸੀਂ डिस्कस करांगे अगली स्लाइड्स विच। नेक्स्ट एग्जाम है तुहाडा ओलंपियाड, ਇਹ आई होप सो तुहाडे ਉਹਦੇ ਵਿੱਚ ਹੁੰਦਾ ਹੋਣਾ ਹੈ ਤੁਹਾਡੇ ਸਕੂਲ ਵਿੱਚ ओलंपियाड एग्जामिनेशन। ओलंपियाड एग्जाम और ओलंपियाड्स are the means of for students to compete with other students on a similar education level। मतलब ओलंपियाड ਜਿਹੜੇ ਹੁੰਦੇ ਆ ਤੁਹਾਡੇ ਕਲਾਸ ਵਾਈਜ਼ ਹੁੰਦੇ ਆ, ਇਹ ਨਹੀਂ ਕਿ ਤੁਸੀਂ 9th ਕਲਾਸ ਦਾ ਬੱਚਾ 12th ਨਾਲ ਦੇ ਰਹੇ, ਇਹ ਚੀਜ਼ ਨਹੀਂ ਹੈ। ओलंपियाड ਐਗਜ਼ਾਮ ਹੈ ਤੁਹਾਡੇ ਕਲਾਸ ਵਾਈਜ਼ ਹੁੰਦੇ ਆ ਤੇ ਉਹ ਤੁਹਾਡੇ ਐਜੂਕੇਸ਼ਨ ਲੈਵਲ ਨੂੰ ਟੈਸਟ ਕਰਦੇ ਆ ਸੇਮ ਲੈਵਲ ਤੇ ਸਾਰਿਆਂ ਦੇ। Such exams promote the learning of skills in subjects like mathematics, science, computer technology or English language among students। मतलब ਇਹ ਜਿਹੜੇ ਸਬਜੈਕਟਸ ਹੈ ਇਹ ਚੀਜ਼ ਤੁਹਾਡੀ ਮੇਨਲੀ ਟੈਸਟ ਹੁੰਦੀ ਹੈ, ਠੀਕ ਹੈ। ਹੁਣ ਇਸ ਟਾਈਮ ਮੇਰੇ ਹਿਸਾਬ ਨਾਲ ਕੰਪਿਊਟਰ ਤੋਂ ਬਾਅਦ IT ਵੀ ਆ ਗਿਆ ਹੈ ਤੇ ਐਪਟੀਟਿਊਡ GK ਵੀ ਆ ਗਿਆ ਹੈ ओलंपियाड ਦਾ, ਜੋ ਕਿ ਤੁਸੀਂ ਟੈਸਟ ਦੇ ਸਕਦੇ ਹੋ। ਇਹਦਾ ਫਾਇਦਾ ਇਹ ਹੈ ਕਿ ਤੁਸੀਂ ਅਗਰ ਕਿਸੇ ਸਪੈਸੀਫਿਕ ਸਬਜੈਕਟ ਮਤਲਬ ਕੋਈ ਸਿੰਗਲ ਸਬਜੈਕਟ ਵਿੱਚ ਅੱਛੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਉਸ ਸਬਜੈਕਟ ਵਾਸਤੇ ਜਾਣਿਆ ਜਾਵਾਂ ਜਾਂ ਉਸ ਸਬਜੈਕਟ ਨੂੰ ਹੀ ਅੱਗੇ ਪਰਸਿਊ ਕਰਾਂ। ਜਿੱਦਾਂ ਤੁਸੀਂ ਇੰਗਲਿਸ਼ ਅੱਛੇ ਹੋ, ਤੁਸੀਂ ਚਾਹੁੰਦੇ ਹੋ ਮੈਂ ਇੰਗਲਿਸ਼ ਵਿੱਚ ਹੀ ਜਾਵਾਂ, ਤੇ ਤੁਸੀਂ ओलंपियाड ਐਗਜ਼ਾਮ ਦੇ ਕੇ ਤੁਸੀਂ ਦੱਸ ਸਕਦੇ ਹੋ ਕਿ ਹਾਂ ਮੈਂ ਇੰਗਲਿਸ਼ ਐਗਜ਼ਾਮ ਵਿੱਚ ਅੱਛਾ ਤੇ ਮੈਂ ਇਸ ਕਲਾਸ ਦੇ ਸਾਰੇ ਲੈਵਲ ਇਸ ਕਲਾਸ ਦੇ ਸਟੂਡੈਂਟਸ ਭਾਵੇਂ ਜਿਹੜੇ ਸਕੂਲ 'ਚ ਜਿਹੜੇ ਸਟੇਟ 'ਚ ਜਿਹੜੀ ਸਿਟੀ 'ਚ ਮੈਂ ਉਹਨਾਂ ਤੋਂ ਅੱਗੇ ਖੜ ਸਕਦਾ, ਉਹਨਾਂ ਤੋਂ ਅੱਗੇ ਲੈਵਲ ਵਿੱਚ ਮੈਂ ਜਾ ਸਕਦਾ, ਰਾਈਟ। Next slide ਹੁਣ ਹੈ what extra you can do that can prove to be beneficial in every career। ਹੁਣ ਅਸੀਂ ਹਰ ਕਰੀਅਰ ਵੱਲ ਦੇਖ ਲਈਏ, whether it is a lawyer, it is hotel management, it is psychology, it is career guidance, it is sports, ਜੋ ਵੀ ਹੋਵੇ ਆ ਚੀਜ਼ਾਂ ਸਾਡੇ ਹਰ ਚੀਜ਼ ਵਿੱਚ ਬੈਨੀਫੀਸ਼ੀਅਲ ਹੋਣਗੀਆਂ ਹੀ ਹੋਣਗੀਆਂ, ਚਾਹੇ ਤੁਸੀਂ ਜੋ ਮਰਜ਼ੀ ਕਰ ਲਓ, ਇਹ ਚੀਜ਼ਾਂ ਤੁਹਾਨੂੰ ਆਉਣੀਆਂ ਹੀ ਚਾਹੀਦੀਆਂ। ਫਰਸਟ ਚੀਜ਼ ਕੀ ਹੈ? learn how to maintain records with various Google softwares। ਅੱਜਕੱਲ ਤੁਸੀਂ ਸੁਣਿਆ ਹੋਵੇਗਾ Google Forms ਹੁੰਦੇ ਆ, Google Docs ਹੁੰਦੇ ਆ, Google Sheets ਹੁੰਦੀਆਂ ਤੇ Google Presentations ਵੀ ਹੁੰਦੀਆਂ, ਰਾਈਟ। ਹੁਣ ਅਸੀਂ ਇਹ ਚੀਜ਼ਾਂ ਦੇ ਰਿਕਾਰਡ ਕਿਵੇਂ ਮੇਨਟੇਨ ਕਰਦੇ ਹਾਂ? Google Form ਤੇ Google Sheets ਦੇ ਥਰੂ ਅਸੀਂ ਰਿਕਾਰਡ ਮੇਨਟੇਨ ਕਰਦੇ ਹਾਂ। ਰਿਕਾਰਡਸ ਕਿਵੇਂ ਕਿ ਤੁਸੀਂ ਕਿਸੇ ਕੰਪਨੀ ਵਿੱਚ ਕੰਮ ਕਰ ਰਹੇ ਹੋ, ਤੁਹਾਨੂੰ ਹਰ ਚੀਜ਼ ਦਾ ਡਾਟਾ ਮੇਨਟੇਨ ਕਰਨਾ ਪੈਂਦਾ। ਨੇਮ ਆਫ ਸਟੂਡੈਂਟ, ਤੁਸੀਂ ਟੀਚਿੰਗ ਫੀਲਡ 'ਚੋਂ ਤਾਂ ਵੀ ਤੁਹਾਨੂੰ ਮਾਰਕਸ ਮੇਨਟੇਨ ਕਰਨੇ ਪੈਂਦੇ ਆ, ਰਾਈਟ। ਆਪਾਂ ਨੂੰ ਰਿਕਾਰਡ ਮੇਨਟੇਨ ਆਪਾਂ ਗੂਗਲ ਸੌਫਟਵੇਅਰ ਤੋਂ ਸਿੱਖੀਏ। ਗੂਗਲ ਸੌਫਟਵੇਅਰ ਦੀ ਪ੍ਰੋਪਰ ਗਾਈਡੈਂਸ ਹੁੰਦੀ ਹੈ ਕਿ ਉਹ ਪੂਰਾ ਟਿਊਟੋਰੀਅਲ ਦਿੰਦੇ ਆ ਕਿ ਹਾਂ ਇਹਨੂੰ ਚਲਾਇਆ ਕਿਵੇਂ ਜਾਂਦਾ, ਤੇ ਇਟ ਇਜ਼ ਵੈਰੀ ਈਜ਼ੀ ਟੂ ਯੂਜ਼, ਠੀਕ ਹੈ। ਸੈਕਿੰਡ ਚੀਜ਼ ਹੈ ਲਰਨ ਹਾਊ ਟੂ ਪ੍ਰੈਜ਼ੈਂਟ ਥਿੰਗਸ, ਫੈਚ ਅਦਰ ਆਪਸ਼ਨਸ ਦੈਨ PPT। ਪ੍ਰੈਜ਼ੈਂਟ ਮਤਲਬ ਪ੍ਰੈਜ਼ੈਂਟੇਸ਼ਨ ਦੇਣੀ, ਤੇ ਅਸੀਂ ਅੱਛੀ ਪ੍ਰੈਜ਼ੈਂਟੇਸ਼ਨ ਕਿਵੇਂ ਦੇ ਸਕਦੇ ਹਾਂ, ਅਸੀਂ ਉਹ ਚੀਜ਼ਾਂ ਲੱਭੀਏ। ਸਿਰਫ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਹੀ ਨਹੀਂ ਹੈ ਸਾਡੇ ਕੋਲ ਪ੍ਰੈਜ਼ੈਂਟੇਸ਼ਨ ਦੇਣ ਨੂੰ। ਹੁਣ ਇੰਟਰਨੈਟ ਤੇ ਬਹੁਤ ਸਾਰੀ ਚੀਜ਼ਾਂ ਆ ਗਈਆਂ ਜਿਹਨਾਂ ਨਾਲ ਆਪਾਂ ਪ੍ਰੈਜ਼ੈਂਟੇਸ਼ਨ ਦੇ ਸਕਦੇ ਹਾਂ। ਆਪਾਂ ਨਾਰਮਲ ਵੀਡੀਓਜ਼ ਨਾਲ ਪ੍ਰੈਜ਼ੈਂਟੇਸ਼ਨ ਦੇ ਸਕਦੇ ਹਾਂ। ਅਸੀਂ ਸੌਫਟਵੇਅਰਸ ਅਲੱਗ ਆ ਗਏ ਪਾਵਰ ਪੁਆਇੰਟ ਤੋਂ ਮਿਲਦੇ ਜੁਲਦੇ, ਜਿਹਦੇ ਨਾਲ ਆਪਾਂ ਪ੍ਰੈਜ਼ੈਂਟੇਸ਼ਨ ਦੇ ਸਕਦੇ ਹਾਂ। ਅਸੀਂ ਡਾਇਗਰਾਮ ਦੇ ਥਰੂ ਪ੍ਰੈਜ਼ੈਂਟੇਸ਼ਨ ਦੇ ਸਕਦੇ ਹਾਂ। ਅਸੀਂ ਮਾਡਲਸ ਖੜੇ ਕਰ ਸਕਦੇ ਹਾਂ ਜਿਹਨਾਂ ਪ੍ਰੈਜ਼ੈਂਟੇਸ਼ਨ ਦੇ ਸਕਦੇ ਹਾਂ, ਠੀਕ ਹੈ। ਹੁਣ ਕੀ ਲਰਨ ਸਮ ਬੇਸਿਕ ਵਰਕਸ਼ਾਪਸ ਲਾਈਕ ਇਲੈਕਟ੍ਰੀਕਲ, ਕਾਰਪੈਂਟਰੀ, ਬਲੈਕਸਮਿਥ, ਵੈਲਡਿੰਗ ਐਂਡ ਸਟਿਚਿੰਗ। ਇਹਦਾ ਮਤਲਬ ਕੀ ਹੈ ਕਿ ਤੁਹਾਡੀ ਵਰਕਸ਼ਾਪ
ਤੁਹਾਨੂੰ ਬੇਸਿਕ ਚੀਜ਼ਾਂ ਇਹ ਆਉਂਦੀਆਂ ਹੋਣ, ਇਲੈਕਟ੍ਰੀਕਲ ਦਾ ਕੰਮ ਆਉਂਦਾ ਹੋਵੇ ਕਿ ਤੁਹਾਡੇ ਘਰ 'ਚ ਟਿਊਬਲਾਈਟ ਖਰਾਬ ਹੋ ਜਾਏ, ਠੀਕ ਹੈ, ਤੁਸੀਂ ਘੱਟੋ ਘੱਟ ਤੁਹਾਨੂੰ ਇਲੈਕਟ੍ਰੀਸ਼ੀਅਨ ਬੁਲਾਣਾ ਨਾ ਪਵੇ, ਤੁਸੀਂ ਆਪ ਠੀਕ ਕਰ ਲਓ, ਤੁਸੀਂ ਆਪ ਟਿਊਬਲਾਈਟ ਇੰਸਟਾਲ ਕਰ ਲਓ, ਤੁਸੀਂ ਪੱਖਾ ਆਪ ਲਾ ਲਓ, ਕੋਈ ਸਵਿਚ ਖਰਾਬ ਹੋ ਗਿਆ ਤੁਸੀਂ ਸਵਿਚ ਆਪੇ ਠੀਕ ਕਰੋ। ਕਾਰਪੈਂਟਰੀ 'ਚ ਕੀ ਹੈ, ਤੁਸੀਂ ਲੱਕੜ ਦਾ ਕੰਮ ਆਪੇ ਕਰ ਸਕੋ, ਕੋਈ ਫਰੇਮ ਬਣਾਉਣਾ, ਕੋਈ ਟੇਬਲ ਬਣਾਉਣਾ, ਆਪਾਂ ਲੱਕੜ ਵਾਲੇ ਨੂੰ ਕਿਉਂ ਬੁਲਾਈਏ, ਆਪਾਂ ਬਾਹਰੋਂ ਸਮਾਨੋਂ ਕਿਉਂ ਲਈਏ, ਸਾਨੂੰ ਖੁਦ ਆਉਣਾ ਚਾਹੀਦਾ ਇਹ ਚੀਜ਼। ਬਲੈਕਸਮਿਥ ਕੀ ਹੈ ਕਿ ਤੁਸੀਂ ਲੋਹਾ ਮਤਲਬ ਲੋਹੇ ਨੂੰ ਗਰਮ ਕਰਕੇ ਤੁਸੀਂ ਉਸ ਚੀਜ਼ ਦੀ ਸ਼ੇਪ ਚੇਂਜ ਕਰਨੀ ਹੁੰਦੀ ਹੈ ਮੇਨ, ਠੀਕ ਹੈ। ਆਪਾਂ ਨੂੰ ਇਹ ਚੀਜ਼ਾਂ ਬਹੁਤ ਜਗ੍ਹਾ ਤੇ ਲੋੜ ਪੈਂਦੀ ਹੈ। ਅਗਰ ਅਸੀਂ ਕੋਈ ਕੁਰਸੀ ਹੈ, ਕਈ ਵਾਰੀ ਅਸੀਂ ਦੇਖਦੇ ਹਾਂ ਕੁਰਸੀ ਦਾ ਨਾ ਇੱਕ ਪਾਸਾ ਉੱਚਾ ਹੁੰਦਾ, ਇੱਕ ਪਾਸਾ ਨੀਵਾਂ ਹੁੰਦਾ, ਠੀਕ ਹੈ, ਉਹ ਕੁਰਸੀ ਹਿਲਦੀ ਰਹਿੰਦੀ ਹੈ। ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ, ਉਸ ਚੀਜ਼ ਨੂੰ ਗਰਮ ਕਰਕੇ ਉਸ ਚੀਜ਼ ਦੇ ਥੱਲੇ ਜਾਂ ਤਾਂ ਅਸੀਂ ਰਬੜ ਨਾਲ ਉਹਨੂੰ ਠੀਕ ਕਰ ਸਕਦੇ ਹਾਂ, ਜਾਂ ਚੀਜ਼ ਆਪਾਂ ਉਹਨੂੰ ਬਲੈਕਸਮਿਥ ਯੂਜ਼ ਕਰਕੇ ਅਸੀਂ ਉਹਨੂੰ ਉਹਦੇ ਅਲਾਈਨਮੈਂਟ ਸੈੱਟ ਕਰ ਸਕਦੇ ਹਾਂ। ਵੈਲਡਿੰਗ, ਕਈ ਵਾਰੀ ਅਸੀਂ ਦੇਖਿਆ ਸਾਡੀ ਗ੍ਰਿਲਸ ਟੁੱਟ ਜਾਂਦੀ ਹੈ, ਐਕਟਿਵਾਸ ਦੇ ਅੱਗੇ ਉਹ ਲੱਗੀ ਹੁੰਦੀ ਹੈ, ਫਰੇਮਸ ਲੱਗੇ ਹੁੰਦੇ ਆ, ਉਹ ਟੁੱਟ ਜਾਂਦੇ ਆ, ਆਪਾਂ ਉਸ ਚੀਜ਼ ਨੂੰ ਵੈਲਡ ਕਰ ਸਕੀਏ, ਸਾਡੇ ਕੋਲ ਵੈਲਡਿੰਗ ਮਸ਼ੀਨ ਹੋਵੇ। ਉਹਦੇ ਲਈ ਕੀ ਹੁੰਦਾ, ਇੱਕ ਤੁਹਾਨੂੰ ਉਹ ਦਿੱਤੀ ਜਾਂਦੀ ਆ, ਸਟ੍ਰਿੰਗ ਦਿੱਤੀ ਜਾਂਦੀ ਹੈ, ਜੋ ਕਿ ਵੈਲਡਿੰਗ ਮਸ਼ੀਨ ਦੇ ਅੰਦਰ ਪੈਂਦੀ ਹੈ ਤੇ ਬਹੁਤ ਈਜ਼ੀ ਹੁੰਦੀ ਹੈ ਯੂਜ਼ ਕਰਨੀ। ਨੈਕਸਟ ਚੀਜ਼ ਹੈ ਸਟਿਚਿੰਗ ਲਈ ਸਾਨੂੰ ਟੇਲਰ ਕੋਲ ਨਾ ਜਾਣਾ ਪਵੇ, ਸਾਨੂੰ ਇਹ ਚੀਜ਼ ਆਪੇ ਆਣੀ ਚਾਹੀਦੀ ਹੈ ਕਿ ਅਸੀਂ ਬਟਨ ਤਾਂ ਲਗਾ ਸਕੀਏ, ਜਾਂ ਅਸੀਂ ਸਾਡੇ ਕੋਈ ਪੈਂਟ ਫਟ ਗਈ ਹੈ, ਸਾਡੇ ਕੋਈ ਕੱਪੜਾ ਫਟ ਗਿਆ, ਜਾਂ ਅਸੀਂ ਪਤਲੇ ਮੋਟੇ ਹੋ ਗਏ ਹਾਂ, ਅਸੀਂ ਉਹ ਚੀਜ਼ ਆਪ ਠੀਕ ਕਰ ਸਕੀਏ। ਤੇ ਇੱਕ ਇੰਟਰਸਟਿੰਗ ਚੀਜ਼ ਦੱਸਣਾ ਚਾਹੁੰਦਾ ਕਿ ਮੈਂ ਜਦੋਂ ਇੰਜੀਨੀਅਰਿੰਗ ਅਸੀਂ ਕਰਦੇ ਆ ਨਾ, ਤੇ ਇਹ ਚੀਜ਼ 6 ਮੰਥਸ ਲਈ ਕੰਪਲਸਰੀ ਹੁੰਦੀ ਹੈ, ਸਾਡੇ ਲਈ 7 ਵਰਕਸ਼ਾਪਸ ਕੰਪਲਸਰੀ ਹੁੰਦੀ ਹੈ, ਇਲੈਕਟ੍ਰੀਕਲ, ਕਾਰਪੈਂਟਰੀ, ਬਲੈਕਸਮਿਥ, ਫਾਊਂਡਰੀ, ਮਸ਼ੀਨ, ਵੈਲਡਿੰਗ ਤੇ ਵੈਲਡਿੰਗ ਇੱਕ ਹੋਰ ਹੁੰਦੀ ਹੈ, ਉਹ ਚੀਜ਼ਾਂ ਮਤਲਬ ਕੰਪਲਸਰੀ ਹੁੰਦੀ ਹੈ ਸਾਡੇ ਲਈ। ਇਹਦੇ 'ਚ ਕੀ ਹੈ ਕਿ ਸਾਡਾ ਉਹ ਚੀਜ਼ ਸਾਨੂੰ ਸਾਰੀ ਚੀਜ਼ਾਂ ਸਿਖਾਉਂਦੇ ਆ। ਫਾਊਂਡਰੀ 'ਚ ਕੀ ਹੁੰਦਾ, ਤੁਹਾਨੂੰ ਰੇਤ ਵਿੱਚ ਜਦੋਂ ਆਪਾਂ ਕੋਈ ਚੀਜ਼ ਮੋਲਡ ਬਣਾਉਣਾ ਹੁੰਦਾ, ਤੁਹਾਨੂੰ ਰੇਤ ਵਿੱਚ ਸਿਖਾਉਂਦੇ ਆ ਕਿ ਉਹ ਚੀਜ਼ ਨੂੰ ਤੁਸੀਂ ਗਰਮ ਕਰਕੇ ਫਿਰ ਠੰਡਾ ਕਰਕੇ ਉਹਦਾ ਮੋਲਡ ਕਿਵੇਂ ਬਣ ਸਕਦਾ। ਮਸ਼ੀਨ 'ਚ ਕਿੱਦਾਂ ਹੁੰਦਾ ਕਿ ਤੁਸੀਂ ਇੰਡਸਟਰੀਜ਼ ਵਿੱਚ ਜਾਂਦੇ ਹੋ ਤੇ ਉਸ ਚੀਜ਼ ਦਾ ਤੁਸੀਂ ਮੋਲਡ ਬਣਾਉਣਾ, ਮਸ਼ੀਨ ਆਪਰੇਟ ਕਰਨੀ ਹੈ, ਉਹ ਮਸ਼ੀਨ ਕਿਵੇਂ ਆਪਰੇਟ ਕਰ ਸਕਦੇ ਹੋ, ਉਹਦੀ ਲੈਂਗੁਏਜਸ ਹੁੰਦੀ ਹੈ ਮਸ਼ੀਨ ਦੀ, ਉਹ ਚੀਜ਼ ਦੱਸਦੇ ਆ। ਕਾਰਪੈਂਟਰੀ ਵਿੱਚ ਵੀ ਸਿਖਾਉਂਦੇ ਆ ਸਾਨੂੰ ਕਿ ਅਸੀਂ ਲੱਕੜ ਨਾਲ ਆਪਾਂ ਕਬਜੇ ਕਿਵੇਂ ਲਾ ਸਕਦੇ ਹਾਂ, ਜਾਂ ਅਸੀਂ 2 ਲੱਕੜਾਂ ਦੇ ਪੀਸੇ ਨੂੰ ਜੁਆਇਨ ਕਿਵੇਂ ਕਰ ਸਕਦੇ ਹਾਂ, ਅਸੀਂ ਕੁਰਸੀ ਕਿਵੇਂ ਬਣਾ ਸਕਦੇ ਹਾਂ, ਇਹ ਸਾਰੀ ਚੀਜ਼ਾਂ ਦੱਸੀਆਂ ਜਾਂਦੀਆਂ। 4th ਚੀਜ਼ ਕੀ ਹੈ, try to learn a new language other than English and mother tongue। ਹੁਣ ਪੰਜਾਬੀ ਤੇ ਇੰਗਲਿਸ਼, ਜਿਨ੍ਹਾਂ ਦੀ ਹਿੰਦੀ ਮਦਰ ਟੰਗ ਹੈ ਜਾਂ ਪੰਜਾਬੀ ਮਦਰ ਟੰਗ ਹੈ, ਉਹ ਤਾਂ ਉਹਨਾਂ ਨੂੰ ਆਉਂਦੀ ਹੋਏਗੀ। ਇੰਗਲਿਸ਼ ਸਾਡੇ ਇੱਥੇ ਇੰਡੀਆ ਵਿੱਚ ਕੰਪਲਸਰੀ ਹੈ ਹਰ ਜਗ੍ਹਾ ਤੇ ਕਰਨਾ, ਮਤਲਬ ਜ਼ਿਆਦਾਤਰ ਇਹ ਚੀਜ਼ ਕੀਤੀ ਜਾਂਦੀ ਹੈ। ਅਸੀਂ ਇਸ ਤੋਂ ਇਲਾਵਾ ਨਿਊ ਲੈਂਗੁਏਜ ਸਿੱਖੀਏ, ਫ੍ਰੈਂਚ ਸਿੱਖੀਏ, ਜਰਮਨ ਸਿੱਖੀਏ, ਇਟਾਲੀਅਨ ਸਿੱਖੀਏ, ਚਾਈਨੀਜ਼ ਸਿੱਖੀਏ, ਇਹ ਚੀਜ਼ ਘੱਟੋ ਘੱਟ ਨਹੀਂ ਤਾਂ ਇੱਕ ਲੈਂਗੁਏਜ ਅਸੀਂ ਸਿੱਖੀਏ। ਉਹਦੇ ਲਈ ਕੀ ਹੈ ਕਿ ਤੁਸੀਂ ਅਗਰ ਕਿਸੇ ਹੋਰ ਕੰਟਰੀ ਜਾਂਦੇ ਹੋ ਜਾਂ ਤੁਸੀਂ ਦੂਸਰੀ ਸਟੇਟ ਵਿੱਚ ਜਾਂਦੇ ਹੋ, ਤੇ ਤੁਹਾਨੂੰ ਇੱਕ ਉਹ ਹੁੰਦਾ ਕਿ ਉਹ ਚੀਜ਼ ਤੁਹਾਨੂੰ ਜੱਜ ਕੀਤਾ ਜਾਂਦਾ ਲੋਕਾਂ ਵੱਲੋਂ ਕਿ ਤੁਸੀਂ ਇੱਕ ਹੋਰ ਲੈਂਗੁਏਜ ਸਿੱਖੀ ਹੋਈ ਹੈ, ਤੁਸੀਂ ਹੋਰਾਂ ਨਾਲੋਂ ਜ਼ਿਆਦਾ ਗ੍ਰਾਸਪ ਕਰਦੇ ਹੋ ਚੀਜ਼ਾਂ ਨੂੰ, ਤੁਸੀਂ ਹੋਰਾਂ ਨਾਲੋਂ ਜ਼ਿਆਦਾ ਇੰਟੈਲੀਜੈਂਟ ਹੋ, ਠੀਕ ਹੈ। 5th ਚੀਜ਼ ਕੀ ਹੈ, ਲੁੱਕ ਫॉर ਫ੍ਰੀ ਕੋਰਸਿਸ ਆਊਟ ਆਨਲਾਈਨ। ਆਪਾਂ ਫ੍ਰੀ ਕੋਰਸਿਸ ਲੱਭੀਏ ਆਨਲਾਈਨ ਵਿੱਚ ਬਹੁਤ ਸਾਰੇ ਫ੍ਰੀ ਕੋਰਸਿਸ ਹੈ ਜੋ ਕਿ ਆਪਾਂ ਚੂਜ਼ ਕਰ ਸਕਦੇ ਹਾਂ, ਠੀਕ ਹੈ। ਕਿ ਅਗਲੇ ਆਨਲਾਈਨ ਕੋਰਸਿਸ ਬਾਰੇ ਅਸੀਂ ਅਗਲੀ ਸਲਾਈਡ 'ਚ ਦੇਖਾਂਗੇ। ਲਾਸਟ ਕੀ ਹੈ, ਇਨਕਰੀਜ਼ ਯੋਰ ਐਪਟੀਟਿਊਡ ਐਂਡ ਜੀਕੇ। ਮੈਂ ਕਿਹਾ ਸੀ ਆਪਾਂ ਅਗਲੀ ਸਲਾਈਡ ਦੇਖਾਂਗੇ ਐਪਟੀਟਿਊਡ ਐਂਡ ਜੀਕੇ। ਹੁਣ ਐਪਟੀਟਿਊਡ ਜੀਕੇ ਕੀ ਹੈ ਕਿ ਤੁਹਾਡੀ ਰੀਜ਼ਨਿੰਗ, ਲੌਜੀਕਲ ਰੀਜ਼ਨਿੰਗ ਕਿੰਨੀ ਪਾਵਰਫੁਲ ਹੈ, ਕਿ ਤੁਹਾਡੀ ਨੰਬਰ ਵਧੇ, ਤੁਸੀਂ ਪੈਟਰਨਸ ਕਿੰਨੀ ਜਲਦੀ ਰਿਕਗਨਾਈਜ਼ ਕਰ ਸਕਦੇ ਹੋ, ਤੁਸੀਂ ਟਾਈਮ ਕਿੰਨੀ ਜਲਦੀ ਕਰ ਸਕਦੇ ਹੋ, ਤੁਸੀਂ ਡੇਜ਼, ਮੰਥਸ ਤੇ ਈਅਰਸ ਦੀ ਕੈਲਕੂਲੇਸ਼ਨ ਕਿੰਨੀ ਜਲਦੀ ਲਗਾ ਸਕਦੇ ਹੋ। ਐਪਟੀਟਿਊਡ 'ਚ ਇਹ ਸਾਰੀ ਚੀਜ਼ਾਂ ਆਉਂਦੀਆਂ ਕਿ ਤੁਹਾਨੂੰ ਪੁੱਛੇ ਕੋਈ ਕਿ 3 ਮਾਰਚ 2017 'ਚ ਡੇ ਕਿਹੜਾ ਸੀਗਾ, ਤੇ ਤੁਸੀਂ ਉਸ ਚੀਜ਼ ਨੂੰ ਬੜੀ ਜਲਦੀ ਤੁਸੀਂ ਬੋਲ ਸਕੋ, ਉਹ ਤੁਹਾਡੀ ਐਪਟੀਟਿਊਡ ਸਕਿੱਲ 'ਚ ਆਉਂਦਾ। ਤੁਸੀਂ ਦੱਸੋ ਕਿ ਅਗਰ ਸਾਡਾ ਟਾਈਮ ਹੋਇਆ 6 ਵਜੇ ਹੈ ਤੇ ਘੜੀ ਦਾ ਐਂਗਲ ਕਿਹੜਾ ਬਣੇਗਾ, ਉਹ ਸਾਰੀ ਚੀਜ਼ਾਂ ਤੁਹਾਡੀ ਐਪਟੀਟਿਊਡ 'ਚ ਆਉਂਦੀ ਹੈ। ਜੀਕੇ 'ਚ ਕੀ ਆਉਂਦਾ ਕਿ ਤੁਹਾਨੂੰ ਕਰੰਟ ਅਫੇਅਰਸ ਬਾਰੇ ਪਤਾ ਹੋਵੇ, ਜਨਰਲ ਨੌਲੇਜ ਹਰ ਚੀਜ਼ ਦੀ ਹੋਵੇ, ਕਰੰਟ ਅਫੇਅਰਸ ਵੀ, ਤੇ ਤੁਹਾਨੂੰ ਹਿਸਟਰੀ ਬਾਰੇ ਵੀ ਪਤਾ ਹੋਵੇ, ਜਿਹੜੀ ਮੇਨ ਚੀਜ਼ਾਂ ਹੈ, ਰਾਈਟ। ਜੀਕੇ 'ਚ ਕੀ ਆ ਜਾਂਦਾ ਤੁਹਾਡਾ ਕਿ ਤੁਹਾਨੂੰ ਮੋਨੂਮੈਂਟਸ ਬਾਰੇ ਪਤਾ ਹੋਵੇ, ਤੁਹਾਨੂੰ ਪਤਾ ਹੋਵੇ ਇੱਕ ਮੋਨੂਮੈਂਟਸ ਕੰਸਟਰਕਟ ਕਿਹਨੇ ਕੀਤੇ ਹੈ, ਠੀਕ ਹੈ। ਕਰੰਟ ਅਫੇਅਰਸ ਤੁਹਾਨੂੰ ਇਹ ਪਤਾ ਹੋਵੇ ਕਿ ਕਿਹੜੀ ਕੰਟਰੀ ਦਾ ਕਿਹੜਾ ਪ੍ਰਾਈਮ ਮਿਨਿਸਟਰ ਹੈ,
ਐਟਲੀਸਟ ਇੰਨਾ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਸਾਡਾ ਕਿ ਪ੍ਰਾਈਮ ਮਿਨਿਸਟਰ ਕੌਣ ਹੈ, ਸਾਡਾ ਪ੍ਰੈਜ਼ੀਡੈਂਟ ਕੌਣ ਹੈ, ਵਾਈਸ ਪ੍ਰੈਜ਼ੀਡੈਂਟ ਕੌਣ ਹੈ, ਗਵਰਨਰ ਕੌਣ ਹੈ, ਹਰ ਸਟੇਟ ਦਾ ਸਾਨੂੰ ਕੈਪੀਟਲ ਪਤਾ ਹੋਣੀ ਚਾਹੀਦੀ ਹੈ, ਫੇਮਸ ਸਿਟੀ ਪਤਾ ਹੋਣੀ ਚਾਹੀਦੀ ਹੈ। ਉਸ ਸਟੇਟ ਜਾਂ ਸਿਟੀ ਫੇਮਸ ਕਿਹਦੇ ਵਾਸਤੇ ਹੈ, ਆਪਣੀ ਇੰਡੀਆ ਦੀ ਹੀ, ਉਹ ਚੀਜ਼ ਪਤਾ ਹੋਣੀ ਚਾਹੀਦੀ ਹੈ। ਤੇ ਸਭ ਤੋਂ ਜ਼ਰੂਰੀ ਗੱਲ ਸਾਨੂੰ ਆਪਣੀ ਸਿਟੀ ਬਾਰੇ ਬਹੁਤ ਕੁਝ ਪਤਾ ਹੋਣਾ ਚਾਹੀਦਾ। ਤੁਸੀਂ ਅਗਰ ਕਿਸੇ ਇੰਟਰਵਿਊ ਜਾਂ ਕਿਸੇ ਜੌਬ ਅਪਲਾਈ ਕਰਨ ਜਾਓਗੇ ਤੁਹਾਨੂੰ ਹਮੇਸ਼ਾ ਇਹੀ ਪੁੱਛਿਆ ਜਾਏਗਾ ਕਿ ਤੁਸੀਂ ਜਿਹੜੀ ਸਿਟੀ 'ਚ ਰਹਿੰਦੇ ਹੋ ਉਹ ਸਿਟੀ ਤੁਸੀਂ ਅਡੈਪਟ ਕਿਵੇਂ ਕੀਤਾ, ਤੁਸੀਂ ਉਸ ਸਿਟੀ ਫੇਮਸ ਕਿਸ ਵਾਸਤੇ ਹੈ, ਤੁਸੀਂ ਕਿਉਂ ਇਸ ਸਿਟੀ 'ਚ ਰਹਿ ਰਹੇ ਹੋ। ਦੂਸਰੀ ਤੁਹਾਨੂੰ ਇਹ ਪੁੱਛੀ ਜਾਏਗੀ ਕਿ ਤੁਹਾਡੇ ਨਾਮ ਦਾ ਮਤਲਬ ਕੀ ਹੈ, ਤੁਹਾਨੂੰ ਐਟਲੀਸਟ ਆਪਣੇ ਨਾਮ ਦਾ ਮਤਲਬ ਪਤਾ ਹੋਣਾ ਚਾਹੀਦਾ ਤੇ ਤੁਹਾਡਾ ਨਾਮ ਰੱਖਿਆ ਕਿਨੇ, ਕਿਉਂ ਰੱਖਿਆ ਗਿਆ। ਇਹ ਚੀਜ਼ ਬੇਸਿਕ ਤੁਸੀਂ ਹਰ ਚੀਜ਼ ਪਤਾ ਹੋਣੀ ਚਾਹੀਦੀ ਹੈ ਤੁਹਾਨੂੰ, ਰਾਈਟ। ਲਾਸਟ ਵਿੱਚ ਕੀ ਹੈ ਕਿ ਅਸੀਂ ਫ੍ਰੀ ਕੋਰਸਿਸ ਇਸ ਟਾਈਮ ਅਵੇਲੇਬਲ ਕਿਹੜੇ ਆ, ਬਹੁਤ ਸਾਰੇ ਫ੍ਰੀ ਕੋਰਸਿਸ ਹੈ। ਮੈਂ ਤੁਹਾਨੂੰ ਕੁਝ ਦੱਸ ਰਿਹਾ ਕਿ ਜਿਹੜੇ ਫ੍ਰੀ ਕੋਰਸਿਸ ਤੁਸੀਂ ਕਿਧਰੋਂ ਲੈ ਸਕਦੇ ਹੋ ਤੇ ਕਿਹੜੇ ਫ੍ਰੀ ਕੋਰਸਿਸ ਕਿਸ ਵਾਸਤੇ ਯੂਜ਼ ਹੋ ਰਹੇ ਹੈ, ਰਾਈਟ। ਤੇ ਫਸਟ ਹੈ ਸ਼ੋ ਅਕੈਡਮੀ। ਸ਼ੋ ਅਕੈਡਮੀ ਦਾ ਮੈਂ ਤੁਹਾਨੂੰ ਦੱਸਾਂ ਕਿ ਜਿਨ੍ਹਾਂ ਕੋਲ ਏਅਰਟੈਲ ਦਾ ਸਿਮ ਹੈ, ਏਅਰਟੈਲ ਦੇ ਸਿਮ ਨਾਲ ਤੁਹਾਡਾ ਸ਼ੋ ਅਕੈਡਮੀ 1 ਈਅਰ ਫ੍ਰੀ ਹੈ। ਸ਼ੋ ਅਕੈਡਮੀ ਦੇ ਸਾਰੇ ਕੋਰਸਿਸ ਤੁਹਾਡੇ 1 ਈਅਰ ਲਈ ਫ੍ਰੀ ਹੈ। ਵਾਟ ਯੂ ਨੀਡ ਟੂ ਡੂ, ਏਅਰਟੈਲ ਦਾ ਸਿਮ ਤੁਸੀਂ ਲਓਗੇ, ਐਪ ਇੰਸਟਾਲ ਕਰੋ ਏਅਰਟੈਲ ਥੈਂਕਸ ਐਪ। ਏਅਰਟੈਲ ਥੈਂਕਸ ਐਪ ਦੇ ਉੱਤੇ ਜਾ ਕੇ ਤੁਸੀਂ ਦੇਖੋ ਤੁਹਾਡੇ ਮੈਂਬਰਸ਼ਿਪ ਲਿਖੀ ਹੋਏਗੀ, 골ਡ, ਪਲੈਟੀਨਮ, ਸਿਲਵਰ ਜੋ ਲਿਖਿਆ ਹੋਏਗਾ, ਤੁਸੀਂ ਉਹਨੂੰ ਕਲਿੱਕ ਕਰੋਗੇ ਤੁਹਾਡੀ ਸ਼ੋ ਅਕੈਡਮੀ ਦੇ ਫ੍ਰੀ ਕੋਰਸਿਸ ਤੁਹਾਨੂੰ ਥੱਲੇ ਜਾ ਕੇ ਸ਼ੋ ਹੋ ਜਾਣਗੇ, ਤੁਹਾਡੇ ਕੋਲ ਇਹ ਵਾਲੇ ਫ੍ਰੀ ਕੋਰਸਿਸ ਹੈ। ਇਹ ਕੋਈ ਦੇਖਦਾ ਹੀ ਨਹੀਂ ਹੈ ਸਾਡੇ ਚੋਂ ਕਿ ਸਾਡੇ ਕੋਲ ਫ੍ਰੀ ਕੋਰਸਿਸ ਹੈ ਕਿੱਦਾਂ ਦੇ, ਠੀਕ ਹੈ। ਤੇ ਸ਼ੋ ਅਕੈਡਮੀ 'ਚ ਹਰ ਇੱਕ ਫੀਲਡ ਦਾ ਕੋਰਸ ਹੈ। ਤੁਹਾਨੂੰ ਜਿਹੜੀ ਚੀਜ਼ ਅੱਛੀ ਲੱਗਦੀ ਹੈ ਤੁਸੀਂ ਉਹ ਚੀਜ਼ ਦਾ ਕੋਰਸ ਕਰੋ। ਤੁਸੀਂ ਚਾਹੁੰਦੇ ਹੋ ਕਿ ਮੈਂ ਜਿਹੜੀ ਚੀਜ਼ ਅੱਛਾ ਤੇ ਮੈਂ ਕੁਝ ਹੋਰ ਖੱਟ ਕੇ ਕਰਨਾ, ਤੁਸੀਂ ਉਹ ਚੀਜ਼ ਦੇ ਕੋਰਸਿਸ ਕਰ ਸਕਦੇ ਹੋ, ਰਾਈਟ। ਨੈਕਸਟ ਹੈ ਯੂਡੇਮੀ। ਯੂਡੇਮੀ ਦੇ ਕੋਰਸਿਸ ਫਿਲਹਾਲ ਵਾਸਤੇ ਨੋਮੀਨਲ ਅਮਾਉਂਟ 'ਚ ਹੈਗੇ ਆ 300 to 400, ਬਟ ਇਹਦੇ ਲਈ ਆਪਸ਼ਨਸ ਵੀ ਹੈ ਕਿ ਤੁਸੀਂ ਫ੍ਰੀ ਕੋਰਸਿਸ ਲੈ ਕੇ ਮਿਲ ਸਕਦੇ ਹੋ। ਇੱਕ YouTube ਤੇ ਵੀਡੀਓ ਹੈ, ਤੁਸੀਂ YouTube ਤੇ ਪਾਣਾ ਹੈ ਫ੍ਰੀ ਯੂਡੇਮੀ ਕੋਰਸਿਸ, ਉਹ ਇੱਕ 7 ਮਿੰਟਸ ਦੀ ਵੀਡੀਓ ਚਲਾ ਦੇਗੀ ਜੋ ਕਿ ਤੁਹਾਨੂੰ ਦੱਸੇਗਾ ਕਿ ਤੁਸੀਂ ਯੂਡੇਮੀ ਦੇ ਫ੍ਰੀ ਕੋਰਸਿਸ ਕਿਵੇਂ ਲੈ ਸਕਦੇ ਹੋ। ਉਹ ਪ੍ਰੋਸੀਜਰ ਹੈ ਜੋ ਕਿ ਤੁਸੀਂ ਫੋਲੋ ਕਰਿਓ ਤੇ ਤੁਹਾਡੇ ਕੋਲ ਯੂਡੇਮੀ ਦੇ ਫ੍ਰੀ ਕੋਰਸਿਸ ਤੁਹਾਨੂੰ ਅਵੇਲੇਬਲ ਹੋ ਜਾਣਗੇ। ਥਰਡ ਹੈ ਕੋਰਸੇਰਾ। ਕੋਰਸੇਰਾ ਤੁਹਾਨੂੰ ਫੋਰਨ ਯੂਨੀਵਰਸਿਟੀਜ਼ ਤੋਂ ਫ੍ਰੀ ਕੋਰਸਿਸ ਕਰਨ ਦਾ ਮੌਕਾ ਦਿੰਦਾ ਹੈ। ਪਿਛਲੇ ਸਾਲ ਜਦੋਂ ਲੋਕਡਾਊਨ ਲੱਗਿਆ ਸੀ ਇਹ ਵਾਲੇ ਕੋਰਸਿਸ ਫ੍ਰੀ ਤਾਂ ਸੀਗੇ ਹੀ ਤੇ ਸਰਟੀਫਿਕੇਟ ਵੀ ਨਾਲ ਮਿਲ ਰਿਹਾ ਸੀ ਇਹ ਕੋਰਸਿਸ ਦਾ। ਜੋ ਕੋਰਸਿਸ 5000 to 6000 ਦੇ ਕੋਰਸਿਸ ਸੀਗੇ ਇਹ ਸਾਰੇ ਫ੍ਰੀ ਸੀਗੇ। ਮੈਂ ਲੋਕਡਾਊਨ ਪੀਰੀਅਡ ਵਿੱਚ 7 ਕੋਰਸਿਸ ਕੀਤੇ ਕੋਰਸੇਰਾ। ਵਰਚੁਅਲ ਰਿਐਲਿਟੀ ਦੇ ਕੋਰਸ ਕੀਤਾ, ਗ੍ਰਾਫਿਕ ਡਿਜ਼ਾਈਨਿੰਗ ਤੇ ਕੋਰਸ ਕੀਤਾ ਮੈਂ, ਤੇ ਪ੍ਰੋਜੈਕਟ ਮੈਨੇਜਮੈਂਟ ਤੇ ਕੋਰਸ ਕੀਤਾ ਮੈਂ, ਆਟੋਕੈਡ ਤੇ ਕੋਰਸ ਕੀਤਾ। ਇਹ ਕੋਰਸਿਸ ਬਹੁਤ ਸਾਰੇ ਅਵੇਲੇਬਲ ਸੀਗੇ, ਤੁਹਾਨੂੰ ਆਪਣੇ ਇੰਟਰਸਟ ਦਾ ਏਰੀਆ ਚੂਜ਼ ਕਰਕੇ ਤੁਸੀਂ ਇਹ ਕੋਰਸ ਬੜੀ ਈਜ਼ੀਲੀ ਲੈ ਸਕਦੇ ਹੋ। ਇਸ ਟਾਈਮ ਵੀ ਕੋਰਸੇਰਾ ਫ੍ਰੀ ਹੈ ਬਟ ਤੁਹਾਨੂੰ ਇਸ ਟਾਈਮ ਸਰਟੀਫਿਕੇਟ ਨਹੀਂ ਮਿਲੇਗਾ ਉਸ ਚੀਜ਼ ਦਾ, ਬਟ ਤੁਸੀਂ ਉਹ ਚੀਜ਼ ਐਟਲੀਸਟ ਲਰਨ ਕਰ ਪਾਓਗੇ ਕੋਰਸੇਰਾ ਤੇ ਜਿੰਨੀ ਦੇਰ ਲੋਕਡਾਊਨ ਹੈ ਉਹਦਾ ਫਾਇਦਾ ਚੱਕ ਲਓ, ਠੀਕ ਹੈ। ਖਾਨ ਅਕੈਡਮੀ ਕੀ ਹੈ, ਤੁਹਾਡਾ ਐਪਟੀਟਿਊਡ ਤੇ ਤੁਹਾਡੀ ਬੇਸਿਕ ਜਿਹੜੀ ਮੈਥਮੈਟਿਕ ਤੇ ਲੌਜੀਕਲ ਰੀਜ਼ਨਿੰਗ ਹੈ ਉਹ ਤੁਹਾਡੀ ਵਾਸਤੇ ਖਾਨ ਅਕੈਡਮੀ ਬਹੁਤ ਅੱਛੀ ਤਰ੍ਹਾਂ ਵਰਕ ਕਰਦੀ ਹੈ। ਖਾਨ ਅਕੈਡਮੀ ਇਜ਼ ਟੋਟਲੀ ਫ੍ਰੀ, ਠੀਕ ਹੈ। ਇਹਦੇ ਬਹੁਤ ਬੇਸਿਕ ਲੈਵਲ ਤੋਂ ਤੁਹਾਨੂੰ ਸਮਝਾ ਕੇ ਤੁਹਾਨੂੰ ਹਾਇਰ ਲੈਵਲ ਤੱਕ ਲੈ ਕੇ ਜਾਇਆ ਜਾਂਦਾ। Khan Academy is good for those who want to prepare for CAT, who want to prepare for GATE examination, who want to prepare for GRE, ठीक है ना। ਇਹ ਚੀਜ਼ਾਂ ਹੁਣ GATE ਕੀ ਹੈ, GRE ਕੀ ਹੈ, CAT ਕੀ ਹੈ, ਇਹ ਬਹੁਤ ਵਾਸਟ ਹੈ। ਇਹ ਅਗਰ ਅਸੀਂ ਅਗਲਾ ਲੈਕਚਰ ਲੱਗੇਗਾ ਤਾਂ GATE, GRE, CAT ਕੀ ਹੈ ਅਸੀਂ ਅਗਲੇ ਲੈਕਚਰ 'ਚ ਪੜਾਂਗੇ, ਠੀਕ ਹੈ। MIT ਓਪਨ ਕੋਰਸਵੇਅਰ ਤੁਸੀਂ ਸਰਚ ਕਰੋਗੇ, MIT ਓਪਨ ਕੋਰਸਵੇਅਰ ਬਹੁਤ ਸਾਰੇ ਕੋਰਸਿਸ ਦੇ ਰਿਹਾ ਫ੍ਰੀ 'ਚ ਤੇ ਮੇਰੇ ਹਿਸਾਬ ਨਾਲ ਇਹਦੇ ਸਰਟੀਫਿਕੇਟ ਕਈ ਕੋਰਸਿਸ 'ਚ ਹੈ ਕਈ ਕੋਰਸਿਸ 'ਚ ਨਹੀਂ ਹੈ। ਸੇਮ ਇਜ਼ ਵਿਦ EDX is related with Harvard University. Harvard University is one of the most reputed universities of the world ਤੇ ਉਹ ਸਾਨੂੰ ਇੱਕ ਫ੍ਰੀ ਕੋਰਸਿਸ ਲੈਣ ਦਾ ਮੌਕਾ ਦੇ ਰਹੀ ਹੈ ਤੇ ਆਪਾਂ ਆਪਣੇ ਕੋਲ ਬਹੁਤ ਸਾਰੀ ਫੈਸਿਲਿਟੀਜ਼ ਹੈ ਕਿ ਆਪਣਾ ਕੋਰਸਿਸ ਅਸੀਂ ਦੇਖ ਸਕਦੇ ਹਾਂ ਤੇ ਅਸੀਂ ਫ੍ਰੀ ਕੋਰਸਿਸ ਲੈ ਸਕਦੇ ਹਾਂ। ਹੁਣ ਫ੍ਰੀ ਕੋਰਸਿਸ ਲੈਣ ਦਾ ਫਾਇਦਾ ਕੀ ਹੋਏਗਾ ਤੁਹਾਨੂੰ ਕਿ ਜਦੋਂ ਤੁਸੀਂ ਫ੍ਰੀ ਕੋਰਸਿਸ ਲਓਗੇ ਤੁਹਾਨੂੰ ਜਿਹੜੀ ਚੀਜ਼ 'ਚ ਇੰਟਰਸਟ ਬਣੇਗਾ ਤੁਸੀਂ ਉਹ ਚੀਜ਼ ਪਰਸਿਊ ਕਰ ਸਕਦੇ ਹੋ। ਕਈ ਵਾਰੀ ਕੀ ਹੁੰਦਾ ਅਸੀਂ 10th ਤੋਂ ਬਾਅਦ ਕੋਈ ਡਿਸੀਜਨ ਤਾਂ ਲੈ ਲੈਂਦੇ ਹਾਂ ਕਿ ਮੈਂ ਨਾਨ ਮੈਡੀਕਲ ਲੈ ਲੈਂਦਾ, ਬਟ ਸਾਨੂੰ ਹੁੰਦਾ ਕਿ ਵੀ ਨਾਨ ਮੈਡੀਕਲ ਲੈ ਕੇ ਗਲਤੀ ਕਰਤੀ ਕਿ ਮੈਨੂੰ ਉਸ ਟਾਈਮ ਲੱਗਿਆ ਸੀਗਾ ਕਿ ਇਹ ਚੀਜ਼ ਮੇਰੇ ਲਈ ਅੱਛੀ ਹੈ ਬਟ ਨਹੀਂ, ਆਪਾਂ ਉਸ ਤੋਂ ਬਾਅਦ ਵਿੱਚ ਸਵਿਚ ਕਰ ਸਕਦੇ ਹਾਂ। ਆਪਾਂ ਨਾਨ ਮੈਡੀਕਲ ਤੋਂ ਆਰਟਸ ਵਿੱਚ ਜਾ ਸਕਦੇ ਹਾਂ, ਆਪਾਂ ਆਰਟਸ ਵਿੱਚੋਂ ਵੀ ਨਾਨ ਮੈਡੀਕਲ 'ਚ ਜਾ ਸਕਦੇ ਹਾਂ, ਬਟ ਕੰਡੀਸ਼ਨ ਇਹ ਹੈ ਕਿ ਤੁਹਾਡੇ ਕੋਲ ਮੈਥਮੈਟਿਕਸ ਹੋਣੀ ਚਾਹੀਦੀ ਹੈ।
I will suggest every one of you कि जिन्होंने मैथमेटिक्स इंटरेस्ट है, थोड़ा जा भी है, थोड़ा जा इंटरेस्ट है, तो एडिशनल ऑप्शंस ले लो। जे अच्छा इंटरेस्ट है तो ਤੁਸੀਂ मैथ्स जरूर रखो, ऑप्शनल ਤਾਂ ਜ਼ਰੂਰ, राइट। ਤੇ ਬਾਕੀ ਜਦੋਂ ਆਪਾਂ ਕੈਰੀਅਰ ਦੀ ਗੱਲ ਕਰਦੇ ਹਾਂ, ਲਾਸਟ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਡਿਗਰੀਜ਼ ਆਰ ਨਾਟ ਦੈਟ ਇੰਪੋਰਟੈਂਟ। ਕਿ ਜਦੋਂ ਤੁਸੀਂ ਕੋਈ ਚੀਜ਼ ਤੁਸੀਂ ਸੋਚ ਰਹੇ ਹੋ, ਤੁਸੀਂ ਆਪਣਾ ਗੋਲ ਸੋਚ ਰਹੇ ਹੋ ਨਾ, ਤੁਹਾਡੇ ਲਈ ਡਿਗਰੀਜ਼ ਇੰਪੋਰਟੈਂਟ ਨਹੀਂ ਹੈ। +2 ਕਰੋ, +2 ਤਾਂ ਕਰਨੀ ਹੀ ਕਰਨੀ ਹੈ ਸਾਰਿਆਂ ਨੇ, ਉਸ ਤੋਂ ਬਾਅਦ ਤੁਹਾਡੀ ਡਿਗਰੀਜ਼ ਇੰਪੋਰਟੈਂਟ ਨਹੀਂ ਹੈ ਇਹਦੀਆਂ। ਜਿਹੜਾ ਤੁਹਾਡਾ ਡਿਵੋਸ਼ਨ ਹੈ ਤੇ ਤੁਹਾਡਾ ਸਕਿੱਲ ਹੈ, ਜਿਹੜਾ ਤੁਹਾਨੂੰ ਸਕਿੱਲ ਆਂਦਾ ਹੈ, ਤੇ ਉਸ ਸਕਿੱਲ ਵਾਸਤੇ ਤੁਸੀਂ ਕਿੰਨੀ ਸ਼ਿੱਦਤ ਨਾਲ, ਕਿੰਨੇ ਜਨੂਨ ਨਾਲ ਤੁਸੀਂ ਉਹ ਕੰਮ ਕਰ ਰਹੇ ਹੋ, ਆਪਣੇ ਗੋਲ ਵੱਲ ਕੰਮ ਕਰ ਰਹੇ ਹੋ, ਉਹ ਤੁਹਾਡਾ ਕਾਊਂਟ ਕਰਦਾ, ਠੀਕ ਹੈ। ਹੁਣ ਡਿਗਰੀਜ਼ ਚ ਕੀ ਹੈ, ਤੁਹਾਨੂੰ ਜੋ ਚੀਜ਼ ਡਿਗਰੀਜ਼ ਕਰਾਈਆਂ ਜਾਂਦੀਆਂ, ਆਈ ਐਮ ਪਰਸੂਇੰਗ ਇੰਜੀਨੀਅਰਿੰਗ ਨਾਓ, ਬਟ ਜਿਹੜੀ ਚੀਜ਼ ਇੰਜੀਨੀਅਰਿੰਗ ਮੈਨੂੰ ਕਰਾਈ ਜਾ ਰਹੀ ਹੈ, ਮੈਂ ਬਹੁਤ ਈਜ਼ੀਲੀ ਆਨਲਾਈਨ ਕੋਰਸਿਸ ਜਾਂ YouTube ਤੋਂ ਮੈਂ ਉਸ ਤੋਂ ਅੱਛੀ ਤਰ੍ਹਾਂ ਕਰ ਸਕਦਾ ਸੀਗਾ। ਮੇਰਾ ਟਾਈਮ ਬਚ ਸਕਦਾ ਸੀਗਾ, ਜਿੰਨਾ ਕਾਲਜ ਟਾਈਮ ਵੇਸਟ ਹੁੰਦਾ, ਮੇਰਾ ਟਾਈਮ ਬਚ ਸਕਦਾ ਸੀਗਾ। ਬਟ ਉਹ ਸਿਰਫ ਡਿਗਰੀ ਲੈਣ ਦੇ ਚੱਕਰ 'ਚ ਅਸੀਂ ਕੋਰਸਿਸ ਕਰ ਰਹੇ ਹਾਂ। ਆਪਾਂ ਆਪਣਾ ਅਗਰ ਕੋਈ ਸਕਿੱਲ ਬਹੁਤ ਅੱਛਾ ਹੈ ਨਾ, ਆਪਾਂ ਸਿਰਫ ਆਪਣੇ ਸਕਿੱਲ ਨੂੰ ਟਾਈਮ ਦਈਏ ਕਿ ਅਸੀਂ ਉਹ ਸਕਿੱਲ ਅੱਛਾ ਕਰਨਾ ਹੀ ਕਰਨਾ, ਉਹਨੂੰ ਡਿਵੋਸ਼ਨ ਦਈਏ, ਆਪਣਾ ਜਨੂਨ ਸਾਰਾ ਉਹਦੇ ਵਿੱਚ ਲਾ ਲਈਏ, ਤੇ ਉਹ ਪੱਕਾ ਰਿਜ਼ਲਟ ਦੇਗਾ ਹੀ ਦੇਗਾ, 101% ਰਿਜ਼ਲਟ ਦੇਗਾ ਜੇ ਅਗਰ ਤੁਸੀਂ ਅੱਛੀ ਤਰ੍ਹਾਂ ਵਰਕ ਕਰੋ। ਸੋ ਥੈਂਕ ਯੂ ਸੋ ਮਚ। ਅੱਜ ਦੇ ਲੈਕਚਰ ਲਈ ਸਾਡਾ ਇੰਨਾ ਹੀ ਸੀਗਾ। ਆਪਾਂ ਪਹਿਲਾਂ ਕੁਐਸਚਨਸ ਲੈ ਲਈਏ ਜਿਨ੍ਹਾਂ ਦਾ ਹੈਂਡ ਰੇਜ਼ ਸੀਗਾ। ਮੈਂ ਸਕਰੀਨ ਸ਼ੇਅਰ ਬੰਦ ਕਰਾਂ। ਹਾਂਜੀ ਵੀਰ ਜੀ, ਬਹੁਤ ਬਹੁਤ ਧੰਨਵਾਦ ਵੀਰ ਜਪਨਜੋਤ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਟਿਪਸ ਦਿੱਤੇ, ਤੇ ਆਸ ਕਰਦੀ ਹਾਂ ਤੁਸੀਂ ਨੋਟ ਕੀਤੇ ਹੋਣਗੇ ਤੇ ਤੁਹਾਡੇ ਏਮ ਨੂੰ ਪੂਰਾ ਕਰਨ ਦੇ ਵਿੱਚ ਤੁਹਾਡੇ ਜ਼ਰੂਰ ਕੰਮ ਆਣਗੇ। ਤੇ 12927 ਰਮਨਪ੍ਰੀਤ ਕੌਰ ਜੀ, ਹਾਂਜੀ ਹੈਂਡ ਰੇਜ਼ ਆ 12927 ਜੀ ਜੀ ਰਾਮ ਕੌਰ ਜੀ, 1 ਮਿੰਟ, ਜਦ ਤੱਕ ਆਪਾਂ ਕੁਐਸਚਨ ਲੈਣੇ ਉਸ ਤੋਂ ਪਹਿਲਾਂ ਇੱਕ ਅਨਾਉਂਸਮੈਂਟ ਹੈ ਜੀ ਸਾਰੇ ਸਟੂਡੈਂਟਸ ਦੇ ਲਈ, ਕਿ ਅੱਜ ਜਿਸ ਤਰ੍ਹਾਂ ਜਪਨਜੋਤ ਸਿੰਘ ਜੀ ਨੇ ਬਹੁਤ ਹੀ ਵਧੀਆ ਸਾਨੂੰ ਗਾਈਡ ਕੀਤਾ ਓਵਰਆਲ, ਕਿ ਅਸੀਂ ਅਗਰ ਆਪਣਾ ਏਮ ਨੂੰ ਪੂਰਾ ਕਰਨਾ ਤਾਂ ਸਾਨੂੰ ਕਿਵੇਂ ਕਰਨਾ ਪਏਗਾ, ਕੀ ਅਸੀਂ ਤਿਆਰੀਆਂ ਕਰਨੀਆਂ ਨੇ, ਔਰ ਉਸ ਤੋਂ ਇਲਾਵਾ ਅਸੀਂ ਕਿਹੜੀ ਸਟਰੀਮ ਨੂੰ ਚੂਜ਼ ਕਰਨਾ ਹੈ। ਤੇ ਹੁਣ ਬੇਨਤੀ ਹੈਗੀ ਹੈ ਕਿ ਕੱਲ ਇੱਕ ਸਪੈਸ਼ਲ ਸੈਸ਼ਨ ਹੋ ਰਿਹਾ, ਜਿਹੜੇ ਬੱਚੇ 9th ਤੋਂ ਲੈ ਕੇ +2 ਦੇ ਤੱਕ ਦੇ ਸਟੂਡੈਂਟਸ ਉਹਨਾਂ ਵਾਸਤੇ ਸਵੇਰੇ 11 ਵਜੇ ਸੈਸ਼ਨ ਹੋਏਗਾ। ਔਰ ਬੇਨਤੀ ਹੈ ਜਿਹੜੇ ਵੀ ਬੱਚਿਆਂ ਨੇ ਜੁਆਇਨ ਕਰਨਾ, ਚੈਟ ਦੇ ਵਿੱਚ ਮੈਂ ਹੁਣੇ ਉਹਦਾ ਲਿੰਕ ਪਾਇਆ, ਉਸ ਲਿੰਕ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਲੈਣਾ। 9th ਤੋਂ ਥੱਲੇ ਵਾਲੇ ਬੱਚੇ ਤੇ +2 ਤੋਂ ਉੱਪਰ ਵਾਲੇ ਬੱਚਿਆਂ ਨੂੰ ਜੁਆਇਨ ਕਰਨ ਦਾ ਫਾਇਦਾ ਨਹੀਂ ਹੋਏਗਾ, ਇਸੇ ਕਰਕੇ ਅਸੀਂ ਇੱਕ ਸੈਪਰੇਟ ਸੈਸ਼ਨ ਰੱਖਿਆ ਹੈ 9th ਤੋਂ ਲੈ ਕੇ +2 ਵਾਲੇ ਸਟੂਡੈਂਟਸ ਦਾ। ਤੋ ਜਿਹੜੇ ਵੀ ਬੱਚੇ ਜੁਆਇਨ ਕਰਨਾ ਚਾਹੁੰਦੇ ਨੇ, ਇੱਕ ਤਾਂ ਰਜਿਸਟਰ ਕਰ ਲੈਣ, ਉਹਨਾਂ ਨੂੰ ID ਪਾਸਵਰਡ ਉਸ ਫਾਰਮ ਦੇ ਵਿੱਚ ਹੀ ਮਿਲ ਜਾਏਗਾ। ਤੇ ਸੈਕੰਡਲੀ ਇਹ ਸਪੈਸ਼ਲ ਹੋਏਗਾ ਜੀ ਆਰਮੀ ਵਾਸਤੇ ਔਰ ਪੁਲਿਸ ਲਾਈਨ ਵਿੱਚ ਜਾਣ ਵਾਲਿਆਂ ਵਾਸਤੇ। ਸੋ ਜਿਹੜੇ ਬੱਚੇ ਉਸ ਲਾਈਨ ਵਿੱਚ ਇੰਟਰਸਟਿਡ ਨੇ ਉਹਨਾਂ ਵਾਸਤੇ ਸਪੈਸ਼ਲ ਸੈਸ਼ਨ ਹੋਏਗਾ। ਸੋ ਜ਼ਰੂਰ ਸਾਰਿਆਂ ਨੇ ਜਿਹੜੇ ਵੀ ਇਹਦੀ ਗਾਈਡੈਂਸ ਲੈਣਾ ਚਾਹੁੰਦੇ ਨੇ, ਕੱਲ ਨੂੰ 11 ਵਜੇ ਠੀਕ ਜ਼ੂਮ ਐਪ ਤੁਸੀਂ ਸਟਾਰਟ ਕਰਨਾ ਔਰ ਇਸ ਸੈਸ਼ਨ ਨੂੰ ਜੁਆਇਨ ਕਰਨਾ ਜੀ। ਤਕਰੀਬਨ 1.5 ਘੰਟੇ ਦਾ ਇਹ ਸੈਸ਼ਨ ਹੋਏਗਾ, ਜੋ ਕਿ ਅਨਹਦ ਫਾਊਂਡੇਸ਼ਨ ਵਾਲੇ ਵੀਰ ਇੰਜੀਨੀਅਰ ਅਮਨਦੀਪ ਸਿੰਘ ਜੀ ਲੈਣਗੇ ਜੀ। ਸੋ ਹੁਣ ਮੈਂ ਬੇਨਤੀ ਕਰਾਂਗੀ ਜੀ, ਜਿਹੜੇ ਬੱਚਿਆਂ ਦੇ ਕੁਐਸਚਨਸ ਹੈਗੇ ਨੇ ਉਹ ਤੁਸੀਂ ਵੀਰ ਜੀ ਨੂੰ ਪੁੱਛ ਸਕਦੇ ਹੋ ਜੀ। ਹਾਂਜੀ 12927 ਰਮਨਪ੍ਰੀਤ ਕੌਰ ਜੋਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ, ਫਤਿਹ। ਤਾਂ ਪਹਿਲਾਂ ਤਾਂ ਤੁਹਾਡਾ ਬਹੁਤ ਥੈਂਕ ਯੂ, ਤੁਸੀਂ ਸਾਨੂੰ ਸਾਡੇ ਕਰੀਅਰ ਬਾਰੇ ਦੱਸਿਆ ਕਿ ਕੀ ਚੂਜ਼ ਕਰ ਸਕਦੇ ਆ। ਦੈਨ ਮੈਂ ਨੈਕਸਟ ਇਹ ਪੁੱਛਣਾ ਚਾਹਾਂਗੀ ਕਿ ਜੇਕਰ ਕਿਸੇ ਨੇ ਲਾਅ ਦੇ ਵਿੱਚ ਜਾਣਾ ਹੋਵੇ ਤਾਂ ਉਹ ਕੀ ਕਰੂਗਾ? ਲਾਅ ਵਾਸਤੇ ਜਾਣ ਵਾਸਤੇ ਤੁਸੀਂ ਹਿਊਮੈਨਿਟੀਜ਼ ਚੂਜ਼ ਕਰੋਗੇ, 10th ਤੋਂ ਬਾਅਦ ਤੁਸੀਂ ਆਰਟਸ ਫੀਲਡ ਚੂਜ਼ ਕਰੋਗੇ, ਤੇ ਹਾਂਜੀ, ਤੁਸੀਂ ਕਾਮਰਸ ਵੀ ਕਰ ਸਕਦੇ ਹੋ ਉਹਦੇ ਨਾਲ। ਤੁਸੀਂ ਕਾਮਰਸ ਵਿੱਚ ਵੀ ਅਗਰ ਤੁਸੀਂ ਜਾਓ ਜਾਂ ਤੁਸੀਂ ਆਰਟਸ ਵਿੱਚ ਵੀ ਜਾਓ ਤਾਂ ਵੀ ਤੁਸੀਂ ਲਾਅ ਫੀਲਡ ਚੂਜ਼ ਕਰ ਸਕਦੇ ਹੋ। ਤੇ ਕਈ ਵਾਰੀ ਕੀ ਹੁੰਦਾ, ਅਸੀਂ ਨਾਨ ਮੈਡੀਕਲ ਚੂਜ਼ ਕਰ ਲੈਂਦੇ ਹਾਂ, ਬਾਅਦ ਤੱਕ ਸਾਡਾ ਮਨ ਕਰਦਾ ਕਿ ਅਸੀਂ ਲਾਅ ਵੱਲ ਜਾਈਏ, ਤੇ ਸਾਡੇ ਕੋਲ ਉਹ ਵੀ ਆਪਸ਼ਨ ਹੁੰਦੀ ਹੈ ਕਿ ਅਸੀਂ ਲਾਅ ਵਿੱਚ ਉਸ ਤੋਂ ਬਾਅਦ ਵੀ ਜਾ ਸਕਦੇ ਹਾਂ। ਯੈਸ, ਮੇਨ ਚੀਜ਼ ਆਪਾਂ ਕੀ ਹੈ ਕਿ ਅਸੀਂ LLB ਪਰਸੂ ਕਰਨੀ ਆ, ਤੇ ਉਹਦੇ ਵਾਸਤੇ ਅਸੀਂ ਦੇਖੀਏ ਕਿ ਐਗਜ਼ਾਮੀਨੇਸ਼ਨਸ ਕਿਹੜੇ ਨੇ। ਆਈ ਐਮ ਫਰੋਮ ਇੰਜੀਨੀਅਰਿੰਗ ਫੀਲਡ, ਤੇ ਮੈਨੂੰ ਉਸ ਬਾਰੇ ਇੰਨਾ ਨਹੀਂ ਪਤਾ ਵਾਸਤ ਵਿੱਚ, ਬਟ ਉਹਦੇ ਲਈ ਆਪਣੇ ਐਗਜ਼ਾਮੀਨੇਸ਼ਨ ਫਲੈਟ ਐਗਜ਼ਾਮੀਨੇਸ਼ਨ ਹੁੰਦਾ, ਤੇ ਆਪਾਂ ਨਾ ਇੱਕ ਹੋਰ ਚੀਜ਼ ਹੁੰਦੀ ਹੈ ਕਿ ਅਸੀਂ 2 ਡਿਗਰੀਜ਼ ਇਕੱਠੇ ਵੀ ਕਰ ਸਕਦੇ ਹੁੰਦੇ ਆ LLB ਪਰਸੂ ਕਰਦੇ ਹੋਏ, ਜੋ ਤੁਹਾਡੀ ਕੰਬਾਈਨਡ ਡਿਗਰੀ 5 ਇਅਰਸ ਦੀ ਬਣ ਜਾਂਦੀ ਹੈ। ਤੇ ਤੁਸੀਂ ਉਸ ਬਾਰੇ ਵੀ ਤੁਸੀਂ ਗਾਈਡੈਂਸ ਲੈ ਸਕਦੇ ਹੋ। ਤੇ ਅਗਰ LLB ਬਾਰੇ ਗਾਈਡੈਂਸ ਲੈਣੀ, ਯੂ ਕੈਨ ਕੰਟੈਕਟ ਮੀ, ਤੇ ਮੈਂ ਤੁਹਾਨੂੰ ਆਪਣੇ ਜਿਹੜੇ ਉਸ ਫੀਲਡ ਨੂੰ ਪਰਸਿਊ ਕਰ ਰਹੇ ਆ ਤੇ ਅੱਛੀ ਤਰ੍ਹਾਂ ਪਰਸਿਊ ਕਰ ਚੁੱਕੇ ਆ, ਮੈਂ ਤੁਹਾਡਾ ਉਹਦੇ ਨਾਲ ਕੰਟੈਕਟ ਕਰਾ ਸਕਦਾ, ਤੁਸੀਂ ਉਹਨਾਂ ਤੋਂ ਅੱਛੀ ਤਰ੍ਹਾਂ ਗਾਈਡੈਂਸ ਲੈ ਲਓ।
ਯੈਸ ਸਰ, ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੈਕਸਟ ਹੈਗੇ ਜੀ 13334 ਰੋਪੜ ਜ਼ੋਨ ਤੋਂ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਆਪਾਂ ਮੈਡੀਕਲ ਤੋਂ ਬਾਅਦ ਕਿਹੜੇ ਕੋਰਸ ਜੋ ਕਰ ਸਕਦੇ ਹਾਂ? ਮੈਡੀਕਲ ਤੋਂ ਬਾਅਦ ਤੁਹਾਡੇ ਕੋਲ ਆਪਸ਼ਨ ਬਹੁਤ ਸਾਰੀ ਆ ਜਾਂਦੀਆਂ ਕਿ ਤੁਸੀਂ ਡੈਂਟਿਸਟ ਬਣਨਾ ਚਾਹੁੰਦੇ ਹੋ, ਤੁਸੀਂ ਡੈਂਟਲ ਵਿੱਚ ਜਾ ਸਕਦੇ ਹੋ, ਤੁਸੀਂ ਨਰਸਿੰਗ ਵਿੱਚ ਜਾ ਸਕਦੇ ਹੋ, ਤੁਸੀਂ MD ਕਰ ਸਕਦੇ ਹੋ, MBBS ਕਰ ਸਕਦੇ ਹੋ। ਠੀਕ ਹੈ, ਤੁਸੀਂ ਮਤਲਬ ਕਾਫੀ ਚੀਜ਼ਾਂ ਖੁੱਲ ਜਾਂਦੀਆਂ ਕਿ ਤੁਹਾਡਾ ਇੰਟਰਸਟ ਦੇ ਉੱਤੇ ਡਿਪੈਂਡ ਕਰਦਾ ਉਹ ਚੀਜ਼। ਤੁਸੀਂ ਮੈਡੀਕਲ ਤੋਂ ਬਾਅਦ ਆਪਣੀ ਫੀਲਡ ਚੇਂਜ ਕਰਕੇ ਤੁਸੀਂ ਬਾਇਓਟੈਕਨੋਲੋਜੀ ਵਿੱਚ ਵੀ ਜਾ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਬਾਇਓ ਹੁੰਦੀ ਹੈ ਤੇ ਤੁਸੀਂ ਉਸ ਚੀਜ਼ ਨੂੰ ਮਤਲਬ ਤੁਸੀਂ ਰਿਸਰਚ ਵੱਲ ਵੀ ਜਾ ਸਕਦੇ ਹੋ ਕਿ ਪਲਾਂਟਸ ਦੀ ਰਿਸਰਚ ਕਿਵੇਂ ਹੁੰਦੀ ਹੈ, ਉਹ ਮੈਡੀਕਲ ਰਿਲੇਟਡ ਹੁੰਦਾ ਸਾਰਾ ਕੁਝ। ਆਪਾਂ ਮੈਡੀਕਲ ਵਿੱਚ ਸਾਇੰਸ ਵਿੱਚ ਪੜ੍ਹਿਆ ਹੋਏਗਾ ਸਟਾਰਟਿੰਗ ਜਦੋਂ ਆਪਾਂ ਬਾਇਓਲੋਜੀ ਕਰਦੇ ਹਾਂ ਕਿ ਪਲਾਂਟਸ ਦਾ ਅਲੱਗ ਹੁੰਦਾ ਤੇ ਹਿਊਮਨਸ ਦਾ ਅਲੱਗ ਹੁੰਦਾ, ਰਾਈਟ? ਠੀਕ ਹੈ, ਉਹਦੇ ਵਿੱਚ ਆਪਾਂ ਜਦੋਂ ਅਸੀਂ ਕਰਦੇ ਹਾਂ ਤੇ ਉਹ ਚੀਜ਼ ਆਪਾਂ ਚੂਜ਼ ਕਰ ਸਕਦੇ ਹਾਂ ਕਿ ਅਸੀਂ ਪਲਾਂਟ ਦੀ ਰਿਸਰਚ ਕਰਨੀ ਹੈ ਜਾਂ ਤੁਸੀਂ ਹਿਊਮਨ ਰਿਸਰਚ ਕਰਨੀ ਹੈ ਜਾਂ ਤੁਸੀਂ ਡੈਂਟਿਸਟ ਬਣਨਾ ਹੈ ਜਾਂ ਤੁਸੀਂ ਡਾਕਟਰ ਅਗਰ ਬਣਨਾ ਤਾਂ ਤੁਸੀਂ ਕਿਹੜੀ ਫੀਲਡ 'ਚ ਜਾਣਾ ਹੈ, ਤੁਹਾਡੇ ਇੰਟਰਸਟ ਦੇ ਉੱਤੇ ਡਿਪੈਂਡ ਕਰਦਾ। ਹਾਂਜੀ ਨੈਕਸਟ ਹੈਗੇ ਨੇ ਬਲਰਾਜ। ਵਾਹਿਗੁਰੂ। ਹਾਂਜੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਆ ਰਹੀ ਹੈ ਜੀ। ਰਹੀ ਹੈ ਜੀ। ਮੈਮ ਮੇਰਾ ਇੱਕ ਕੁਐਸਚਨ ਹੈ, ਵਾਟ ਇਜ਼ ਮੀਨਿੰਗ ਆਫ ਐਕਸਪੀਰੀਅੰਸ? ਐਕਸਪੀਰੀਅੰਸ ਇਹ ਹੁੰਦਾ ਤਜਰਬਾ, ਕਿ ਅਗਰ ਅਸੀਂ ਕੋਈ ਚੀਜ਼ ਵੱਲ ਜਾਂਦੇ ਹਾਂ ਜਾਂ ਹੁਣ ਮੈਂ ਤੁਹਾਡੇ ਤੋਂ ਵੱਡਾ, ਠੀਕ ਹੈ, ਤੇ ਮੈਂ +2 ਕੀਤੀ ਹੋਈ ਹੈ ਤੇ ਤੁਸੀਂ ਹਜੇ ਕਰਨੀ ਹੈ ਤੇ ਤੁਹਾਡੀ ਏਜ ਤੋਂ ਲੈ ਕੇ +2 ਤੱਕ ਮੈਂ ਕੀ ਚੀਜ਼ਾਂ ਐਕਸਪੀਰੀਅੰਸ ਕੀਤੀਆਂ, ਮਤਲਬ ਮੈਨੂੰ ਕੀ ਤਜਰਬੇ ਹੋਏ, ਉਹ ਚੀਜ਼ ਨੂੰ ਆਪਾਂ ਐਕਸਪੀਰੀਅੰਸ ਕਹਿੰਦੇ ਹਾਂ। ਹਾਂਜੀ ਨੈਕਸਟ ਤਰਨਜੀਤ ਕੌਰ EPP 13238। ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਮੇਰਾ ਕੁਐਸਚਨ ਇਹ ਸੀ ਕਿ ਨਾਨ ਮੈਡੀਕਲ ਅਤੇ ਮੈਡੀਕਲ ਦੀ ਵੈਲਿਊ ਆਰਟਸ ਨਾਲੋਂ ਜ਼ਿਆਦਾ ਹੁੰਦੀ ਆ? ਵੈਲਿਊ ਡਿਗਰੀਜ਼ ਡਿਸਾਈਡ ਨਹੀਂ ਕਰਦੀ ਜਾਂ ਸਟਰੀਮ ਡਿਸਾਈਡ ਨਹੀਂ ਕਰਦੀ, ਵੈਲਿਊ ਤੁਸੀਂ ਡਿਸਾਈਡ ਕਰਦੇ ਹੋ ਕਿ ਤੁਸੀਂ ਉਸ ਫੀਲਡ ਨੂੰ ਕਿੰਨੀ ਵੈਲਿਊ ਦੋਗੇ। ਤੁਹਾਡੇ ਜਿੰਨੇ ਐਫਰਟਸ ਹੋਣਗੇ ਉਹ ਉਸ ਫੀਲਡ ਦੀ ਵੈਲਿਊ ਆਪਣੇ ਆਪ ਵਧਾ ਦੇਣਗੇ। ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਇੰਜੀਨੀਅਰਸ ਹੁੰਦੇ ਆ, ਮੈਡੀਕਲ ਹੁੰਦੇ ਆ, ਡਾਕਟਰਸ ਹੁੰਦੇ ਆ, ਉਹਨਾਂ ਦੀ ਵੈਲਿਊ ਜ਼ਿਆਦਾ। ਆਪਣੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਮਨਮੋਹਨ ਸਿੰਘ, ਹੀ ਵਾਸ ਐਨ ਇਕੋਨੋਮਿਸਟ ਤੇ ਉਹਨਾਂ ਨੇ ਇਕਨੋਮਿਕਸ ਵਿੱਚ ਆਪਣਾ ਸਾਰਾ ਕੁਝ ਕੀਤਾ ਤੇ ਉਹ ਇਕਨੋਮਿਕਸ ਦੀ ਵੈਲਿਊ ਵਧਾ ਰਹੇ ਆ ਉਹ ਚੀਜ਼। ਠੀਕ ਹੈ, ਡਾਕਟਰਸ ਮੈਡੀਕਲ ਦੀ ਵੈਲਿਊ ਵਧਾ ਰਹੇ ਆ, ਇੰਜੀਨੀਅਰ ਨਾਨ ਮੈਡੀਕਲ ਦੀ ਵੈਲਿਊ ਵਧਾ ਰਹੇ ਆ। ਤੇ ਤੁਸੀਂ ਜਿਹੜੀ ਚੀਜ਼ ਅੱਛੇ ਹੋ ਤੁਸੀਂ ਉਸ ਚੀਜ਼ ਦੀ ਵੈਲਿਊ ਵਧਾਓਗੇ ਜੇ ਤੁਸੀਂ ਅੱਛੀ ਤਰ੍ਹਾਂ ਕਰੋਗੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੈਕਸਟ 12832 ਪਟਿਆਲਾ ਤੋਂ ਜੀ। ਸਰ ਮੇਰਾ ਇਹ ਕੁਐਸਚਨ ਸੀ ਵੀ ਜੇ ਤੁਸੀਂ UPSC IAS ਜਾਣਾ ਹੋਵੇ ਤਾਂ ਤੁਹਾਨੂੰ ਕਿਹੜਾ ਸਟਰੀਮ ਚੂਜ਼ ਕਰਨਾ ਚਾਹੀਦਾ? You can choose any stream for pursuing that. ਉਹ ਚੀਜ਼ ਤੁਹਾਡੀ ਉਹ ਐਗਜ਼ਾਮੀਨੇਸ਼ਨ ਸਟਰੀਮ ਸਪੈਸਿਫਿਕ ਨਹੀਂ ਹੁੰਦੀ ਹੈ। IAS UPSC ਉਹ ਚੀਜ਼ IAS ਵੀ ਜਾਣਾ ਹੋਵੇ, ਇੰਜੀਨੀਅਰਿੰਗ ਤੋਂ ਬਾਅਦ IAS ਹੁੰਦਾ, IAS ਅਲੱਗ ਹੈ। IAS ਤੇ UPSC ਅਗਰ ਜਾਣਾ ਹੋਵੇ ਤੁਹਾਡੇ ਸਟਰੀਮ ਸਪੈਸਿਫਿਕ ਨਹੀਂ ਹੁੰਦੇ, ਤੁਸੀਂ ਕਦੋਂ ਵੀ ਉਹਨੂੰ ਪਰਸਿਊ ਕਰ ਸਕਦੇ ਹੋ, +2 ਤੋਂ ਬਾਅਦ ਉਹਦੀ ਤਿਆਰੀ ਕਰ ਸਕਦੇ ਹੋ। ਤੇ ਉਸ ਤੋਂ ਪਹਿਲਾਂ ਮੈਂ ਇੱਕ ਅਨਾਉਂਸਮੈਂਟ ਕਰਨਾ ਚਾਹੁੰਦੀ ਹਾਂ, ਕੁਝ ਬੱਚਿਆਂ ਨੇ ਚੈਟ ਦੇ ਵਿੱਚ ਲਿਖਿਆ ਕਿ +2 ਕਿਹੜੀ ਸਟਰੀਮ ਵਾਲੇ ਕੱਲ ਸਵੇਰੇ। ਮੈਮ ਆਵਾਜ਼ ਕੱਟ ਗਈ, ਮੈਮ ਆਵਾਜ਼ ਕੱਟ ਹੋ ਗਈ +2 ਤੋਂ ਬਾਅਦ। ਲਾਸਟ ਕੁਐਸਚਨ ਹੈ ਜਿਹੜਾ ਉਹਦਾ ਆਨਸਰ ਕਰਨਾ ਜੀ ਚੈਟ ਬਾਕਸ 'ਚ। ਮੈਮ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਫਤਿਹ। ਸਰ ਮੈਂ ਪੁੱਛਣਾ ਸੀਗਾ, ਤੁਸੀਂ ਇੱਕ ਸ਼ਬਦ ਬੋਲਿਆ ਸੀ ਵਾਇੰਡਸ, ਵਾਇੰਡਸ ਦਾ ਮਤਲਬ ਕੀ ਹੁੰਦਾ ਜੀ? ਕਿਹੜਾ ਵਰਡ? ਵਾਇੰਡ। ਵੋਇਡ ਮਤਲਬ ਖਾਲੀ ਜਗ੍ਹਾ, ਜਿਹੜੀ ਜਗ੍ਹਾ ਖਾਲੀ ਹੈ, ਜਿੱਦਾਂ ਆਪਾਂ ਹੋਲਸ ਇਹਨੂੰ ਕਹਿੰਦੇ ਆ ਨਾ, ਹੋਲਸ ਜਿਹੜੇ ਹੁੰਦੇ ਆ ਉਹ ਖਾਲੀ ਜਗ੍ਹਾ ਬਣਾ ਦਿੰਦੇ ਆ ਨਾ ਇੱਕ ਚੀਜ਼ ਵਿੱਚ, ਉਸ ਚੀਜ਼ ਨੂੰ ਵੋਇਡਸ ਕਹਿੰਦੇ ਆ। ਕਿ ਤੁਸੀਂ ਅਗਰ ਕੋਈ ਚੀਜ਼, ਆਪਾਂ ਮੈਗਨੇਟਸ ਦੇਖੀਏ ਨਾ, ਮੈਗਨੇਟਸ, 2 ਮੈਗਨੇਟਸ ਇਕੱਠੀ ਜੁਆਇਨ ਹੋ ਜਾਂਦੀਆਂ, ਉਹ ਵੋਇਡ ਨੂੰ ਖਤਮ ਕਰ ਦਿੰਦੀ ਹੈ। ਜਦੋਂ ਆਪਾਂ ਉਹਨੂੰ ਅਲੱਗ ਕਰ ਦਿੰਦੇ ਆ, ਥੋੜਾ ਦੂਰ ਕਰ ਦਿੰਦੇ ਆ, ਵੋਇਡਸ ਬਣਾ ਦਿੰਦੀ ਹੈ, ਗੈਪ ਬਣਾ ਦਿੰਦੀ ਹੈ ਜੀ। ਥੈਂਕ ਯੂ ਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ। ਤੇ ਅੱਜ ਦੇ ਕੈਂਪ ਦੀ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਆਸ ਕਰਦੇ ਹਾਂ ਤੁਸੀਂ ਬਹੁਤ ਕੁਝ ਸਿੱਖਿਆ ਹੋਵੇਗਾ ਤੇ ਕੱਲ ਫੇਰ ਇਸੇ ਟਾਈਮ ਤੋਂ ਜੁੜਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।